ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਅਸੀਂ ਹਾਜ਼ਰ ਹੋ ਗਏ ਜੀ ਅੱਜ ਸ਼ਾਮ ਦਾ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ। ਮੇਰੇ ਨਾਲ ਡਾਕਟਰ ਗੁਰਨਾਮ ਕੌਰ ਸਿੱਖ ਸਕਾਲਰ ਹਾਜ਼ਰ ਹੋ ਚੁੱਕੇ ਆ। ਉਹਨਾਂ ਨਾਲ ਗੱਲਬਾਤ ਕਰਦੇ ਆ ਕੁਝ ਇੱਕ ਸਿੱਖ ਮਸਲਿਆਂ ਤੇ, ਖਾਸ ਕਰਕੇ ਅਕਾਲ ਤਖਤ ਤੇ ਬਹੁਤ ਸਾਰੇ ਜਿਹੜੇ ਫੈਸਲੇ ਹੁੰਦੇ ਆ ਉਹ 'ਚ ਵਿਦਵਾਨਾਂ ਦਾ ਕਾਫੀ ਵੱਡਾ ਰੋਲ ਹੁੰਦਾ। ਔਰ ਇੱਕ ਵੱਡਾ ਜਿਹੜਾ ਪਿਛਲੇ ਸਮੇਂ ਸਾਡੇ ਕੰਟਰੋਵਰਸੀ ਰਹੀ ਆ ਉਹ ਸੀਗਾ ਕਿ ਪੁਰੇਵਾਲ ਰਾਣਾ ਨੇ ਬੜੀ ਮਿਹਨਤ ਨਾਲ ਜਿਹੜਾ ਕੈਲੰਡਰ ਬਣਾਇਆ ਸੀਗਾ ਸਿੱਖ ਕੈਲੰਡਰ, ਉਹ ਕੈਲੰਡਰ ਜਿਹੜਾ ਆ ਉਹਨੂੰ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦੀ ਸਾਰਾ ਕੁਝ ਮਨਜ਼ੂਰੀ ਮਿਲਣ ਤੋਂ ਬਾਅਦ, ਅਕਾਲ ਤਖਤ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਲਾਗੂ ਕਰ ਦਿੱਤਾ ਗਿਆ। ਔਰ ਬਾਅਦ ਵਿੱਚ ਕੁਛ ਇੱਕ ਹਾਲਾਤ ਬਦਲੇ, ਕੁਝ ਇੱਕ ਜਿਹੜੇ ਸਾਡੀਆਂ ਪਰੰਪਰਾਵਾਂ ਨੇ, ਕੁਝ ਮਰਿਆਦਾ ਨੇ, ਕੁਝ ਇੱਕ ਜਿਹੜੇ ਡੇਰੇ ਨੇ ਜਾਂ ਸਿੱਖ ਧਰਮ ਦੇ ਵਿੱਚ ਜਿਹੜੀਆਂ ਸੰਪਰਦਾਵਾਂ ਨੇ ਉਹਨਾਂ ਨੂੰ ਲੱਗਿਆ ਕੁਝ ਅਟਪਟਾ ਕੇ ਸਾਡੀਆਂ ਜਿਹੜੀਆਂ ਉਹਨਾਂ ਦੇ ਡੇਰਿਆਂ ਦੇ ਉੱਤੇ ਰੌਣਕਾਂ ਲੱਗਦੀਆਂ ਨੇ, ਮੱਸਿਆ ਸੰਗਰਾਂਦ ਦਿਨ ਦਿਹਾੜ ਮਨਾਉਂਦੇ ਨੇ, ਚੌਥ ਮਨਾਉਂਦੇ ਨੇ, ਸ਼ਾਇਦ ਇਹ ਕੁਝ ਕਾਰਨ ਬਣੇ। ਆਪਾਂ ਡਾਕਟਰ ਸਾਹਿਬ ਕੋਲ ਜਾਣਾਂਗੇ ਸਾਰਾ ਕੁਝ ਕਿ ਇਹ ਸਾਰਾ ਕਿਉਂ ਹੋਇਆ ਤੇ ਕਿਵੇਂ ਹੋਇਆ। ਸੋ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਕਰੀਆ ਬਹੁਤ ਬਹੁਤ। ਡਾਕਟਰ ਸਾਹਿਬ, ਬੜਾ ਵੱਡਾ ਸਾਡੇ ਸਮਿਆਂ ਦੇ ਵਿੱਚ ਇੱਕ ਇਹ ਘਟਨਾ ਕਹਿ ਲਈਏ ਜਾਂ ਇੱਕ ਚੰਗੀ ਖਬਰ ਕਹਿ ਲਈਏ ਸੀਗੀ ਕਿ ਸਿੱਖਾਂ ਦਾ ਆਪਣਾ ਕੈਲੰਡਰ ਹੋਵੇ। ਗੁਰੂ ਨਾਨਕ ਸਾਹਿਬ ਦੇ ਜਨਮ ਨੂੰ ਆਧਾਰ ਮੰਨ ਕੇ, ਔਰ ਜਿਸ ਤਰੀਕੇ ਨਾਲ ਮੈਨੂੰ ਟੈਕਨੀਕਲ ਚੀਜ਼ਾਂ ਦਾ ਬਹੁਤਾ ਨਹੀਂ ਖੈਰ ਪਤਾ ਕਿ ਉਹ ਸੂਰਜਵੰਸ਼ੀ ਚੰਦਰਵੰਸ਼ੀ ਕੀ ਹੁੰਦਾ, ਤੁਹਾਡੇ ਕੋਲ ਸਮਝ ਲਾਂਗੇ ਜੇ ਥੋੜ੍ਹਾ ਬਹੁਤ ਤੁਹਾਡੇ ਕੋਲ ਹੋਇਆ ਤਾਂ। ਤੇ ਪੁਰੇਵਾਲ ਰਾਣਾ ਨੇ ਬਹੁਤ ਮਿਹਨਤ ਕੀਤੀ ਔਰ ਦੁਨੀਆ ਭਰ 'ਚ ਇਸ ਚੀਜ਼ ਨੂੰ ਸਰਾਹਿਆ ਗਿਆ ਕਿ ਜਿਹੜੀਆਂ ਡੇਟਾਂ ਨੇ ਉਹ ਹਰ ਸਾਲ ਬਦਲ ਜਾਂਦੀਆਂ ਨੇ ਤੇ ਉਹਦੇ ਮੁਤਾਬਕ ਸਾਰਾ ਕੁਝ ਠੀਕ ਰਹੇਗਾ, ਕਿਉਂਕਿ ਜਦੋਂ ਸਦੀਆਂ ਬਾਅਦ ਇਸ ਤਰ੍ਹਾਂ ਚੱਲਦਾ ਜਾਏਗਾ ਤੇ ਸਦੀਆਂ ਸਰਦੀਆਂ ਦੀਆਂ ਗਰਮੀਆਂ ਤੇ ਇਤਿਹਾਸ ਜਿਹੜਾ ਆ ਉਹ ਬੜਾ ਅਜੀਬ ਲੱਗੇਗਾ। ਆਪਾਂ ਗੱਲਾਂ ਕਰਾਂਗੇ ਸਾਰੀਆਂ। ਸੋ ਇਹ ਜਿਹੜਾ ਕੈਲੰਡਰ ਸੀਗਾ, ਪਹਿਲਾਂ ਤਾਂ ਇਹਦੇ ਪਿਛੋਕੜ ਬਾਰੇ ਥੋੜ੍ਹਾ ਦੱਸੋ ਵੀ ਇਹ ਕੈਲੰਡਰ ਜਿਹੜਾ ਸੀਗਾ ਇਹ ਕਿਉਂ ਜ਼ਰੂਰਤ ਸੀ ਸਾਡੀ, ਤੇ ਕਿਵੇਂ ਇਹਨੂੰ ਐਕਸੈਪਟ ਕੀਤਾ ਗਿਆ ਤੇ ਕਿਵੇਂ ਬਣਿਆ, ਕਿੰਨਾ ਸਮਾਂ ਲੱਗਿਆ ਤੇ ਇਹਦੇ ਪਿੱਛੇ ਕੀ ਰੀਜ਼ਨ ਸੀ ਵੀ ਕਿਉਂ ਇਹ ਸਾਨੂੰ ਲੋੜ ਪਈ। ਹਾਂਜੀ, ਜਿਵੇਂ ਤੁਸੀਂ ਗਿੱਲ ਸਾਹਿਬ ਜਾਣਦੇ ਹੋ ਕਿ ਹਰ ਇੱਕ ਕਮਿਊਨਿਟੀ ਦਾ ਕਹਿ ਲਈਏ ਆਪਾਂ ਜਾਂ ਧਰਮ ਦਾ ਕਹਿ ਲਈਏ, ਹਰ ਇੱਕ ਦਾ ਆਪਣਾ ਕੈਲੰਡਰ ਹੈ ਨਾ। ਹਾਂਜੀ, ਹਿਜਰੀ ਕੈਲੰਡਰ ਸਾਨੂੰ ਪਤਾ ਹੈ ਆਪਣਾ ਇਸਲਾਮ ਦੇ ਵਿੱਚ ਚੱਲਦਾ ਹੈ। ਇਸੇ ਤਰ੍ਹਾਂ ਇਹ ਭਾਰਤ ਦੇ ਵਿੱਚ ਬਿਕਰਮੀ ਕੈਲੰਡਰ ਹੈ ਜਿਹੜਾ ਉਹ ਚੱਲਦਾ। ਜਿਹੜਾ ਆਪਣੇ ਸਿੱਖ ਧਰਮ ਦੇ ਵਿੱਚ ਜਿਹੜੇ ਤਿਉਹਾਰ ਨੇ, ਸਾਡੇ ਦਿਨ ਆਉਂਦੇ ਨੇ, ਪੁਰਬ ਆਉਂਦੇ ਨੇ, ਜਿਵੇਂ ਗੁਰੂ ਸਾਹਿਬਾਨ ਦੇ ਗੁਰਪੁਰਬ ਨੇ ਜਾਂ ਸ਼ਹੀਦੀ ਦਿਹਾੜੇ ਨੇ, ਉਹ ਉਹਨਾਂ ਵਿੱਚੋਂ ਉਹਨਾਂ ਵਿੱਚ ਵੀ ਯੂਨੀਫਾਰਮਿਟੀ ਨਹੀਂ ਹੈ। ਇਹ ਨਹੀਂ ਹੈ ਕਿ ਵੀ ਸਾਰੇ ਚੰਦਰਮਾ ਦੇ ਮੁਤਾਬਕ ਹੀ ਮਨਾਏ ਜਾਂਦੇ ਨੇ, ਹੈ ਨਾ। ਇਹ ਵਦੀ ਤੇ ਸੁਦੀ ਦੇ ਪ੍ਰਵਿਸ਼ਤਿਆਂ ਮੁਤਾਬਕ ਵੀ ਚੱਲਦੇ ਨੇ। ਜਿਵੇਂ ਕੁਛ ਮੇਰਾ ਖਿਆਲ ਹੈ ਸ਼ਹੀਦੀ ਦਿਵਸ ਹੈਗਾ, ਸਾਹਿਬਜ਼ਾਦਿਆਂ ਦਾ 7 ਪੋਹ ਦਾ ਆਉਂਦਾ। ਅਤੇ ਹੁਣ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੈ ਜਿਹੜਾ ਉਹ 7 ਚੰਦਰਮਾ ਦੇ ਹਿਸਾਬ ਨਾਲ ਜਿਹੜੀ ਵਦੀ ਹੈ ਕਹਿੰਦੇ ਆ ਉਹਨੂੰ, ਵਦੀ ਸੁਦੀ, ਉਹਦੇ ਮੁਤਾਬਕ ਚੱਲਦਾ ਚੰਦਰਮਾ ਦੇ ਮੁਤਾਬਕ। ਹੁਣ ਚੰਦਰਮਾ ਦੀ ਪ੍ਰੋਬਲਮ ਇਹ ਆ ਕਿ ਦਿਨ ਇਹਦੇ ਵਿੱਚ ਘੱਟਦੇ ਵੱਧਦੇ ਰਹਿੰਦੇ ਨੇ। ਹਰ ਤੀਜੇ ਸਾਲ ਉਹ ਸਾਲ ਆਉਂਦੇ ਜਿਹਨੂੰ ਮਲ ਦਾ ਮਹੀਨਾ ਕਹਿੰਦੇ ਆ, ਹੈ ਨਾ। ਉਹਦੇ ਵਿੱਚ 13 ਮਹੀਨੇ ਕਰਦੇ ਆ ਉਹ, ਅਤੇ ਉਹ ਘੱਟਦੇ ਵੱਧਦੇ ਰਹਿੰਦੇ ਆ। ਇਹਦੇ ਨਾਲ ਸਮੱਸਿਆ ਆਉਂਦੀ ਹੈ। ਪਹਿਲੀ ਗੱਲ ਤਾਂ ਇਹ ਵੀ ਸਾਨੂੰ ਜੋ ਪੰਡਿਤ ਜੰਤਰੀਆਂ ਤਿਆਰ ਕਰਦੇ ਨੇ, ਹੈ ਨਾ, ਵਧੀਆਂ ਸੁਧੀਆਂ ਦੀ, ਉਹਦੇ ਅਨੁਸਾਰ ਚੱਲਣਾ ਪੈਂਦਾ। ਅਤੇ ਦੂਸਰਾ ਇਹ ਦਿਨ ਵੀ ਘੱਟਦੇ ਵੱਧਦੇ ਰਹਿੰਦੇ। ਜਿਵੇਂ ਜਦੋਂ ਕਹਿੰਦੇ ਆ ਵੀ ਵਿਸਾਖੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮਨਾਈ ਸੀ, ਉਦੋਂ ਇਹ ਸ਼ਾਇਦ 28 ਕਿ 29 ਮਾਰਚ ਦੀ ਸੀ ਜੀ, ਜਦੋਂ ਖਾਲਸਾ ਦੀ ਸਾਜਨਾ। ਤੇ ਹੁਣ ਆਪਾਂ 13 ਅਪ੍ਰੈਲ ਨੂੰ ਮਨਾਉਂਦੇ। 13 ਤੋਂ ਵੀ 14 ਤੱਕ ਨੂੰ ਖਿਸਕਦੀ ਜਾਂਦੀ ਆ, ਹੈ ਨਾ। ਅਤੇ ਹੁਣ ਗੁਰਬਾਣੀ ਦੇ ਵਿੱਚ 12 ਮਾਹ ਨੇ। ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਰਚਿਆ, ਇੱਕ ਗੁਰੂ ਨਾਨਕ ਦੇਵ ਜੀ ਦਾ ਹੈਗਾ। ਅਤੇ ਉਹ 12 ਮਾਹਾਂ ਦੇ ਵਿੱਚ ਜਿਹੜੇ ਗੁਰਬਾਣੀ ਦੇ ਵਿੱਚ ਸਾਰਾ ਵਰਣਨ ਕੀਤਾ ਹੋਇਆ, ਉਹ ਜਿਵੇਂ ਪੰਜਾਬ ਦੇ ਵਿੱਚ ਕਹਿ ਲਈਏ ਆਪਾਂ ਵੀ ਰੁੱਤਾਂ ਆਉਂਦੀਆਂ ਨੇ, ਹੈ ਨਾ, ਅਤੇ ਉਹਦੇ ਹਿਸਾਬ ਨਾਲ ਜਿਹੜੇ ਮਹੀਨੇ ਨੇ ਜੁੜੇ ਹੋਏ ਨੇ ਉਹਦੇ ਹਿਸਾਬ ਨਾਲ ਨੇ 12 ਮਾਹ। ਅਤੇ ਫਿਰ ਜਿਹੜਾ ਸਾਰੇ ਤੋਂ ਵੱਡਾ ਦਿਨ ਹੁੰਦਾ ਹਾੜ ਦਾ, ਉਹ ਰੱਥ ਫੇਰੇ ਤੋਂ ਜਦੋਂ ਦਿਨ ਨੇ ਜਿਹੜੇ ਫਿਰ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹਦਾ ਵੀ ਜ਼ਿਕਰ ਗੁਰਬਾਣੀ ਦੇ ਵਿੱਚ ਮਿਲਦਾ। ਅਤੇ ਉਹ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਫਿਕਸ ਦਿਨ ਨੇ ਜਿਹੜੇ ਉਹ ਹੋਣੇ ਚਾਹੀਦੇ। ਦੂਜਾ ਵੀ
ਗੁਰੂ ਨਾਨਕ ਸਾਹਿਬ ਦੇ ਬਰਥਡੇ ਨੂੰ ਲੈ ਕੇ 550 ਸਾਲ ਪਹਿਲਾਂ ਜੋ ਹੋਇਆ ਸੀ ਵੀ ਉਹਨੂੰ ਉਸ ਤੋਂ ਲੈ ਕੇ ਸਾਰੇ ਉਹ ਕੈਲੰਡਰ ਹੈ ਜਿਹੜਾ ਪੁਰੇਵਾਲ ਸਾਹਿਬ ਨੇ ਮੇਰੇ ਖਿਆਲ 20 ਕੁ ਸਾਲ ਕੇ ਕਿੰਨੇ ਉਹਨਾਂ ਨੇ ਲਾਏ। ਉਹਨਾਂ ਨੇ ਉਹ ਹੱਸਦੇ ਹੁੰਦੇ ਆ ਵੀ ਜੰਤਰੀ ਤਿਆਰ ਕਰਨੀ ਹੋਵੇ ਮੈਂ ਸਭ ਤੋਂ ਵਧੀਆ ਕਰ ਸਕਦਾ ਕਿਸੇ ਵੀ ਪੰਡਤ ਤੋਂ, ਕਿਉਂਕਿ ਇੰਨੀ ਉਹਨਾਂ ਨੇ ਇਹਦੇ ਤੇ ਮਿਹਨਤ ਕੀਤੀ, ਇੰਨਾ ਪੜ੍ਹਾਈ ਕੀਤੀ। ਉਹਨਾਂ ਨੇ ਇਸ ਹਿਸਾਬ ਨਾਲ ਕੀਤਾ ਕਿ ਜਿਹੜੀ ਸੰਗਰਾਂਦ ਮਨਾਉਂਦੇ ਆ ਉਹਦਾ ਵੀ ਦਿਨ ਫਿਕਸ ਹੋ ਜੇ, ਜਿਵੇਂ ਕੋਈ ਮਹੀਨਾ 30 ਦਾ ਰੱਖਿਆ, ਕੋਈ 31 ਦਾ, ਜਾਣੀ ਜੇ ਇਸ ਸਾਲ ਜਿੰਨੀ ਜਨਵਰੀ ਨੂੰ ਸਪੋਜ਼ ਕੀਤਾ 13 ਜਨਵਰੀ ਨੂੰ ਮਾਘ ਆਇਆ ਤਾਂ ਅਗਲੇ ਸਾਲ ਵੀ ਇਹ 13 ਜਨਵਰੀ ਨੂੰ ਹੀ ਆਵੇ, ਹੈ ਨਾ। ਇਸ ਹਿਸਾਬ ਨਾਲ ਉਹਨਾਂ ਨੇ ਕੈਲੰਡਰ ਬਣਾਇਆ ਸੀ। ਚਲੋ ਖੈਰ ਇਹਦੀ ਟੈਕਨੀਕੈਲਿਟੀਜ਼ ਵਿੱਚ ਨਾ ਜਾਂਦਿਆਂ ਹੋਇਆਂ ਮਕਸਦ ਸਾਰਾ ਇਹ ਸੀ ਕਿ ਸਾਡੇ ਜਿਹੜੇ ਦਿਨ ਦਿਹਾੜੇ ਨੇ, ਪਹਿਲੀ ਗੱਲ ਤਾਂ ਸਾਡਾ ਆਪਣਾ ਕੈਲੰਡਰ ਹੋਵੇ, ਸਿੱਖ ਧਰਮ ਦੀ ਇੱਕ ਵੱਖਰੀ ਪਛਾਣ ਹੈ ਅਤੇ ਇਹ ਸਾਡੀ ਪਛਾਣ ਦੇ ਵਿੱਚ ਦੇ ਨਾਲ ਜੁੜਿਆ ਹੋਇਆ ਹੋਊਗਾ, ਅਸੀਂ ਆਪਣੇ ਦਿਨ ਦਿਹਾੜੇ ਮਨਾਉਂਦੇ ਹਾਂ। ਅਤੇ ਦੂਸਰਾ ਸਾਨੂੰ ਕਿਸੇ ਦੇ ਉੱਤੇ ਨਿਰਭਰ ਨਾ ਕਰਨਾ ਪਵੇ, ਜੰਤਰੀਆਂ ਦੇ ਉੱਤੇ ਨਿਰਭਰ ਨਾ ਕਰਨਾ ਪਵੇ, ਕਿਸੇ ਪੰਡਿਤ ਨੂੰ ਨਾ ਕਹਿਣਾ ਪਵੇ ਵੀ ਕਿਹੜਾ ਦਿਨ ਕਿੱਥੇ ਆਉਂਦਾ। ਅਤੇ ਦੂਸਰਾ ਹੁਣ ਸਿੱਖ ਭਾਈਚਾਰਾ ਜਿਹੜਾ ਹੈਗਾ ਉਹ ਤੁਸੀਂ ਦੇਖ ਲਓ ਵੀ ਦੁਨੀਆ ਦਾ ਕੋਈ ਮੁਲਕ ਨਹੀਂ ਹੈ ਜਿੱਥੇ ਨਾ ਬੈਠਾ ਹੋਵੇ। ਜੇ ਇਹਦੇ ਵਿੱਚ ਯੂਨੀਫਾਰਮਿਟੀ ਹੋਊਗੀ ਤਾਂ ਉਹ ਸਾਰਿਆਂ ਨੂੰ ਮਨਾਉਣਾ ਜਿਹੜਾ ਉਹ ਸੌਖਾ। ਕਈ ਏਰੀਆਜ਼ ਇਹੋ ਜਿਹੇ ਵੀ ਹੋ ਸਕਦੇ ਜਿੱਥੇ ਨਹੀਂ ਜੰਤਰੀਆਂ ਬੋਲਦੇ, ਨਾਲ ਕਿਉਂ ਜੰਤਰੀਆਂ ਦੇ ਉੱਤੇ ਡਿਪੈਂਡ ਕੀਤਾ ਜਾਵੇ, ਆਪਣਾ ਕੈਲੰਡਰ ਚਾਹੀਦਾ। ਚਲੋ ਖੈਰ ਪੁਰੇਵਾਲ ਸਾਹਿਬ ਨੇ ਇਹ ਵੈਸੇ ਡਾਕਟਰ ਸਾਹਿਬ ਪੁਰੇਵਾਲ ਸਾਹਿਬ ਨੇ ਆਪਣੇ ਤੌਰ ਤੇ ਐਫਰਟ ਸ਼ੁਰੂ ਕੀਤੀ ਸੀ ਜਾਂ ਇਹ ਜਿਹੜੀ ਘਾਟ ਤੁਸੀਂ ਗਣਾਈਆਂ ਨੇ ਕਿ ਸਿੱਖ ਧਰਮ ਨੂੰ ਇਸ ਤਰ੍ਹਾਂ ਲੋੜੀਂਦਾ ਸੀ, ਇਹਦੇ ਲਈ ਕਦੀ ਕੋਈ ਪੈਨਲ ਬਣਦੇ ਸੀ ਜਾਂ ਵਿਦਵਾਨ ਇਹ ਸਲਾਹ ਦਿੰਦੇ ਸੀ ਕਿ ਸਿੱਖਾਂ ਦਾ ਆਪਣਾ ਕੈਲੰਡਰ ਹੋਵੇ, ਜਾਂ ਧਾਰਮਿਕ ਤੌਰ ਤੇ ਕੋਈ ਅਕਾਲ ਤਖਤ ਦੀ ਇਹ ਖਾਸ ਸੀ ਕਿ ਆਪਣਾ? ਮੈਨੂੰ ਨਹੀਂ ਪਤਾ ਵੀ ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਜਾਂ ਕਿਵੇਂ ਸੀ, ਉਹ ਹਿਸਟਰੀ ਮੈਨੂੰ ਜ਼ਿਆਦਾ ਨਹੀਂ ਪਤਾ। ਮੈਨੂੰ ਇੰਨਾ ਪਤਾ ਵੀ ਉਹਨਾਂ ਨੇ ਬਹੁਤ ਸਾਰੇ ਸਾਲ ਲਾ ਕੇ ਵੱਖ-ਵੱਖ ਦੁਨੀਆ ਦੇ ਸਾਰੇ ਕੈਲੰਡਰ, ਜਿਵੇਂ ਗ੍ਰੈਗੋਰੀਅਨ ਹੈ ਜਾਂ ਜੂਲੀਅਨ ਕੈਲੰਡਰ ਹੈ, ਸਾਰੇ ਹਿਜਰੀ ਵਗੈਰਾ ਸਟੱਡੀ ਕੀਤੀ। ਸਟੱਡੀ ਕਰਨ ਤੋਂ ਬਾਅਦ ਉਹਨਾਂ ਨੇ ਦਿਨਾਂ ਦੀ ਲੰਬਾਈ ਨੂੰ ਲੈ ਕੇ, ਹੈ ਨਾ, ਵੀ ਸੂਰਜ ਦੇ ਦੁਆਲੇ ਧਰਤੀ ਘੁੰਮਦੀ, ਉਹਦੇ ਹਿਸਾਬ ਨਾਲ ਦਿਨਾਂ ਦੀ ਲੰਬਾਈ ਕੀ ਹੁੰਦੀ, ਉਹ ਸਾਰਾ ਕਰਕੇ ਉਹਨਾਂ ਨੇ ਕੈਲੰਡਰ ਤਿਆਰ ਕੀਤਾ, ਡੇਟਾ ਉਹਨਾਂ ਨੇ ਫਿਕਸ ਕਰ ਲਿਆ। ਅਤੇ ਉਸ ਤੋਂ ਬਾਅਦ ਉਹਨਾਂ ਦੀ ਡਿਸਕਸ਼ਨ ਹੋਈ ਹੋਣੀ ਹੈ, ਕਿਉਂਕਿ ਉਸ ਤੋਂ ਪਹਿਲਾਂ ਮੈਂ ਨਾਲ ਨਹੀਂ ਸੀ ਜੁੜੀ ਹੋਈ ਇਹ। ਅਤੇ ਇਹ 1999 ਵਿੱਚ ਬੀਬੀ ਜਗੀਰ ਕੌਰ ਜਦੋਂ ਟੌਹੜਾ ਸਾਹਿਬ ਤੋਂ ਬਾਅਦ ਬਣੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ, ਉਹਨਾਂ ਨੇ ਇਹ ਲਾਗੂ ਕਰ ਦਿੱਤਾ ਸੀ। ਬੜਾ ਬੋਲਡ ਸਟੈਪ ਮੰਨਿਆ ਗਿਆ ਸੀ। ਉਦੋਂ ਬੀਬੀ ਜਗੀਰ ਕੌਰ ਦੀ ਬੜੀ ਸਿਫਤ ਵੀ ਹੋਈ ਸੀ ਕਈ ਕੁਝ ਚੀਜ਼ਾਂ ਦੇ ਬਾਵਜੂਦ। ਪਰ ਉਦੋਂ ਗਿਆਨੀ ਪੂਰਨ ਸਿੰਘ ਸੀਗੇ, ਹਾਂਜੀ, ਉਹ ਮੇਰੇ ਖਿਆਲ ਹੈ ਹੈੱਡ ਗ੍ਰੰਥੀ ਸੀਗੇ ਉਦੋਂ, ਜੇ ਮੈਂ ਭੁੱਲਦੀ ਨਾ ਹੋਵਾਂ। ਆਪਣਾ ਉਹ ਹੈੱਡ ਗ੍ਰੰਥੀ ਸੀ, ਟਕਸਾਲ ਦੇ ਪੜ੍ਹੇ ਹੋਏ ਸੀ ਮੇਰੇ ਖਿਆਲ, ਟਕਸਾਲ ਦੇ ਪੜ੍ਹੇ ਹੋਏ ਸੀ। ਉਹਨਾਂ ਨੇ ਰੌਲਾ ਪਾ ਲਿਆ ਵੀ ਅਸੀਂ ਇਹ ਕੈਲੰਡਰ ਨਹੀਂ ਲਾਗੂ ਕਰਨ ਦੇਣਾ, ਮਤਲਬ ਬੋਲੇ ਵੀ ਉਹ ਕਈ ਕੁਛ, ਕਾਫੀ ਜ਼ਿਆਦਾ ਰੌਲਾ ਪਾਇਆ। ਉਸ ਤੋਂ ਬਾਅਦ ਇਹ ਸ਼੍ਰੋਮਣੀ ਕਮੇਟੀ ਨੇ ਇਹਨੂੰ ਉਹ ਰੌਲੇ ਗੋਲੇ ਕਰਕੇ ਵਿਦਡਰਾ ਕਰ ਲਿਆ ਇੱਕ ਵਾਰੀ। ਵਿਦਡਰਾ ਕਰਕੇ ਨਹੀਂ, ਸ਼ੁਰੂਆਤੀ ਦੌਰ 'ਚ ਜਦੋਂ ਲਾਗੂ ਕੀਤਾ ਉਦੋਂ ਹੀ ਜਿਹੜੇ ਉਹ ਪੂਰਨ ਸਿੰਘ ਸੀਗੇ, ਜਿਹੜੇ ਬਾਅਦ 'ਚ ਅਕਾਲ ਤਖਤ ਦੇ ਜਥੇਦਾਰ ਵੀ ਬਣੇ ਨੇ, ਉਹਨਾਂ ਨੇ ਉਦੋਂ ਹੀ ਇਤਰਾਜ਼ ਰੌਲਾ ਪਾ ਲਿਆ ਸੀ। ਉਹ ਰੌਲਾ ਪਾ ਲਿਆ ਸੀਗਾ ਤੇ ਵਿਡਰਾ ਵੀ ਉਦੋਂ ਮੌਕੇ ਤੇ ਕਰ ਲਿਆ ਸੀ ਜਾਂ ਕੁਝ ਸਾਲਾਂ ਬਾਅਦ ਹੋਇਆ ਸੀਗਾ ਜੀ? ਨਹੀਂ, ਕਿਤੇ ਛੇਤੀ ਹੋਈ, ਮਤਲਬ ਸਾਲ ਤਾਂ ਮੈਨੂੰ ਪਤਾ ਨਹੀਂ, ਪਰ ਛੇਤੀ ਵਿਦਡਰਾ ਕਰ ਲਿਆ ਸੀ। ਅੱਛਾ ਜੀ। ਹਾਂ, ਕੁਝ ਸਮੇਂ ਦੇ ਵਿੱਚ ਹੀ ਵਿਦਡਰਾ ਕਰ ਲਿਆ ਸੀ ਇਹਨੂੰ। ਵਿਦਡਰਾ ਕਰਨ ਦੇ ਨਾਲ ਫਿਰ ਜਦੋਂ ਬੀਬੀ ਜਗੀਰ ਕੌਰ ਤੋਂ ਬਾਅਦ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਬਣਾਇਆ ਗਿਆ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉੱਧਰੋਂ ਅਕਾਲ ਤਖਤ ਦੇ ਜਥੇਦਾਰ ਸੀਗੇ ਜੋਗਿੰਦਰ ਸਿੰਘ ਬੇਦਾਂਤੀ ਜੀ। ਅਤੇ ਇਹਨਾਂ ਨੇ ਫਿਰ ਦੁਬਾਰਾ ਸੋਚਿਆ ਕਿ ਅਸੀਂ ਹੁਣ ਇਹਦੇ 'ਤੇ ਇੱਕ ਕਮੇਟੀ ਬਣਾ ਕੇ ਇਹ ਪੂਰੀ ਡਿਸਕਸ਼ਨ ਕਰਕੇ, ਇਹਦੇ 'ਤੇ ਵਿਚਾਰ ਚਰਚਾ ਕਰਕੇ, ਇਹਨੂੰ ਸਮਝ ਕੇ ਅਸੀਂ ਫਿਰ ਲਾਗੂ ਕਰੀਏ ਰਾਏ ਦੇ ਨਾਲ, ਸਾਰਿਆਂ ਦੇ ਨਾਲ। ਅਤੇ ਉਹਨਾਂ ਨੇ ਜਿਹੜੀ ਕਮੇਟੀ ਬਣਾਈ 11 ਮੈਂਬਰੀ, ਉਹਦੇ ਵਿੱਚ ਸਾਡੀ ਯੂਨੀਵਰਸਿਟੀ 'ਚੋਂ ਕਹਿ ਲਓ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਚੇਅਰ ਨੂੰ ਹੈਡ ਕਰਦੇ ਸੀ ਤੁਸੀਂ? ਹਾਂਜੀ, ਚੇਅਰਪਰਸਨ ਸੀਗੀ ਅਤੇ ਮੈਂ ਉਸ ਕਮੇਟੀ ਦੇ ਵਿੱਚ ਸ਼ਾਮਲ ਸੀ। ਚੰਡੀਗੜ੍ਹ ਤੋਂ ਡਾਕਟਰ ਦਰਸ਼ਨ ਸਿੰਘ ਸਵਰਗਵਾਸ ਹੋ ਗਏ, ਹੁਣ ਗੁਰੂ ਨਾਨਕ ਚੇਅਰ ਦੇ ਚੇਅਰਪਰਸਨ ਸੀਗੇ। ਅਤੇ ਹਿਸਟੋਰੀਅਨ ਡਾਕਟਰ ਕਿਰਪਾਲ ਸਿੰਘ, ਅੱਛਾ ਜੀ, ਤੁਸੀਂ ਨਾਂ ਸੁਣਿਆ ਹੋਣਾ ਜੀ? ਬਿਲਕੁਲ, ਹਾਂ। SGPC ਨਾਲ ਪਿੱਛੋਂ ਵੀ ਜੁੜੇ ਰਹੇ ਨੇ, ਇੱਥੇ ਚੰਡੀਗੜ੍ਹ ਦੇ ਵਿੱਚ ਹੀ ਕੰਮ ਕਰ ਰਹੇ ਸੀਗੇ ਹਿਸਟਰੀ ਦਾ। ਅਤੇ ਇਸੇ ਤਰ੍ਹਾਂ ਉਦੋਂ ਡਾਕਟਰ ਜੋਤ ਸਿੰਘ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਭਵਨ 'ਚੋਂ ਰਿਟਾਇਰ ਹੋਏ ਨੇ, ਉਹ ਵੀ ਥੋੜ੍ਹੇ ਦਿਨ ਹੋਏ ਉਹਨਾਂ ਨੇ ਅਕਾਲ ਚਲਾਣਾ ਕਰਕੇ, ਉਹ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸੀਗੇ। ਉੱਥੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰ ਜੋਤ ਸਿੰਘ ਅਤੇ ਡਾਕਟਰ ਜੋਤ ਸਿੰਘ ਵੀ ਹੁਣ ਰਿਲੀਜਨ ਦੇ ਹੈਗੇ ਨੇ ਪ੍ਰੋਫੈਸਰ ਉਹ। ਅਤੇ ਉੱਧਰੋਂ ਡਾਕਟਰ ਬਲਵੰਤ ਸਿੰਘ ਢਿੱਲੋਂ
ਅੱਛਾ ਉਹ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹਿਸਟਰੀ ਦੇ ਨੇ ਉਹ। ਇਸ ਤਰ੍ਹਾਂ ਆਪਣੇ SGPC ਦੀ ਬੀਬੀ ਆਪਣਾ ਕਿਰਨਜੋਤ ਕੌਰ, ਬੀਬੀ ਰਜਿੰਦਰ ਕੌਰ ਦੀ ਬੇਟੀ, ਹਾਂ ਬੇਟੀ, ਉਹ ਸੀਗੇ ਜਾਨੀ ਲੇਡੀਜ਼। ਅਸੀਂ ਉਹ ਵੀ ਕਾਫੀ ਰੈਵੋਲੂਸ਼ਨਰੀ ਵਿਚਾਰਾਂ ਦੇ ਕਰਕੇ ਮੰਨੇ ਜਾਣੇ ਜਾਂਦੇ ਆ। ਉਹ ਕੈਮਿਸਟਰੀ ਦੀ ਐਮਐਸਸੀ ਕੀਤੀ ਹੋਈ ਆ, ਕੁੜੀ ਪੜ੍ਹੀ ਲਿਖੀ ਹੈ। ਹਾਂਜੀ ਹਾਂਜੀ, ਬਹੁਤ ਸਮਝ ਰੱਖਦੀ ਆ। ਕਦੀ ਕਦੀ ਜਦੋਂ ਉਹਨਾਂ ਦੇ ਬਿਆਨ ਆਉਂਦੇ ਤੇ ਵਾਕਿਆ ਉਹ ਗੌਰ ਕਰਨ ਵਾਲੀਆਂ ਗੱਲਾਂ ਉਹ ਕਰਦੇ ਜ਼ਰੂਰ ਨੇ, ਵਧੀਆ ਗੱਲਾਂ ਕਰਦੇ ਉਹ ਨਾਲੇ ਕਿਸੇ ਤੋਂ ਝਿਪਦੇ ਵੀ ਨਹੀਂ ਹੈ। ਤੁਸੀਂ ਆ ਪਿੱਛੇ ਜੇ ਸੁਣੀ ਹੋਣੀ ਹੈ ਇੰਟਰਵਿਊ, ਉਹਨੂੰ ਕਿਵੇਂ ਪੈ ਗਏ ਸੀਗੇ ਆਪਣੇ ਨੂੰ, ਚਾਵਲੇ ਨੂੰ, ਹਾਂਜੀ, ਬੋਲਣ ਨਹੀਂ ਸੀ ਦੇ ਰਿਹਾ, ਕਹਿੰਦੇ ਸੀ ਚੁੱਪ ਕਰਕੇ ਬੈਠ ਜਾ। ਉਹ ਬੀਬੀ ਜਾਨ ਵਾਲੀ ਹੈ, ਦਲੇਰ ਹੈ, ਫਿਰ ਵੀ ਚਲੋ ਸਪਿਰਿਟ ਹੈ ਉਹਨਾਂ ਦੇ ਵਿੱਚ। ਮਾਸਟਰ ਤਾਰਾ ਸਿੰਘ ਦੀ ਦੋਹਤੀ ਆ, ਤਾਰਾ ਸਿੰਘ ਦੀ ਦੋਹਤੀ, ਉਹ ਸਿੱਖੀ ਸਪਿਰਿਟ ਉਹਨਾਂ ਵਿੱਚ ਹੈਗੀ ਹੈ। ਖੈਰ ਇਹ ਮਤਲਬ ਇਹ 11 ਮੈਂਬਰੀ ਕਮੇਟੀ ਬਣਾਤੀ ਤੇ ਪੁਰੇਵਾਲ ਸਾਹਿਬ ਨੂੰ ਸ਼ਾਮਿਲ ਕੀਤਾ ਗਿਆ ਕਮੇਟੀ ਦੇ ਵਿੱਚ। ਨਾ ਕਹਿ ਲਓ ਤੁਸੀਂ ਵੀ ਉਹ ਆਪਣਾ ਸਾਰਾ ਪੱਖ ਹੈ ਜਿਹੜਾ ਪੱਖ ਰੱਖਣ ਲਈ ਉਹਨਾਂ ਨੂੰ ਰੱਖਿਆ, ਜਿੱਥੇ ਕੋਈ ਡਿਫਿਕਲਟੀ ਆਊਗੀ ਉਹਨੂੰ ਉਹ ਮਤਲਬ ਉਹਦਾ ਉੱਤਰ ਦੇਣਗੇ। ਕੋਈ ਸਮੱਸਿਆ ਆਉਂਦੀ ਹੈ, ਕੋਈ ਪ੍ਰਸ਼ਨ ਕਰਦਾ, ਸੋ ਇਹ ਕਮੇਟੀ ਬਣ ਗਈ। ਕਮੇਟੀ ਬਣੀ ਤੇ ਡਾਕਟਰ ਸਾਹਿਬ ਮੈਂ ਇੱਕ ਚੀਜ਼ ਇੱਥੇ ਸਮਝਣੀ ਚਾਹੁੰਦਾ ਤੁਹਾਡੇ ਕੋਲ, ਠੀਕ ਹੈ, ਕਮੇਟੀ 11 ਮੈਂਬਰੀ ਬਣੀ, ਜਿਹੜੇ ਰਿਲੀਜਨ ਨੂੰ ਸਮਝਣ ਵਾਲੇ ਲੋਕ ਸੀ ਉਹਨਾਂ ਨੂੰ ਵਿੱਚ ਸ਼ਾਮਿਲ ਕਰ ਲਿਆ, ਵਿਦਵਾਨਾਂ ਨੂੰ ਸ਼ਾਮਿਲ ਕਰ ਲਿਆ, ਮੇਰੇ ਕਹਿਣ ਦਾ ਭਾਵ ਹੈ। ਤੇ ਜਿਹੜੀਆਂ ਟੈਕਨੀਕਲ ਜਿਹੜੀਆਂ ਉਹਦੀਆਂ ਕੈਲਕੂਲੇਸ਼ਨਸ ਹੁੰਦੀਆਂ ਨੇ ਮੈਥਮੈਟਿਕਸ ਦੀਆਂ ਜਾਂ ਕੁਝ ਇਸ ਤਰ੍ਹਾਂ ਦੀਆਂ, ਜਾਂ ਫਿਜ਼ਿਕਸ ਨਾਲ ਰਿਲੇਟਡ ਕੁਝ ਹੋਏਗਾ, ਕਿਉਂਕਿ ਤਾਰਾ ਵਿਗਿਆਨ ਉਹਦੇ ਲਈ ਕੋਈ ਵਿਸ਼ੇਸ਼ ਵਿਅਕਤੀ ਦੀ ਵੀ ਸੇਵਾ ਲਈ ਗਈ, ਜਾਂ ਸਿਰਫ ਧਾਰਮਿਕ ਮੁੱਦੇ ਨੂੰ ਸਮਝ ਕੇ ਹੀ ਗੱਲ? ਧਾਰਮਿਕ ਮੁੱਦੇ ਨੂੰ ਨਹੀਂ, ਉਹ ਹੋਰ ਵੀ ਵਿੱਚ ਸ਼ਾਮਲ ਸੀਗੇ, ਟੈਕਨੀਕਲ ਬੰਦੇ ਵੀ ਸੀ ਵਿੱਚ। ਅੱਛਾ ਜੀ। ਤੇ ਇਹ ਫਿਰ ਕਮੇਟੀ ਬਣ ਗਈ। ਕਮੇਟੀ ਬਣੀ ਤੋਂ ਸਾਡੀਆਂ ਬਹੁਤ ਸਾਰੀਆਂ ਮੀਟਿੰਗਸ ਹੋਈਆਂ, ਕਾਫੀ ਮੀਟਿੰਗਸ ਹੋਈਆਂ। ਤੇ ਫਿਰ ਮੀਟਿੰਗ ਵੀ ਇਹ ਓਪਨ ਹੁੰਦੀ ਸੀ, ਇਹ ਨਹੀਂ ਹੈ ਵੀ ਇਹ 11 ਮੈਂਬਰੀ ਕਮੇਟੀ ਜਿਹੜੀ ਇਹੀ ਡਿਸਕਸ ਕਰਦੀ ਸੀ। ਖੁੱਲਾ ਸੱਦਾ ਸੀਗਾ ਵੀ ਕੋਈ ਮਤਲਬ ਸ਼ਾਮਲ ਹੋ ਸਕਦੇ। ਜਿਵੇਂ ਸੁਰਜੀਤ ਸਿੰਘ ਨਿਸ਼ਾਨ, ਮੇਰੇ ਖਿਆਲ ਮਿਲਟਰੀ ਚੋਂ ਕਰਨਲ ਨੇ, ਸ਼ਾਇਦ ਉਹ ਰਿਟਾਇਰ ਹੋਏ, ਉਹ ਵੀ ਐਵਰੀਡੇ ਆਏ ਹੁੰਦੇ ਸੀ, ਹੋਰ ਵੀ ਬੰਦੇ ਆਏ ਹੁੰਦੇ ਸੀ। ਇਹ ਸਾਰੀਆਂ ਮੀਟਿੰਗ ਜਿਹੜੀਆਂ ਅੰਮ੍ਰਿਤਸਰ ਸਾਹਿਬ ਹੋਈਆਂ ਦੇ ਵਿੱਚ ਹੁੰਦੀਆਂ ਸੀ, ਅੰਮ੍ਰਿਤਸਰ ਦਰਬਾਰ ਸਾਹਿਬ। ਅੱਛਾ ਜੀ, ਅੱਛਾ। ਤੇ ਮਤਲਬ ਨਹੀਂ ਕੰਟੀਨਿਊਸ ਜਾਂ ਕੋਈ ਡੇਟਾ ਫਿਕਸ ਕਰਕੇ ਥੋੜੇ ਵਕਵੇ ਬਾਅਦ ਕਰਦੇ ਰਹੇ? ਇਸ ਕਰਕੇ ਇੱਕ ਅੱਧੇ ਦਿਨ ਦਾ ਵਿੱਚ ਜਿਵੇਂ ਗੈਪ ਆ ਗਿਆ ਹੈ। ਅੱਛਾ ਜੀ। ਇਸ ਤਰ੍ਹਾਂ ਇਹ ਕਾਫੀ ਮੀਟਿੰਗਸ ਹੋਈਆਂ ਸੀ। ਸਰਦੀਆਂ ਦਾ ਮਹੀਨਾ ਸੀ, ਜਨਵਰੀ ਦਾ। ਸਵੇਰੇ ਤੜਕੇ ਅਸੀਂ ਤੁਹਾਨੂੰ ਜਿਵੇਂ ਮੈਂ ਅੱਗੇ ਵੀ ਦੱਸਿਆ ਸੀ, ਚੰਡੀਗੜ੍ਹ ਵਾਲੇ ਕਹਿੰਦੇ ਵੀ ਅਸੀਂ ਤਾਂ ਸਿੱਧੇ ਜਾਵਾਂਗੇ, ਵੀ ਸਾਨੂੰ ਬਾਅਦ 'ਚ ਪਿਕਅਪ ਕਰਨਾ, ਪਹਿਲਾਂ ਮੈਨੂੰ ਪਿਕਅਪ ਕਰਦੇ। ਉਹ ਗੁਰਦੁਆਰਾ ਸਾਹਿਬ ਦੀ ਗੱਡੀ ਹੁੰਦੀ ਸੀ। ਤੇ ਫਿਰ ਅਸੀਂ ਤੜਕੇ ਚੰਡੀਗੜ੍ਹ ਪਹੁੰਚਣਾ, ਉੱਥੋਂ ਲੈ ਕੇ ਫਿਰ 11 ਵਜੇ ਆਲਮੋਸਟ ਮੀਟਿੰਗ ਸਟਾਰਟ ਹੁੰਦੀ ਹੁੰਦੀ। ਉਦੋਂ ਦਰਬਾਰ ਸਾਹਿਬ ਜਾਣਾ ਹੈ ਨਾ, ਠੰਡ ਦੇ ਵਿੱਚ, ਧੁੰਦ ਦੇ ਬਹੁਤ ਦਿਨ ਹੁੰਦੇ ਸੀਗੇ। ਕਈ ਵਾਰੀ ਐਂ ਹੁੰਦਾ ਸੀ ਵੀ ਜਲੰਧਰ ਤੋਂ ਅੰਮ੍ਰਿਤਸਰ ਤੱਕ ਪਹੁੰਚਣਾ ਸਾਨੂੰ ਔਖਾ ਹੋ ਜਾਂਦਾ ਸੀਗਾ ਜੀ। ਉਦੋਂ ਸਿੰਗਲ ਰੋਡ ਵੀ ਸਿੰਗਲ ਹੁੰਦੀ ਸੀ ਉਹਨਾਂ ਦੇ ਰਾਤ ਨੂੰ, ਜਦੋਂ ਸਿੰਗਲ ਰੋਡ ਹੁੰਦੀ ਸੀ ਤੇ ਐਕਸੀਡੈਂਟ ਦਾ ਡਰ ਰਹਿੰਦਾ। ਰਾਤ ਨੂੰ ਜਦੋਂ ਵਾਪਸ ਆਉਣਾ, ਫਿਰ ਉਹਨਾਂ ਨੂੰ ਪਹਿਲਾਂ ਚੰਡੀਗੜ੍ਹ ਉਤਾਰਨਾ ਤੇ ਫਿਰ ਮੈਨੂੰ ਡ੍ਰੌਪ ਕਰਨਾ। ਚਲੋ ਡਾਕਟਰ ਜੋਧ ਸਿੰਘ ਤੇ ਆਪਣੇ ਹੋਰ ਜਿਹੜੇ ਬੰਦੇ ਸੀ ਉਹ ਮੋਸਟਲੀ ਅੰਮ੍ਰਿਤਸਰ ਨੂੰ ਜਾਂ ਅੰਮ੍ਰਿਤਸਰ ਦੇ। ਵੈਸੇ ਤੇ ਡਾਕਟਰ ਸਾਹਿਬ ਵੇਖਿਆ ਜਾਵੇ ਤੇ ਐਡਾ ਵੱਡਾ ਸਿੱਖ ਪੰਥ ਦਾ ਮਸਲਾ ਸੀਗਾ ਤੇ ਉਹਦੇ ਲਈ ਉਹ ਟੈਕਸੀ ਵਗੈਰਾ ਪ੍ਰੋਵਾਈਡ ਕਰਨੀ ਸ਼੍ਰੋਮਣੀ ਕਮੇਟੀ ਦੀ ਕੋਈ ਵੱਡੀ ਗੱਲ ਨਹੀਂ ਕਿ ਕੱਲੇ ਵਿਦਵਾਨ ਨੂੰ ਵੀ ਉਹ ਗੱਡੀਆਂ ਭੇਜ ਸਕਦੇ ਸੀ। ਪਰ ਮਤਲਬ ਕਈ ਵਾਰ ਆਪਣੇ ਹੋਰ ਕਿਸਮ ਦੇ ਕੰਮਾਂ ਤੇ ਪੈਸੇ ਖਰਚ, ਹਾਂਜੀ, ਉਹ ਕਈ ਵਾਰ ਇਹਨਾਂ ਕੰਮਾਂ ਨੂੰ ਨਾ ਇੰਨੀ ਅਹਿਮੀਅਤ ਸ਼ਾਇਦ ਨਹੀਂ ਦਿੰਦੇ ਕਿ ਇੱਕ ਬਹੁਤ ਵੱਡਾ ਮਸਲਾ ਹੈ ਜਿਹਨੂੰ ਇਹ ਸੁਲਝਾਉਣ ਲਈ ਵਿਦਵਾਨ ਲੋਕ ਆ ਰਹੇ ਆ ਤੇ ਇਹ ਤੇ ਉਹਨਾਂ ਨੂੰ ਫਜ਼ੂਲ ਖਰਚੀ ਲੱਗਦੀ ਆ। ਪਰ ਦੂਜੇ ਪਾਸੇ ਜਦੋਂ ਇਹ ਨਾਲੇ ਵਿਦਵਾਨਾਂ ਨੇ ਕਿਹੜਾ ਕੁਝ ਲੈਣਾ, ਦੇਖੋ ਫ੍ਰੀ ਚ ਉਹਨਾਂ ਨੇ ਆਪਣੀ ਗੱਡੀ 'ਚ ਲੈ ਜਾਣਾ। ਕੋਈ ਉਹਨਾਂ ਤੋਂ ਕੋਈ ਵੈਸੇ ਨਹੀਂ ਚੰਗਾ ਲੱਗਦਾ ਬੰਦਾ ਵੀ ਭੱਤਾ ਮੰਗੂ, ਨਾਲੇ ਲੋਕਾਂ ਦੀ ਸ਼ਰਧਾ ਵੀ ਪ੍ਰਸ਼ਾਦੇ ਛਕਣੇ ਆ। ਹਾਂਜੀ, ਤੇ ਕੋਈ ਵੱਡੀ ਗੱਲ ਨਹੀਂ ਸੀ ਵੀ ਅਲੱਗ-ਅਲੱਗ ਵੀ ਲਿਜਾਇਆ ਜਾ ਸਕਦਾ। ਚਲੋ ਐ ਨਹੀਂ ਹੋ, ਆਪਾਂ ਤਾਂ ਕਦੀ ਮੱਥੇ ਵੱਟ ਪਾਇਆ ਨਹੀਂ ਸੀ ਵੀ ਠੀਕ ਹੈ ਜੇ ਇਸ ਤਰ੍ਹਾਂ ਚੱਲਦਾ ਹੈ ਨਾ। ਮੈਂ ਵੈਸੇ ਵੀ ਡਾਕਟਰ ਦਰਸ਼ਨ ਸਿੰਘ ਤੇ ਕਿਰਪਾਲ ਸਿੰਘ ਹੋਣੀ ਮੇਰੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਤੇ ਮੈਨੂੰ ਇਹ ਲੱਗਦਾ ਵੀ ਮੈਂ ਉਹਨੂੰ ਕਹਾਂ ਵੀ ਨਹੀਂ ਮੈਨੂੰ ਕਿਉਂ ਪਹਿਲਾਂ ਪਿਕਅਪ ਕਰ ਦਿਓ। ਹਾਲਾਂਕਿ ਮੈਂ ਬੱਚਿਆਂ ਵਾਲੀ ਆਪਣਾ ਤਿਆਰੀ ਵੀ ਕਰਕੇ ਜਾਣੀ, ਬੱਚੇ ਸਕੂਲ ਜਾਂਦੇ, ਗੁਰਨੀਤ ਉਦੋਂ ਸਕੂਲ ਪੜ੍ਹਦਾ ਸੀ ਹੈ ਨਾ। ਹਾਂਜੀ। ਚਲੋ ਖੈਰ, ਇਹ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਜੀ, ਬਿਲਕੁਲ ਭਰਪੂਰ ਡਿਸਕਸ਼ਨ ਹੁੰਦੀ ਰਹੀ ਹੈ। ਜਿਸ ਦਿਨ ਇਹਨੂੰ ਅਪਰੂਵ ਕਰਾਉਣਾ ਸੀ, ਆਖਰੀ ਮੀਟਿੰਗ ਕੀਤੀ, ਉਸ ਦਿਨ ਵੀ ਉਹਨਾਂ ਨੇ ਪਹਿਲਾਂ ਵੀ ਖੁੱਲ੍ਹਾ ਸੱਦਾ ਸੀ ਵੀ ਵੱਖ-ਵੱਖ ਡੇਰੇ ਨੇ, ਜਿਵੇਂ ਸੰਨਿਆਸੀਆਂ ਦੇ ਡੇਰੇ ਨੇ ਜਾਂ ਨਿਰਮਲਿਆਂ ਦੇ ਡੇਰੇ ਨੇ ਜਾਂ ਨਿਹੰਗ ਸਿੰਘਾਂ ਦੇ ਡੇਰੇ ਨੇ ਜਾਂ ਟਕਸਾਲਾਂ ਨੇ, ਵੀ ਆਪਣੇ ਮਤਲਬ ਤੁਸੀਂ ਰਿਪਰੈਜ਼ੈਂਟੇਟਿਵ ਭੇਜੋ। ਜਿਵੇਂ ਹੁਣ ਆਪਣਾ ਸੰਤ ਕਸ਼ਮੀਰਾ ਸਿੰਘ ਆਉਂਦੇ ਰਹੇ ਨੇ, ਦਮਦਮੀ ਟਕਸਾਲ ਵਾਲੇ ਵੀ ਆਉਂਦੇ ਰਹੇ ਨੇ, ਸੰਨਿਆਸੀ ਡੇਰਿਆਂ ਤੋਂ ਵੀ ਆਉਂਦੇ ਰਹੇ ਨੇ, ਨਿਰਮਲ ਪੰਥੀਆਂ 'ਚੋਂ ਵੀ ਆਉਂਦੇ ਰਹੇ ਨੇ। ਵੀ ਆਖਰੀ ਦਿਨ ਦੇ ਉੱਤੇ ਬਹੁਤ ਵੱਡਾ ਇਕੱਠ ਸੀਗਾ ਜਿਸ ਦਿਨ ਅਪਰੂਵ ਕਰਨਾ ਸੀਗਾ। ਸਾਰੀ ਡਿਸਕਸ਼ਨ ਹੋਈ ਤੇ ਸਾਰਿਆਂ ਨੂੰ ਪੁੱਛਿਆ ਵੀ ਹੁਣ ਤੁਹਾਡੀ ਕੀ ਰਾਏ ਹੈ। ਸਾਰੀ ਸੰਗਤ ਨੇ ਜੈਕਾਰੇ ਬੁਲਾ ਕੇ
ਜਿਵੇਂ ਹੁਣ ਨਿਸ਼ਾਨ ਹੋਣੀ ਬਹੁਤ, ਉਹ ਕੋਈ ਸੁਝਾਅ ਤਾਂ ਦਿੰਦੇ ਨਹੀਂ ਸੀ ਵੀ ਇਹਨੂੰ ਇਦਾਂ ਕਰ ਲਓ, ਹੈ ਨਾ। ਤੇ ਪਰ ਉਹ ਰੋਜ਼ ਉਹ ਸੇਮ ਕੁਐਸਚਨ ਪੁੱਛਣਾ ਤੇ ਪੁਰੇਵਾਲ ਨੇ ਆਪਣਾ ਮਤਲਬ ਦੇਣਾ, ਉੱਤਰ ਦਿੰਦੇ ਰਹੇ ਆ ਸਾਰੇ, ਤੇ ਉਹ ਅਪਰੂਵ ਕਰ ਦਿੱਤਾ। ਨਹੀਂ ਟੈਕਨੀਕਲ ਟਾਈਪ ਕੁਐਸਚਨ ਪੁੱਛਦੇ ਸੀ ਨਿਸ਼ਾਨ ਸਿੰਘ, ਜਾਂ ਕਿਹੋ ਜਿਹੇ ਇਤਰਾਜ਼ ਉਦੋਂ ਉਠਾਏ ਗਏ ਜਿੱਦਾਂ ਜਿਹੜੀਆਂ ਮਤਲਬ ਇਦਾਂ ਵੀ ਨਹੀਂ 5 ਜਨਵਰੀ ਨਹੀਂ 1 ਜਨਵਰੀ ਰੱਖੋ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ, ਹੈ ਨਾ। ਉੱਦਾਂ ਤਾਂ ਹੁਣ ਜਦੋਂ ਅਸੀਂ ਉਹ ਪੋਸੂਦੀ ਦੇ ਹਿਸਾਬ ਨਾਲ ਕਰਦੇ ਹਾਂ ਆਪਣਾ, ਤੇ ਕਈ ਵਾਰੀ ਉਹ ਸਾਲ 'ਚ 2 ਵਾਰੀ ਆ ਜਾਂਦਾ। ਹਾਂ, ਇਹ ਗੜਬੜ ਬੜੀ ਹੋਈ ਦਸੰਬਰ 'ਚ। ਦਸੰਬਰ 'ਚ ਉਹ ਕਿੰਨੀ ਫਨੀ ਗੱਲ ਲੱਗਦੀ ਹੈ ਵੀ ਇੱਕ ਬੰਦੇ ਦਾ ਜਨਮ। ਡਾਕਟਰ ਸਾਹਿਬ ਇਹ ਚੀਜ਼ ਜਿਹੜੀ ਆ, ਇਹ ਮੈਂ ਕਈ ਵਾਰ ਨੋਟ ਕਰਦਾ, ਆਪਾਂ ਹਿਜਰੀ ਦੀ ਗੱਲ ਕੀਤੀ ਆ, ਇਸਲਾਮੀ ਕੈਲੰਡਰ ਦੀ, ਉਹਦੇ ਵਿੱਚ ਵੀ ਈਦ ਨੂੰ ਲੈ ਕੇ ਮੈਂ ਦੇਖਦਾ ਰਹਿੰਦਾ ਆ ਕਿ ਉਹਨਾਂ ਦਾ ਹੁੰਦਾ ਰਹਿੰਦਾ, ਉਹਨਾਂ ਨੂੰ ਵੀ ਬੜੀ ਮੁਸ਼ਕਲ ਹੁੰਦੀ ਰਹਿੰਦੀ ਆ ਕਿ ਚੰਦਰਮਾ ਦਿਖਿਆ ਨਹੀਂ ਜੀ, ਇੱਥੇ ਦੇਖ ਗਿਆ ਉੱਥੇ ਦੇਖ ਗਿਆ, ਕਦੇ ਈਦ ਅੱਗੇ ਆ ਗਈ ਪਿੱਛੇ ਆ ਗਈ। ਦੇਖੋ ਇਹ ਪਹਿਲੀ ਗੱਲ ਤਾਂ ਇਹ, ਇੱਕ ਤਾਂ ਚੰਦਰਮਾ ਦਾ ਰੁੱਤਾਂ ਨਾਲ ਕੋਈ ਸੰਬੰਧ ਨਹੀਂ ਹੈ, ਹੈਨਾ। ਦੂਜਾ ਦਿਨ ਬਹੁਤ ਘਟਦੇ ਵੱਧਦੇ ਰਹਿੰਦੇ ਨੇ, ਉਹ ਜਿਹੜਾ ਜਿਵੇਂ ਆਪਾਂ ਮਰਦਾ ਸਾਲ ਲੈਂਥ ਆਫ ਡੇਜ਼ ਜਿਹੜੀ ਕਹਿੰਦੇ ਨੇ, ਲੈਂਥ ਆਫ ਡੇਜ਼ ਉਹ ਘਟਦੇ ਵੱਧਦੇ ਰਹਿੰਦੇ ਨੇ। ਤੇ ਇਹਦੇ ਨਾਲ ਹੁਣ ਜਿਸ ਕਿਸਮ ਦਾ ਵਰਣਨ ਕੀਤਾ ਗਿਆ ਗੁਰਬਾਣੀ ਦੇ ਵਿੱਚ ਵੀ ਹਾੜ ਕਿਹੋ ਜਿਹਾ ਹੁੰਦਾ, ਸੌਣ ਕਿਹੋ ਜਿਹਾ ਹੁੰਦਾ, ਹਰੇਕ ਮਹੀਨੇ ਦੀ ਡਿਸਕ੍ਰਿਪਸ਼ਨ ਉਹ ਤੇ ਉਦਾਂ ਵੀ ਦਿਖਦਾ ਹੀ ਆ ਡਾਕਟਰ ਸਾਹਿਬ, ਉਹ ਤੇ ਉਦਾਂ ਵੀ ਦਿਖਦਾ ਹੀ ਸਾਨੂੰ ਵੀ ਕਿਹੜੇ ਮਹੀਨਿਆਂ 'ਚ ਕਿਹੜੇ ਬਦਲ ਜੂਗਾ। ਜੇ ਵਿਸਾਖੀ ਮਤਲਬ ਹੁਣ ਆ ਪਹਿਲਾਂ ਹੁਣ ਹੀ ਲੰਘ ਕੇ ਗਿਆ, ਇਹਨਾਂ ਨੇ ਅਕਾਲ ਤਖਤ ਦਾ ਸਥਾਪਨਾ ਦਿਵਸ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਵਸ ਇੱਕੋ ਦਿਨ ਮਨਾਇਆ, ਜਦ ਕਿ ਉਹ ਵੱਖਰੇ ਵੱਖਰੇ ਉਹਨਾਂ ਦੇ ਉੱਤੇ ਆਉਂਦੇ ਨੇ। ਤੇ ਸੋ ਇਹ ਸਾਰੀ ਉਲਝਣ ਨੂੰ, ਸਮੱਸਿਆ ਨੂੰ ਹੱਲ ਕਰਨ ਦੇ ਵਾਸਤੇ ਪੁਰੇਵਾਲ ਸਾਹਿਬ ਨੇ ਬਹੁਤ ਮਿਹਨਤ ਕੀਤੀ ਸੀ, ਸਾਰੀ ਡਿਸਕਸ਼ਨ ਹੋਈ, ਸਾਰਾ ਕੁਝ ਹੋਇਆ। ਉਸ ਤੋਂ ਬਾਅਦ ਕੈਲੰਡਰ ਲਾਗੂ। ਡਾਕਟਰ ਸਾਹਿਬ ਇਹ ਸਿਰ ਵਿਦਵਾਨਾਂ ਦੀ ਪੂਰੀ ਸਹਿਮਤੀ ਹੋ ਗਈ ਸੀਗੀ ਕਿ ਵਿਦਵਾਨਾਂ ਦੀ ਹੋਈ ਨਹੀਂ ਸੀ, ਸਹਿਮਤੀ ਹੋਈ। ਇਹ ਜਿਹੜੇ ਵੱਖ-ਵੱਖ ਅਦਾਰਿਆਂ ਨੂੰ, ਮੈਂ ਜਿਵੇਂ ਗੱਲ ਕੀਤੀ ਹੈ, ਡੇਰਿਆਂ ਨਾਲ ਸੰਬੰਧਿਤ ਲੋਕੀ, ਨਿਹੰਗ ਸਿੰਘਾਂ ਦੇ ਡੇਰੇ ਨੇ, ਚਾਹੇ ਉਹ ਆਪਣਾ ਸੰਨਿਆਸੀਆਂ ਦੇ ਨੇ, ਚਾਹੇ ਟਕਸਾਲਾਂ ਨੇ, ਸਭ ਦੀ ਸਹਿਮਤੀ ਲੈ ਕੇ, ਹੱਥ ਖੜੇ ਕਰਾ ਕੇ, ਹੈ ਨਾ, ਜਕਾਰੇ ਛੱਡ ਕੇ ਫਿਰ ਇਹ ਮਤਲਬ ਅਪਰੂਵ ਕੀਤਾ ਸੀ ਵੀ ਹਾਂ ਫਾਈਨਲ ਹੋ ਗਿਆ ਅੱਜ। ਇਹ ਜਿਹਨੂੰ ਸੋਧਿਆ ਹੋਇਆ ਕੈਲੰਡਰ ਕਹਿੰਦੇ ਆ, ਨਹੀਂ ਸੋਧੇ ਹੋਏ ਦੀ ਤਾਂ ਉਹ ਗੱਲ ਬਾਅਦ ਚ ਆਉਂਦੀ, ਉਹ ਤੇ ਵੀ ਆਪਾਂ ਆਉਂਦੇ ਆ। ਨਹੀਂ ਫਿਰ ਵਿਦਵਾਨਾਂ ਨੇ ਇਹਦੇ ਵਿੱਚ ਜਦੋਂ ਉਹਨਾਂ ਵਾਪਸ ਲਿਆ ਸੀਗਾ, ਪਹਿਲੀ ਗੱਲ ਪੇ ਲਾਗੂ ਹੋ ਗਿਆ, ਜੋ ਇਤਰਾਜ਼ ਹੁੰਦੇ ਸੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੋ ਜਾਣਾਂਗਾ ਵੀ ਜਿੱਦਾਂ ਦਮਦਮੀ ਟਕਸਾਲ ਤੋਂ ਪੜ੍ਹ ਕੇ ਆਏ ਸੀਗੇ ਜਾਂ ਬਿਲੋਂਗ ਕਰਦੇ ਸੀ ਗਿਆਨੀ ਪੂਰਨ ਸਿੰਘ ਗਿਰੀ, ਉਹਨਾਂ ਨੇ ਕੋਈ ਨਾ ਕੋਈ ਤਾਂ ਲੌਜਿਕ ਦਿੱਤਾ ਹੋਏਗਾ, ਇਤਰਾਜ਼ ਜਿਹੜਾ ਜਤਾਇਆ ਹੋਏਗਾ ਜਿਹਦੇ ਬੇਸ ਤੇ ਉਹਨੂੰ ਰੱਦ ਕੀਤਾ ਗਿਆ। ਕਿਹੜਾ ਇਤਰਾਜ਼ ਸੀਗਾ ਉਹਨਾਂ ਦਾ ਵੱਡਾ? ਉਹ ਮੈਨੂੰ ਹੁਣ ਬਹੁਤਾ ਯਾਦ ਨਹੀਂ ਹੈ, ਕਿਉਂਕਿ ਅਖਬਾਰਾਂ 'ਚ ਖਬਰਾਂ ਉਦੋਂ ਤਾਂ ਮੈਂ ਪੜ੍ਹੀਆਂ ਸੀ, ਮੈਂ ਉਹਦੇ ਨਾਲ ਸੰਬੰਧਿਤ ਨਹੀਂ ਸੀ। ਜੀ ਜੀ, ਹੈ ਨਾ। ਉਹ ਉਹਨਾਂ ਨੇ ਕਿਹਾ ਜਿਵੇਂ ਅਸੀਂ ਮਨਾਉਂਦੇ ਆ ਰਹੇ ਹਾਂ, ਅਸੀਂ ਇਦਾਂ ਹੀ ਮਨਾਉਣੇ ਨੇ ਜਾਂ ਉਹ ਕਰਨਾ ਮਤਲਬ, ਹੈ ਨਾ। ਤੁਹਾਨੂੰ ਪਤਾ ਵੀ ਇਹ ਟਕਸਾਲਾਂ ਵਾਲੇ ਥੋੜੇ ਜਿਹੇ ਤਾਂ ਇਹ ਸਾਈਡ ਤੇ ਨੂੰ ਚੱਲਦੇ ਨੇ। ਤੇ ਵੈਸੇ ਵੀ ਜਿਹੜੇ ਆਪਣੇ ਉਸ ਸਮੇਂ ਦੇ ਜਥੇਦਾਰ ਸੀਗੇ ਵੇਦਾਂਤੀ ਸਾਹਿਬ, ਉਹਨਾਂ ਦੇ ਨਾਮ ਤੋਂ ਹੀ ਸਪਸ਼ਟ ਆ ਕਿ ਉਹ ਵੇਦਾਂਤ ਵਗੈਰਾ ਪੜ੍ਹੇ ਹੋਏ ਜਾਂ ਹਿੰਦੂ ਧਰਮ ਨਾਲ ਥੋੜਾ ਝੁਕਾਅ ਰੱਖਦੇ ਹੋਣਗੇ, ਔਰ ਉਹਨਾਂ ਦੀ ਫਿਲਾਸਫੀ ਥੋੜੀ ਜਿਹੀ ਉਧਰ ਹੋਏਗੀ, ਇਸ ਤਰ੍ਹਾਂ ਲੱਗਦਾ ਸੀ। ਨਹੀਂ ਉਹਨਾਂ ਨੇ ਤਾਂ ਫੁੱਲੀ ਮਤਲਬ ਵਿਦਵਾਨਾਂ ਦੇ ਨਾਲ ਡਿਸਕਸ਼ਨ ਕਰਕੇ ਪੁਰੇਵਾਲ ਦੇ, ਉਹ ਹਮੇਸ਼ਾ ਥਰੂ ਆਊਟ ਬੈਠਦੇ ਸੀ ਉਹ। ਅੱਛਾ ਜੀ, ਹੈ ਨਾ। ਜਿੱਥੇ ਸੁਜੈਸ਼ਨ ਦੇਣ ਦੀ ਲੋੜ ਹੁੰਦੀ ਸੀ ਸੁਜੈਸ਼ਨ ਵੀ ਦਿੰਦੇ ਸੀ, ਸਾਰੀ ਡਿਸਕਸ਼ਨ ਫੁੱਲੀ ਹੁੰਦੀ ਰਹੀ ਹੈ। ਇਹ ਫੁੱਲੀ ਹੋਣ ਤੋਂ ਬਾਅਦ ਇਹ ਅਪਰੂਵ ਕਰਤਾ ਕੈਲੰਡਰ। ਅਪਰੂਵ ਕਰਕੇ ਫਿਰ ਇਹਨਾਂ ਨੇ ਵਿਸਾਖੀ ਤੋਂ ਲਾਗੂ ਕੀਤਾ ਸੀ। ਮੈਂ ਸਵਾਲ ਤਾਂ ਪੁੱਛਿਆ ਸੀਗਾ ਕਿਉਂਕਿ ਵੇਦਾਂਤੀ ਹੀਰਾਂ ਬਾਰੇ ਨਾ ਕੁਝ ਖਬਰਾਂ ਬੜੀਆਂ ਪ੍ਰਚਲਿਤ ਰਹੀਆਂ ਨੇ, ਜਿੱਦਾਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕੋਈ ਸੰਪਾਦਨਾ ਦਾ ਮਸਲਾ ਸੀਗਾ, ਉਹਦੇ ਵਿੱਚ ਜਿਹੜੇ ਉਹਨਾਂ ਦੇ ਕਮੈਂਟ ਜਾਂ ਜਿਸ ਤਰ੍ਹਾਂ ਉਹਨਾਂ ਕੀਤਾ, ਤੇ ਉਹ ਸਿੱਖ ਧਰਮ ਦੀਆਂ ਜਿਹੜੀਆਂ ਬੁਨਿਆਦੀ ਫਲਸਫਾ ਹੈ ਉਹਦੇ ਨਾਲ ਮੇਲ ਨਹੀਂ ਖਾਂਦੀਆਂ ਚੀਜ਼ਾਂ ਜਿਹੜੀਆਂ ਉਸ ਬੁੱਕ ਦੇ ਵਿੱਚ ਸੀਗੀਆਂ, ਤੇ ਉਹਦੇ ਨਾਲ ਵੀ ਉਹਨਾਂ ਦਾ ਨਾਂ ਜੁੜਦਾ ਰਿਹਾ। ਮੇਰੇ ਦਿਮਾਗ 'ਚ ਇਹ ਸੀਗਾ ਕਿ ਪੋਸੀਬਲ ਹੈ ਕਿ ਉਹ ਵੇਦਾਂਤ ਦੀ ਸਟੱਡੀ ਉਹਨਾਂ ਕੀਤੀ ਹੋਵੇ ਤਾਂ ਉਹ ਕੈਲੰਡਰ ਦੇ ਹੱਕ ਵਿੱਚ ਸੀਗੇ ਜੀ। ਅੱਛਾ ਜੀ, ਹਾਂਜੀ। ਇਹ ਅਪਰੂਵ ਹੋ ਗਿਆ ਕੈਲੰਡਰ। ਅਪਰੂਵ ਹੋਏ ਤੋਂ ਬਾਅਦ ਇਹਨੂੰ ਲਾਗੂ ਕਰਤਾ। ਵੈਸੇ ਦਾ ਪ੍ਰੋਸੀਜਰ ਕੀ ਡਾਕਟਰ ਸਾਹਿਬ, ਮੈਨੂੰ ਇਹ ਵੀ ਥੋੜਾ ਸਮਝਾਓ। ਜਦੋਂ ਵਿਦਵਾਨਾਂ ਦੀ ਕਮੇਟੀ ਬੈਠੀ, ਲੋਕ ਆਏ, ਉਹਨਾਂ ਦੇ ਇਤਰਾਜ਼ ਸੁਣੇ ਗਏ, ਸਾਰਿਆਂ ਦੇ ਉਹਦੀਆਂ ਦਰੁਸਤੀਆਂ ਕਰ ਲਈਆਂ ਗਈਆਂ, ਜੋ ਵੀ ਉਹਨਾਂ ਨੂੰ ਤਸੱਲੀ ਕਰਾ ਦਿੱਤੀ ਗਈ, ਫਿਰ ਬਾਅਦ ਚ ਅਪਰੂਵਲ ਲਈ ਜਕਾਰੇ ਛੱਡੇ ਗਏ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਈ ਮਤਾ ਵਗੈਰਾ ਪਾਉਂਦੀ ਹੈ ਜਾਂ ਅਕਾਲ ਤਖਤ ਕੋਈ ਇੱਥੇ ਕਰਦਾ ਜੀ ਕਾਰਵਾਈ? ਨਹੀਂ, ਇਹ ਫਿਰ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਤੇ ਅਕਾਲ ਤਖਤ ਦੀ ਸਹਿਮਤੀ ਦੇ ਨਾਲ ਹੀ, ਕਿਉਂਕਿ ਫੈਸਲੇ ਤਾਂ ਜਿੰਨੇ ਵੀ ਹੁੰਦੇ ਨੇ ਉਹਦੇ ਮੇਰੇ ਖਿਆਲ ਮੈਨੂੰ ਐ ਲੱਗਦਾ ਵੀ ਸ਼੍ਰੋਮਣੀ ਕਮੇਟੀ ਕੋ ਮਤਾ ਪਾ ਕੇ ਅਕਾਲ ਤਖਤ ਨੂੰ ਮਨਜ਼ੂਰੀ ਦੀ ਸ਼ਰਤ ਭੇਜਦੀ ਹੈ। ਹਾਂਜੀ, ਇਸ ਤਰ੍ਹਾਂ ਕੀਤਾ ਹੋਵੇਗਾ। ਹਾਂਜੀ, ਉਸ ਤੋਂ ਬਾਅਦ ਉਹ ਮਨਜ਼ੂਰੀ ਲੈ ਕੇ ਫਿਰ ਉਸ ਤੋਂ ਬਾਅਦ ਲਾਗੂ ਕੀਤਾ ਗਿਆ, ਹੈ ਨਾ। ਅੱਛਾ ਜੀ, ਮਤਲਬ ਉਹ ਹੁਕਮਨਾਮੇ ਦੇ ਤੌਰ ਤੇ ਲਾਗੂ ਹੁੰਦਾ ਕਿ ਅੱਜ ਤੋਂ ਬਾਅਦ ਜਿੱਦਾਂ ਹੁਕਮਨਾਮੇ ਸਾਡੇ ਪ੍ਰਥਾ ਇੱਕ ਕਿ ਹੁਕਮਨਾਮੇ ਜਾਰੀ ਕੀਤੇ ਜਾਂਦੇ ਆ, ਦਿੱਤਾ ਤੇ ਮਤਲਬ ਕਹਿਤਾ ਵੀ ਅੱਜ ਤੋਂ ਇਹ ਸਾਡਾ ਨਾਨਕਸ਼ਾਹੀ ਕੈਲੰਡਰ ਬਣ ਗਿਆ। ਨਹੀਂ, ਇੱਕ ਸਟੇਟਮੈਂਟ ਹੁੰਦੀ ਹੈ ਜਾਂ ਹੁਕਮ ਹੁੰਦਾ ਉਹ ਅਕਾਲ ਤਖਤ ਦਾ? ਮੈਂ ਜਾਣਨਾ ਚਾਹੁੰਦਾ। ਇਹਨੂੰ ਹੁਣ ਤੁਸੀਂ ਅਕਾਲ ਤਖਤ ਦਾ ਮਤਲਬ ਡਿਸੀਜਨ ਕਹਿ ਲਓ ਇਹਨੂੰ,
ਜਿਹੜਾ ਫੈਸਲਾ ਹੈ ਉਹ ਤਾਂ ਫਿਰ ਹੁਕਮ ਹੀ ਹੋ ਜਾਂਦਾ, ਜਿਵੇਂ ਕੋਰਟ ਦਾ ਹੁੰਦਾ ਹੈ ਨਾ, ਜਦ ਤੁਸੀਂ ਨਹੀਂ, ਇੱਕ ਤਾਂ ਫੈਸਲਾ ਸਿੰਪਲ ਕਰ ਲਿਆ। ਸਟੇਟਮੈਂਟ ਹੁੰਦੀ ਹੈ ਨਾ, ਜਿੱਦਾਂ ਅੱਜ ਕੱਲ ਵੀ ਸਾਡੇ ਜਿਹੜੇ ਹੁਣ ਹੈਗੇ ਨੇ ਆਪਣੇ ਜਥੇਦਾਰ ਨਹੀਂ, ਉਹ ਜਿਹੜੇ ਕਰੰਟ ਟੌਪਿਕ ਹੁੰਦੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ, ਉਹਨੂੰ ਹੁਕਮਨਾਮਾ ਨਹੀਂ ਕਹਿ ਸਕਦੇ ਆਪਾਂ। ਬਕਾਇਦਾ ਕਮੇਟੀ ਦੇ ਵਿੱਚ ਆਇਆ, ਮਦਾਂ ਨੋਟ ਕੀਤੀਆਂ ਗਈਆਂ, ਸਾਰਾ ਕੁਝ ਉਹ ਫੈਸਲਾ ਲਿਆ ਗਿਆ। ਫੈਸਲਾ ਲੈ ਕੇ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਵੀ ਅਸੀਂ ਆਹ ਮਤਲਬ ਕਰਨ ਲੱਗੇ ਹਾਂ, ਸਾਰਿਆਂ ਦੀ ਸਹਿਮਤੀ ਨਾਲ। ਹਾਂ, ਸਾਰਿਆਂ ਦੀ ਸਹਿਮਤੀ ਨਾਲ ਇਹ ਸਾਰਾ ਕੁਝ ਹੋ ਗਿਆ। ਉਸ ਤੋਂ ਬਾਅਦ ਲਾਗੂ ਵੀ ਹੋ ਗਿਆ, 3 ਸਾਲ ਕੈਲੰਡਰ ਇਹ ਲਾਗੂ ਰਿਹਾ। ਲਾਗੂ ਕਰਨ ਤੋਂ ਬਾਅਦ ਇਹ ਕਿਹੜੇ ਸਾਲ ਦੀ ਗੱਲ ਹੈ ਡਾਕਟਰ? 2003 ਦੀ। 2003 ਚ ਲਾਗੂ ਹੋਇਆ ਤੇ 6 ਤੱਕ ਇਹ ਚੱਲਦਾ ਰਿਹਾ। ਹਾਂਜੀ ਹਾਂਜੀ। ਤੇ 2003 ਚ ਕਮੇਟੀ ਬਣਾਈ ਸੀ। ਅੱਛਾ। ਤੇ ਫਿਰ ਤੁਸੀਂ ਦੇਖੋ ਵੀ ਉਹ ਲਾਗੂ ਕਰਨ ਤੋਂ ਬਾਅਦ ਫਿਰ ਵੱਡਾ ਇਕੱਠ ਕੀਤਾ ਗਿਆ। ਲਾਗੂ ਕਰਨ ਤੋਂ ਬਾਅਦ ਕਈ ਦਿਨਾਂ ਬਾਅਦ ਉੱਥੇ ਅਕਾਲ ਤਖਤ ਤੇ ਮੇਰੇ ਇਹ ਨਹੀਂ ਹੁਣ ਮੈਨੂੰ ਯਾਦ ਨਹੀਂ ਹਾਲ ਕਿਹੜੇ ਚ ਕੀਤਾ ਸੀ, ਉੱਥੇ ਸਾਰੀ ਕਮੇਟੀ ਵੀ ਬੁਲਾਈ 11 ਮੈਂਬਰੀ, ਹੋਰ ਵੀ ਬਹੁਤ ਸੰਗਤ ਆਈ ਹੋਈ ਸੀਗੀ। ਉੱਥੇ ਅਕਾਲ ਤਖਤ ਦੇ ਜਥੇਦਾਰ ਨੇ ਆਪਣਾ ਨਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੇ ਤੇ ਪਬਲਿਕ ਮੀਟਿੰਗ ਹੋਏਗੀ ਫਿਰ ਤੇ ਮੰਜੀ ਸਾਹਿਬ ਹਾਲ ਹੀ ਹੋਏਗਾ ਜੀ, ਤੇ ਜੇ ਕੋਈ ਮੰਜੀ ਸਾਹਿਬ ਕੋਈ ਓਪਨ ਹਾਲ ਹੈ, ਦੀਵਾਨ ਹਾਲ ਵਰਗੇ। ਹਾਂਜੀ ਹਾਂਜੀ। ਬਡੂੰਗਰ ਉਹਨਾਂ ਦਾ ਦਫ਼ਤਰ ਵੀ ਨੇੜੇ ਹੀ ਸੀਗਾ। ਨਹੀਂ, ਉਹ ਤਾਂ ਖੈਰ ਸਾਰਾ ਕੰਪਲੈਕਸ ਨਾਲ ਹੀ ਆ। ਉਹ ਜੇ ਤੇ ਕੋਈ ਇਨਡੋਰ ਮੀਟਿੰਗ ਹੈ ਬੰਦ ਕਮਰਾ ਵਰਗੀ ਤਾਂ ਫਿਰ ਤਾਂ ਉਹ ਸਮੁੰਦਰੀ ਹਾਲ ਵਗੈਰਾ। ਹਾਂਜੀ, ਹਾਲ 'ਚ ਸੀਗਾ, ਸਮੁੰਦਰੀ ਹਾਲ ਹੋ ਸਕਦਾ ਫਿਰ। ਵੱਡਾ ਹਾਲ ਸੀ ਤੇ ਉੱਥੇ ਸੱਦਿਆ ਸਾਰਿਆਂ ਨੂੰ ਤੇ ਆਪਣਾ ਮਤਲਬ 11 ਮੈਂਬਰੀ ਕਮੇਟੀ ਜਿਹੜੀ ਸੀਗੀ, ਹਰ ਮੈਂਬਰ ਨੂੰ ਸ੍ਰੀ ਸਾਹਿਬ ਦੇ ਕੇ ਤੇ ਸਰੋਪਾ ਗਲ ਪਾ ਕੇ ਆਨਰ ਵੀ ਕੀਤਾ ਸੀ। ਤੁਹਾਡੇ ਸਾਰਿਆਂ ਲੋਕਾਂ ਦੇ ਵਿਦਵਾਨਾਂ ਦੇ ਕਿਤੇ ਦਸਖਤ ਲੈ ਗਏ ਸੀ ਉਸ ਸਮੇਂ ਕਿ ਅਸੀਂ ਇਹ ਚੀਜ਼ ਨੂੰ ਪ੍ਰੂਵ ਕਰਦੇ ਹਾਂ, ਜਾਂ ਕਿਸ ਤਰ੍ਹਾਂ ਕੋਈ ਜਿਹੜੀ ਕਾਰਵਾਈ ਹੁੰਦੀ ਸ਼੍ਰੋਮਣੀ ਕਮੇਟੀ ਦੀ? ਐਵਰੀ ਡੇ ਦੀ ਹਾਜ਼ਰੀ ਲਾਉਂਦੇ ਸੀ ਉੱਥੇ। ਜੀ ਕਮੇਟੀ ਦੀ ਮੀਟਿੰਗ ਹੋਣ ਲੱਗੀ ਆ, ਪ੍ਰੋਸੀਡਿੰਗਸ ਜਿਹੜੀਆਂ ਹੁੰਦੀਆਂ ਨੇ। ਅੱਛਾ, ਪ੍ਰੋਸੀਡਿੰਗ ਦੇ ਉੱਤੇ ਸਾਰਿਆਂ ਦੀ ਹਾਜ਼ਰੀ ਸੀਗੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਹ ਸਾਰਾ ਲਾਗੂ ਹੋ ਗਿਆ ਜੀ। ਲਾਗੂ ਹੋਣ ਤੋਂ ਬਾਅਦ ਇਹ ਤੁਸੀਂ ਦੇਖ ਲਓ ਵੀ 3 ਸਾਲ ਚੱਲਦਾ ਰਿਹਾ, ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੋਈ। ਇਹ ਤਾਂ ਫਿਰ ਜਦੋਂ ਦੇਖੋ ਉਦੋਂ ਵੀ ਕੀ ਕਹਿੰਦੇ ਹੁੰਦੇ ਨੇ, ਅਕਾਲੀ ਦਲ ਦੀ ਸਰਕਾਰ ਸੀਗੀ, ਹੈ ਨਾ, ਬਡੂੰਗਰ ਸਾਹਿਬ ਸੀਗੇ, ਉਧਰੋਂ ਆਪਣਾ ਕੀ ਕਹਿੰਦੇ ਵਿਦਾਂਤੀ ਜੀ ਸੀਗੇ। ਵੈਸੇ ਮੈਂ ਹੈਰਾਨ ਹਾਂ ਕਿ ਬਡੂੰਗਰ ਸਾਹਿਬ ਵੀ ਪ੍ਰੋਫੈਸਰ ਰਹੇ ਨੇ ਔਰ ਉਹਨਾਂ ਨੂੰ ਬੁੱਧੀਜੀਵੀਆਂ 'ਚ ਗਿਣਿਆ ਜਾਂਦਾ, ਸਿਆਣੇ ਵਿਅਕਤੀ ਨੇ। ਤੇ ਵਿਦਾਂਤੀ ਸਾਹਿਬ ਬਾਰੇ ਵੀ ਤੁਸੀਂ ਦੱਸਿਆ ਕਿ ਉਹਦੇ ਹੱਕ 'ਚ ਵੀ ਸੀ ਔਰ ਉਹ ਧਰਮ ਬਾਰੇ ਗੈਰ ਗੰਭੀਰ ਉਹਨਾਂ ਨੂੰ ਜਾਣਕਾਰੀ ਵੀ ਸੀਗੀ। ਸੋ ਇਹੋ ਜਿਹੀਆਂ ਸ਼ਖਸੀਅਤਾਂ ਦੇ ਹੁੰਦਿਆਂ ਫਿਰ ਇਹਦਾ ਪਲਟਾ ਖਾ ਜਾਣਾ ਕੀ ਕਰ? ਇਹ ਹੈ ਨਾ, ਜਿਹੜੀ ਸਮਝ ਤਾਂ ਇਹੀ ਨਹੀਂ ਨਾ ਹੁੰਦੀ, ਜਿਹੜੀ ਚੀਜ਼ ਇੱਕ ਵਾਰੀ ਅਕਾਲ ਤਖਤ ਤੋਂ ਅਪਰੂਵ ਹੋ ਗਈ ਤੇ ਉਹ ਲਾਗੂ ਵੀ ਹੋ ਗਈ ਹੈ, ਤੇ ਤੁਸੀਂ ਉਹਨੂੰ ਫਿਰ ਜਦੋਂ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਇਹਨਾਂ ਦੀ ਸਾਂਝ ਹੋ ਗਈ, ਬੀਜੇਪੀ ਦੇ ਨਾਲ, ਤੇ ਇਹ ਫਿਰ ਇਹਨਾਂ ਨੇ ਆਬਜੈਕਸ਼ਨ ਰੇਜ਼ ਕੀਤੀ ਵੀ ਨਹੀਂ, ਮਤਲਬ ਜੀ ਉਹ ਕਹਿਤਾ ਵੀ ਸੋਧਾਂ ਕੀਤੀਆਂ, ਪਰ ਉਹ ਸੋਧਾਂ ਕੋਈ ਨਹੀਂ, ਇਹ ਸੋਧਿਆ ਹੋਇਆ ਕੈਲੰਡਰ ਉਹਨੂੰ ਕਹਿੰਦੇ ਨੇ ਜਿਹੜਾ ਫਿਰ ਇਹਨਾਂ ਨੇ ਪਹਿਲੀ 11 ਨਹੀਂ, ਸੋਧਿਆ ਹੋਇਆ ਕੈਲੰਡਰ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਇਹਨਾਂ ਨੇ ਮਗਰੋਂ ਫਿਰ ਬਾਅਦ ਵਿੱਚ ਸੋਧ ਕੀਤੀ ਹੈ। ਅੱਛਾ, ਉਹ ਨਹੀਂ ਹੈ ਜਿਹੜੀ 11 ਮੈਂਬਰਾਂ ਵਾਲੀ ਨਹੀਂ, ਉਹ ਸੋਧਿਆ ਹੋਇਆ ਨਹੀਂ, ਉਹ ਤਾਂ ਓਰੀਜਨਲ ਨਾਨਕਸ਼ਾਹੀ ਕੈਲੰਡਰ ਜਿਵੇਂ ਪੁਰੇਵਾਲ ਸਾਹਿਬ ਨੇ ਡਰਾਫਟ ਕੀਤਾ ਸੀ, ਉਸ ਰੂਪ। ਡਾਕਟਰ ਸਾਹਿਬ ਥੋੜਾ ਜਿਹਾ ਰੋਕ ਕੇ ਆਪਾਂ ਵੇਖੀਏ ਵੀ ਇਹ ਫਿਰ ਜੋ 3 ਸਾਲ ਚੱਲਦਾ ਰਿਹਾ, ਫਿਰ ਕਿਉਂ ਲੋੜ ਮਹਿਸੂਸ ਹੋਈ ਕਿ ਇਹਦੇ ਵਿੱਚ ਸੋਧ ਕਰਨ ਦੀ ਲੋੜ ਆ, ਤੇ ਕਿਹੜੀਆਂ ਜਿਹੜੀਆਂ ਮਤਲਬ ਸੰਪਰਦਾਵਾਂ ਸੀ ਜਿਨ੍ਹਾਂ ਨੂੰ ਫਿਰ ਇੱਥੇ ਇਤਰਾਜ਼ ਦੁਬਾਰਾ ਹੋਇਆ? ਫਿਰ ਨਾ ਤਾਂ ਇਹ ਲਾਇਆ ਵੀ ਦਮਦਮੀ ਟਕਸਾਲ ਵੀ ਨਹੀਂ ਮੰਨਦੀ ਤੇ ਫਲਾਣਾ ਅਦਾਰਾ ਵੀ ਨਹੀਂ ਮੰਨਦਾ, ਢਿੰਗੜਾ ਵੀ ਨਹੀਂ ਮੰਨਦਾ। ਗੱਲ ਅਸਲ 'ਚ ਇਹ ਹੈ ਵੀ ਜਿਹੜੇ ਹਾਲਾਂਕਿ ਪਹਿਲਾਂ ਵੀ ਜਿਵੇਂ ਸੰਤ ਕਸ਼ਮੀਰ ਸਿੰਘ ਦਾ ਮੈਂ ਤਾਂ ਉਹਨੂੰ ਨਾਂ ਲਿਆ ਵੀ ਉਹ ਵਿੱਚ ਸ਼ਾਮਲ ਸੀਗੇ, ਵੀ ਨਿਹੰਗ ਸਿੰਘਾਂ ਦੇ ਡੇਰਿਆਂ ਤੋਂ ਵੀ ਅਲੱਗ-ਅਲੱਗ ਜਿਹੜੇ ਉਹਨਾਂ ਦੇ ਹੈਗੇ ਨੇ। ਕਸ਼ਮੀਰ ਸਿੰਘ ਜਿਹੜੇ ਗੜੇ ਵਾਲੇ ਜਿਹੜੇ ਆ ਉਹ ਗੁਰਦਾਸਪੁਰ ਤੋਂ ਜਿਹੜੇ ਪੁਲਿਸ ਅਫਸਰ ਰਹੇ, ਮੇਰੇ ਖਿਆਲ ਜਲੰਧਰ, ਉਹਨਾਂ ਨੇ ਜਲੰਧਰ। ਹਾਂਜੀ, ਪਿੱਛੋਂ ਗੁਰਦਾਸਪੁਰ ਹੀ ਇਹਨੇ ਪੁਲਿਸ 'ਚ ਰਹੇ ਨੇ ਮੇਰੇ ਖਿਆਲ। ਉਹ ਹਾਂਜੀ, ਮੈਂ ਇੱਕ ਵਾਰੀ ਮੈਨੂੰ ਮੌਕਾ ਮਿਲਿਆ ਸੀਗਾ। ਜਾਣੀ ਇਦਾਂ ਕੋਈ ਐ ਨਹੀਂ ਹੈ, ਸਾਰੀਆਂ ਵੱਡੀਆਂ ਹਸਤੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ, ਹਰੇਕ ਟਕਸਾਲ ਦੇ, ਹਰੇਕ ਡੇਰੇ ਦੇ, ਹਰੇਕ ਤੁਸੀਂ ਕਹਿ ਲਓ ਵੀ ਸੰਸਥਾ ਦੇ ਉਹ ਵਿੱਚ ਸ਼ਾਮਲ ਸੀਗੇ। ਇਹ ਤਾਂ ਪਿੱਛੋਂ ਫਿਰ ਜਦੋਂ ਇਹਨਾਂ ਦੀ ਸਾਂਝ ਹੋ ਗਈ ਨਾ ਸ਼੍ਰੋਮਣੀ ਗੁਰਦੁਆਰਾ ਆਪਣੇ ਅਕਾਲੀ ਦਲ ਦੀ ਬੀਜੇਪੀ ਦੇ ਨਾਲ, ਇਹ ਸਾਰੇ ਪੁਆੜੇ ਉਦੋਂ ਪਏ ਨੇ। ਫਿਰ ਉਦੋਂ ਡੇਰਿਆਂ ਵਾਲੇ ਵੀ ਨਾਲ ਰਲ ਗਏ, ਕਿਉਂਕਿ ਦੇਖੋ ਗੁਰਦੁਆਰਿਆਂ ਦਾ ਜੇ ਆਪਾਂ ਕਹੀਏ ਧਾਰਮਿਕ ਤੌਰ 'ਤੇ ਸਿੱਖ ਧਰਮ ਦਾ ਪੂਰਨਮਾਸ਼ੀ ਜਾਂ ਮੱਸਿਆ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿੰਨੇ ਡੇਰੇਦਾਰ ਨੇ ਉਹ ਮਨਾਉਂਦੇ ਨੇ ਇਹਨਾਂ ਨੂੰ। ਮੋਟੇ ਤੌਰ ਤੇ ਵੇਖਿਆ ਜਾਵੇ, ਜਿਵੇਂ ਤੁਸੀਂ ਕਹਿ ਰਹੇ ਹੋ, ਇਹਦੇ ਪਿੱਛੇ ਮਤਲਬ ਸਿਆਸਤ ਦੀ ਭੇਟ ਚੜਿਆ ਇਹ, ਨਾ ਕਿ ਕੋਈ ਮਰਿਆਦਾ ਜਾਂ ਕੋਈ ਚੀਜ਼ ਨਹੀਂ ਹੈ। ਪਹਿਲੀ ਗੱਲ ਤੇ ਸਿਆਸਤ ਦੀ ਭੇਟ ਚੜਿਆ, ਇਹ ਸਿਆਸਤ ਦੀ ਭੇਟ ਚੜਿਆ। ਤੇ ਦੂਜੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਪੋਲੀਟੀਕਲ ਲੋਕ ਨੇ, ਬਾਦਲ ਸਾਹਿਬ ਇਹ ਤਾਂ ਕਹਿ ਨਹੀਂ ਸਕਦੇ ਕਿ ਇਹਨੂੰ ਬਦਲ ਦਿਓ। ਇਹਨਾਂ ਨੇ ਡੇਰਾਧਾਰੀ ਬਾਬਿਆਂ ਨੂੰ, ਸਾਧਾਂ ਨੂੰ ਜਾਂ ਟਕਸਾਲਾਂ ਨੂੰ ਅੱਗੇ ਕਰ ਦਿੱਤਾ ਹੋਵੇਗਾ, ਉਹਨਾਂ ਨੂੰ ਅੱਗੇ ਕਰ ਦਿੱਤਾ ਤੇ ਕਹਿਤਾ ਸੀ ਇਹ ਨਾਨਕਸ਼ਾਹੀ ਕੈਲੰਡਰ ਸੋਧਿਆ ਹੋਇਆ ਕਿ ਜਿਹੜਾ ਪਹਿਲਾਂ ਵਿਕਰਮੀ ਕੈਲੰਡਰ ਸੀ ਮੁੜ ਕੇ ਉਹੀ ਫੇਰ ਲਾਗੂ ਕਰ ਦਿੱਤਾ ਹੈ ਨਾ। ਵਿਕਰਮੀ ਕੈਲੰਡਰ ਨੂੰ ਦੁਬਾਰਾ ਲਾਗੂ ਕਰ ਦਿੱਤਾ। ਅੱਛਾ। ਤੇ ਉਹ ਜਿਹੜਾ ਓਰੀਜਨਲ ਹਟਾ ਕੇ ਨਾ
ਉਹ ਵਿਕਰਮੀ ਕੈਲੰਡਰ ਲਾਗੂ ਕਰ ਦਿੱਤਾ। ਹੁਣ ਇਹ ਤੁਸੀਂ ਹੁਣੀ ਆਪਣਾ ਮਤਲਬ 6 ਜੂਨ ਦਾ ਦਿਹਾੜਾ ਲੰਘ ਕੇ ਗਿਆ ਹੈ ਨਾ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ 84 ਦੇ ਵਿੱਚ, ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਨ ਸੀਗਾ। ਤੇ ਹੁਣ ਉਹ ਕਦੋਂ ਆਇਆ, ਸ਼ਹੀਦੀ ਦਿਵਸ ਕਦੋਂ ਆਇਆ, ਘੱਲੂਘਾਰਾ ਅਸੀਂ ਕਦੋਂ ਮਨਾਇਆ ਹੈ ਨਾ, ਕਿੰਨੇ ਦਿਨਾਂ ਦਾ ਫਰਕ ਪੈ ਗਿਆ। ਉਹ ਮੇਰਾ ਖਿਆਲ ਹੈ 12 ਜੂਨ ਨੂੰ ਹੁਣ ਸੀ ਸ਼ਹੀਦੀ ਦਿਵਸ, ਕਾਫੀ ਜ਼ਿਆਦਾ। ਹਾਂਜੀ, ਇੰਨੇ ਮਤਲਬ ਤੇ ਇਸ ਤਰ੍ਹਾਂ ਇਹ ਸਾਡਾ ਇਹ ਫਰਕ ਪੈਂਦਾ ਜਾਊਗਾ ਫਿਰ ਹੈ ਨਾ। ਜਿਹੜੀ ਜੋ ਵਰਣਨ ਰੁੱਤਾਂ ਦਾ ਕੀਤਾ ਹੋਇਆ ਜਾਂ ਮਹੀਨਿਆਂ ਦਾ ਕੀਤਾ ਹੋਇਆ, ਤੇ ਕਿਉਂਕਿ ਇੱਥੇ ਦੱਸਿਆ ਹੋਇਆ ਵੀ ਇਹ ਹੁਣ ਜਿਹੜਾ ਹੈਗਾ ਆਪਣਾ ਕੈਲੰਡਰ ਚੱਲ ਰਿਹਾ ਆਪਣੇ ਗ੍ਰੈਗੋਰੀਅਨ ਕਹਿੰਦੇ ਆ ਇਹਨੂੰ, ਇਹਦੇ ਵਿੱਚ ਤਾਂ ਹੈਗਾ ਉਹ ਆਪਣੇ ਆਪ ਕੁਛ ਸਾਲਾਂ ਬਾਅਦ ਜਦੋਂ 12 ਘੰਟੇ ਹੋਣ ਤੋਂ ਪਹਿਲਾਂ ਹੀ ਫਰਕ ਪਾ ਲੈਂਦੇ ਆ ਹਨਾ। ਤੇ ਹੁਣ ਇਹ ਜਿੱਦਾਂ ਆਪਾਂ ਟਾਈਮ ਬਦਲਦੇ ਆ ਸਾਲ ਬਾਅਦ ਇੱਥੇ ਵਾਲਾ, ਜਾਂ ਫਿਰ ਇੱਕ ਲੀਪ ਦਾ ਸਾਲ ਜਿਹੜਾ ਕ੍ਰਿਸਚੀਅਨ ਕੈਲੰਡਰ ਹੈ ਜਿਹੜਾ ਈਸਵੀ ਵਾਲਾ, ਉਹਦੇ ਵਿੱਚ ਵੀ ਇੱਕ ਸਾਰਾ ਲੀਪ ਦਾ ਸਾਲ ਪਾ ਕੇ ਇੱਕ ਦਿਨ ਵਧਾ ਕੇ ਅੱਗੇ ਪਿੱਛੇ ਉਹ ਕੈਲਕੂਲੇਸ਼ਨ ਦੇ ਹਿਸਾਬ ਨਾਲ ਕਰਦੇ ਹੋ। ਇਹ ਤਾਂ ਸਾਰੇ ਹਰ 4 ਸਾਲ ਬਾਅਦ ਲੀਪ ਦਾ ਸਾਲ ਆਉਂਦਾ ਤੇ ਚੰਦਰਮਾ ਦੇ ਹਿਸਾਬ ਨਾਲ ਤਾਂ ਇਹ ਮਤਲਬ ਜਿਹੜਾ ਹੁਣ ਵਿਸਾਖ ਚ ਆਉਂਦੀ ਹੈ, ਇਹ ਉਦੋਂ ਨੂੰ ਹੋਊਗੀ ਕਿਤੇ ਹਾੜ ਚ ਆ ਜੂਗੀ ਕੁਛ ਸਾਲਾਂ ਬਾਅਦ ਹੈ ਨਾ, ਇਹ ਚੇਂਜ ਹੁੰਦਾ ਰਹਿੰਦਾ। ਚਲੋ ਡਾਕਟਰ ਸਾਹਿਬ, ਇਹ ਤੇ ਵੱਡੇ ਫਰਕ ਹੈ ਨਾ ਜੀ, ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਆਪਣੀਆਂ, ਉਹਨਾਂ ਨੂੰ ਇਹ ਸਮਝਾਉਣਾ ਸੌਖਾ ਹੋ ਜਾਊਗਾ ਕਿ ਪੋਹ ਦੇ ਦਿਨਾਂ 'ਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ, ਠੰਡ ਤੇ ਜਦੋਂ ਰਾਗੀ ਸਿੰਘ ਬਰਤਾਂਤ ਕਰਿਆ ਕਰਨਗੇ ਕਿ ਅੱਤ ਦੀ ਠੰਡ ਪੈਂਦੀ ਸੀ ਤੇ ਮਹੀਨਾ ਹੋਊਗਾ ਹਾੜ, ਤੇ ਉਹ ਬੜੀ ਵੱਡੀ ਇੱਕ ਸਮੱਸਿਆ ਜਿਹੜੀ ਆ। ਜਿਹੜੇ ਬੱਚੇ ਜਿਹੜੇ ਆਉਣ ਵਾਲੇ ਬੱਚੇ, ਉਹਨਾਂ ਵਾਸਤੇ ਕਨਫਿਊਜ਼ਨ ਵੀ ਹੋਊਗਾ, ਤੇ ਉਹ ਕਹਿਣਗੇ ਯਾਰ ਇਹ ਤੇ ਕਹਾਣੀਆਂ ਘੜੀਆਂ ਹੋਈਆਂ। ਬੱਚੇ ਦੇਖਦੇ ਨੇ, ਉਹ ਸੋਚਣਗੇ ਨਹੀਂ ਵੀ ਅੱਛਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਬਰਥਡੇ ਨਾਲੇ ਅਸੀਂ ਜਨਮ ਦਿਨ ਉਹਨਾਂ ਗੁਰਪੁਰਬ ਜਨਵਰੀ 'ਚ ਮਨਾਇਆ ਸੀ, ਤੇ ਨਾਲੇ ਹੁਣ ਅਸੀਂ ਦਸੰਬਰ 'ਚ ਫੇਰ ਮਨਾ ਰਹੇ ਹਾਂ ਹੈ ਨਾ। ਹੁਣ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੀ ਹੈ, ਜਾਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਨਮ ਦਿਨ ਅਸੀਂ ਮਨਾਉਂਦੇ ਹਾਂ ਆਪਣਾ, ਉਹਦਾ ਕੱਤਕ ਦੀ ਪੂਰਨਮਾਸ਼ੀ ਦਾ ਹੈ ਨਾ। ਉਹ ਕਦੀ ਸ਼ਹੀਦੀ ਦਿਵਸ ਜਿਹੜੇ ਆਉਂਦੇ ਨੇ ਉਹਨਾਂ ਦੇ ਵਿੱਚ ਹੀ ਉਹ ਮਿਕਸਅਪ ਹੋ ਜਾਂਦਾ। ਇਹ ਸਾਰੇ ਦਿਨ ਨੇ ਜਿਹੜੇ ਉਹ ਉਸ ਹਿਸਾਬ ਨਾਲ ਫਿਰ ਡਾਕਟਰ ਸਾਹਿਬ, ਮੈਂ ਵਿੱਚ ਕੁਐਸਚਨ ਕਰਦਾ, ਤੁਸੀਂ ਬੜੀ ਮਹੱਤਵਪੂਰਨ ਗੱਲ ਦੱਸਣ ਲੱਗੇ ਸੀਗੇ, ਕਿਉਂਕਿ ਤੁਸੀਂ ਸਿੱਖ ਫਿਲਾਸਫੀ ਦੇ ਮਾਹਰ ਹੋ, ਤੇ ਸਿੱਖ ਜਿਹੜਾ ਸਿੱਖ ਦਾ ਸਿਧਾਂਤਕ ਤੌਰ ਤੇ ਆਪਾਂ ਦੇਖਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਮੱਸਿਆ, ਸੰਗਰਾਂਦ, ਪੂਰਨਮਾਸ਼ੀ, ਇਹਨਾਂ ਦਾ ਤਿੱਥਵਾਰ ਦਾ ਕੋਈ ਸਾਡੇ ਨਾਲ ਬਹੁਤਾ ਸਿੱਧਾ ਸੰਬੰਧ ਨਹੀਂ ਆ, ਇਹ ਹਿੰਦੂ ਧਰਮ ਚੋਂ ਆਈਆਂ ਹੋਈਆਂ ਚੀਜ਼ਾਂ ਨੇ। ਤੇ ਇਹ ਡੇਰਿਆਂ ਵਾਲੇ ਜਿਹੜੇ ਆ, ਇਹਨਾਂ ਦਾ ਇਹਦੇ ਵਿੱਚ ਕੀ ਇੰਟਰਸਟ ਹੈ ਕਿ ਜਦੋਂ ਮੈਂ ਵੇਖਦਾ ਕੋਈ ਜਗ੍ਹਾ ਕਿਤੇ ਚੌਥ ਮਨਾਈ ਜਾ ਰਹੀ ਆ ਜੀ, ਅੱਜ ਪੂਰਨਮਾਸ਼ੀ ਫਲਾਣੇ ਡੇਰੇ ਤੇ ਹੁੰਦੀ ਆ, ਸੰਗਰਾਂਦ ਫਲਾਣੇ ਡੇਰੇ ਤੇ ਵੱਡੀ ਹੁੰਦੀ ਆ, ਤੇ ਇਹ ਜਿਹੜਾ ਚੀਜ਼ਾਂ ਐਡ ਹੋਈਆਂ ਨੇ ਇਹਦੇ ਜਿੰਨਾ ਕਿ ਮੈਨੂੰ ਸਮਝ ਆਉਂਦੀ ਹੈ ਡੇਰਿਆਂ ਦੀ, ਉਹਨਾਂ ਦਾ ਹੈ ਵੀ ਅਸੀਂ ਵੱਧ ਤੋਂ ਵੱਧ ਆਪਣੀ ਸੰਗਤ ਕ੍ਰੀਏਟ ਕਰਨੀ ਹੈ ਨਾ। ਉਹ ਸੰਗਤ ਹਿੰਦੂ ਹੈ, ਸਿੱਖ ਹੈ, ਜੋ ਵੀ ਹੈਗੀ ਹੈ, ਮਨਾਹੀ ਤਾਂ ਗੁਰੂ ਘਰ ਦੇ ਵਿੱਚ ਆਉਣ ਦੀ ਕਿਸੇ ਨੂੰ ਮਨਾਹੀ ਨਹੀਂ ਹੈ, ਪਰ ਉਹਨਾਂ ਨੂੰ ਹੈ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੈ ਨਾ। ਸਿਆਸਤ ਵਰਗੀ ਗੱਲ ਕਿ ਵੋਟ ਰਾਜਨੀਤੀ ਕੇ ਲੋਕ ਹੁਣ ਪੈਸੇ ਚੜਨ, ਸਿਆਸਤ ਉਹ ਕਰਨਾ। ਹੁਣ ਆਪਾਂ ਸੌਦਾ ਸਾਧ ਜੀ ਨੂੰ ਕਹਿੰਦੇ ਆ ਰਾਮ ਰਹੀਮ ਹੈ ਨਾ, ਗੁਰਮੀਤ ਰਾਮ ਰਹੀਮ ਦੀ ਉਹ ਕਹਾਣੀ ਦੇਖ ਲਈਏ, ਉਦੋਂ ਉਹ ਹੁਣ ਫੇਰ ਬਰੀ ਕੀਤਾ ਹੋਇਆ ਹੈ। ਜਿਹੜੀ ਹੁਣ ਰੀਸੈਂਟ ਰਿਪੋਰਟ ਆਈ ਹੈ, ਮਤਲਬ ਸਿੱਟ ਬਣਾਈ ਸੀਗੀ, ਉਹਨੇ ਵੀ ਬਰੀ ਕਰ ਦਿੱਤਾ। ਤੇ ਹੁਣ ਅਕਾਲ ਤਖਤ ਤੋਂ ਵੀ ਰੌਲਾ ਪਾ ਰਿਹਾ ਹੈ, ਅਕਾਲੀ ਦਲ ਵੀ ਰੌਲਾ ਪਾ ਰਿਹਾ। ਉਹਦਾ ਤਾਂ 8 ਜਣਿਆਂ ਦਾ ਚਲਾਨ ਹੋ ਗਿਆ ਜੀ ਉਸ ਤੋਂ ਬਾਅਦ। ਪਹਿਲਾਂ ਆਪ ਉਹਨੂੰ ਮਾਫੀਨਾਮੇ ਦੀ ਚਿੱਠੀ ਆਪ ਜਾਰੀ ਕੀਤੀ ਸੀਗੀ, ਤੇ ਕਿੰਨਾ ਪੈਸਾ ਉਹ ਖਰਚ ਕੀਤਾ ਐਡਵਰਟਾਈਜ਼ਮੈਂਟ ਦੇ ਉੱਤੇ ਹੈ ਨਾ। ਇਹ ਸਾਰਾ ਪੋਲਿਟਿਕਸ ਕਰਕੇ ਹੀ ਹੈ। ਤੇ ਉਹ ਡੇਰਿਆਂ ਨੂੰ ਕਿਉਂ ਨਹੀਂ ਨਾਰਾਜ਼ ਕਰਦੇ ਹੈਗੇ, ਅਕਾਲੀ ਕਿਉਂ ਨਾਰਾਜ਼ ਨਹੀਂ ਕਰਦੇ ਡੇਰਿਆਂ ਨੂੰ, ਜਾਂ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਉਹ ਕਿਉਂ ਨਹੀਂ ਨਾਰਾਜ਼ ਕਰਦੀ? ਇਸ ਕਰਕੇ ਨਾਰਾਜ਼ ਨਹੀਂ ਕਰਦੀ ਕਿ ਉਹਨਾਂ ਦੇ ਕਹੇ ਤੇ, ਉਹਨਾਂ ਦੀ ਜਿਹੜੀ ਸੰਗਤ ਹੈ, ਉਹਨਾਂ ਨੇ ਆਪਣੇ ਸੰਤ ਬਾਬੇ ਦੇ ਕਹੇ ਤੇ ਵੋਟਾਂ ਪਾਉਣੀਆਂ। ਇਹ ਸਾਰੀ ਨਰੋਲ ਪੋਲਿਟਿਕਸ ਹੈ। ਜਿਵੇਂ ਆਪਾਂ ਸ਼ੁਰੂ 'ਚ ਕਿਹਾ ਕਿ ਸਿਆਸਤ ਦਾ ਸ਼ਿਕਾਰ ਹੋਇਆ ਕੈਲੰਡਰ, ਨਾ ਕਿ ਕੋਈ ਇਹ 'ਚ ਖਾਮੀ ਸੀਗੀ, ਕੋਈ ਕਮੀ ਨਹੀਂ ਸੀ, ਇੱਕ ਸਿਆਸਤ ਸੀ, ਯੂਨੀਫਾਰਮਿਟੀ ਹੁੰਦੀ ਹੈ। ਦੇਖੋ ਹੁਣ ਇਹ ਕੈਲੰਡਰ ਹਟਾਉਣ, ਪਹਿਲੀ ਗੱਲ ਤਾਂ ਇਹ ਹੈ ਜਿਹੜਾ ਫੈਸਲਾ ਚਾਹੇ ਕਮੇਟੀ ਵਿੱਚ ਸ਼ਾਮਲ ਕਰਕੇ, ਜਿਹਨੇ ਕੈਲੰਡਰ ਬਣਾਇਆ ਉਹਨੂੰ ਸ਼ਾਮਲ ਕਰਕੇ ਅਕਾਲ ਤਖਤ ਤੋਂ ਬਕਾਇਦਾ ਮਤਲਬ ਅਪਰੂਵ ਕੀਤਾ ਗਿਆ, ਅਕਾਲ ਤਖਤ ਦੇ ਫੈਸਲੇ ਨੂੰ ਹੀ ਤੁਸੀਂ ਫਿਰ ਮਤਲਬ ਉਹਨੂੰ ਅਕਾਲ ਤਖਤ ਨੂੰ ਹੀ ਥੱਲ ਦਿਓ, ਤੇ ਅਕਾਲ ਤਖਤ ਵੱਲੋਂ ਹੀ ਥੱਲ ਦਿਓ, ਲੋਕਾਂ ਦੇ ਕੀ ਪ੍ਰਭਾਵ ਜਾਊਗਾ? ਜਦੋਂ ਇਹ ਵਾਪਸ ਹੋਇਆ ਕੈਲੰਡਰ ਦੁਬਾਰਾ, ਜਦੋਂ ਵਾਪਸ ਲੈ ਗਿਆ, ਉਦੋਂ ਕੌਣ ਜਥੇਦਾਰ ਸੀ ਜੀ? ਵੇਦਾਂਤੀ ਸਾਹਿਬ ਤੇ ਮੇਰੇ ਖਿਆਲ ਉਦੋਂ ਨਹੀਂ ਸੀ ਹੋਣਗੇ। ਵੇਦਾਂਤੀ ਸਾਹਿਬ ਹਟ ਗਏ ਸੀ ਉਦੋਂ। ਵੇਦਾਂਤੀ ਸਾਹਿਬ ਨੇ ਤਾਂ ਬਹੁਤ ਇਸ ਪੋਜ਼ਿਟਿਵ ਰੋਲ ਅਦਾ ਕੀਤਾ, ਜਿਵੇਂ ਤੁਸੀਂ ਉਹਨਾਂ ਨੇ ਬਿਆਨ ਦਿੱਤੇ ਸੀ ਕਿ ਮੇਰੀ ਫੋਨ ਤੇ ਵੀ ਗੱਲ ਹੋਈ ਸੀ, ਇੱਥੋਂ ਹੀ ਮੈਂ ਕੀਤੀ ਸੀ ਉਹਨਾਂ ਦੇ ਨਾਲ।
ਉਦੋਂ ਮੇਰਾ ਖਿਆਲ ਹੈ ਵਿਦਾਂਤੀ ਜੀ ਤੋਂ ਬਾਅਦ ਕੌਣ ਬਣਿਆ ਸੀ, ਜਥੇਦਾਰ ਗੁਰਬਚਨ ਸਿੰਘ ਨਹੀਂ ਸੀ ਆਗੇ, ਕੌਣ? ਗੁਰਬਚਨ ਸਿੰਘ ਹੀ ਬਣੇ ਮੇਰੇ ਖਿਆਲ ਹੈ ਉਹੀ ਸੀਗੇ। ਉਹਨਾਂ ਨੇ ਇਦਾਂ ਦੇ ਸਾਰੇ ਕੰਮ ਜਿਹੜੇ ਪੁੱਠੇ ਸਿੱਧੇ ਉਹਨਾਂ ਕੋਲੋਂ ਬਹੁਤ ਉਹਨਾਂ ਨੂੰ ਮਹਿਸੂਸ ਕੀਤਾ ਗਿਆ, ਬਹੁਤ ਮਿਸਯੂਜ਼ ਹੋਈ ਹੈ ਨਾ। ਜਿਹੜੇ ਬੰਦੇ ਦਮਖਮ ਨਹੀਂ ਹੈਗਾ ਤੁਹਾਡੇ ਵਿੱਚ ਤੇ ਫਿਰ ਉਹ ਤਾਂ ਹੀ ਕਰਾਉਂਦੇ ਨੇ ਨਾ, ਇਸੇ ਕਰਕੇ ਤਾਂ ਵੈਸੇ ਡਾਕਟਰ ਸਾਹਿਬ ਜੇ ਸ਼ੁਰੂਆਤੀ ਦੌਰ 'ਚ ਜਦੋਂ ਬੀਬੀ ਜਗੀਰ ਕੌਰ ਨੇ ਇਹ ਮਨਜ਼ੂਰ ਕਰਨ ਦਾ ਮਨ ਬਣਾ ਲਿਆ ਤੇ ਵਿਦਾਂਤੀ ਸਾਹਿਬ ਉਦੋਂ ਤੁਸੀਂ ਦੱਸ ਰਹੇ ਹੋ, ਤੇ ਜਿਹੜੀ ਆਵਾਜ਼ ਉੱਠੀ ਸੀ ਉਹਨੂੰ ਦਬਾ ਦਿੱਤਾ ਜਾਂਦਾ। ਪੂਰਨ ਸਿੰਘ ਰਾਂਦੀ ਹੈ ਤੇ ਮੁਲਾਜ਼ਮ ਹੀ ਸੀ ਨਾ, ਉਹ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੀ ਸੀ ਨਾ, ਗ੍ਰੰਥੀ ਸੀਗੇ। ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਜੇ ਉਹ ਬੰਦਾ ਬਗਾਵਤ ਕਰਦਾ ਲਾਂਭੇ ਕਰ ਦਿੱਤਾ ਜਾਂਦਾ। ਉਹਨੂੰ ਦਬਾਉਣਾ ਚਾਹੀਦਾ ਸੀ, ਇਹਨੂੰ ਲਾਗੂ ਰੱਖਣਾ ਚਾਹੀਦਾ ਸੀ। ਉਹਦੇ ਸਿੱਖ ਧਰਮ ਦੀ ਆਈਡੀਓਲੋਜੀ ਵੱਡੀ ਆ ਜਾਂ ਇੱਕ ਵਿਅਕਤੀ ਵਿਸ਼ੇਸ਼ ਵੱਡਾ ਹੈ? ਹਾਂ ਬਿਲਕੁਲ ਉਹੀ ਹੈ ਨਾ। ਇੱਥੇ ਅਸੀਂ ਵਿਅਕਤੀਆਂ ਦੇ ਮੁਤਾਬਕ ਚੱਲਦੇ, ਅਸੀਂ ਇਹ ਦੇਖਦੇ ਕਿਹੜੇ ਬੰਦੇ ਦੀ ਪਾਵਰ ਕਿੰਨੀ ਕਾ ਤੇ ਕਿਵੇਂ। ਇਹ ਗਿਆਨੀ ਪੂਰਨ ਸਿੰਘ ਸ਼ਾਇਦ ਉਹੀ ਨੇ ਜਿਨ੍ਹਾਂ ਗੁਣੇ ਤੋਂ ਰਸਤੇ ਜਾਂਦੇ ਜਾਂਦੇ ਉਹ ਗੁੰਮਨਾਮਾ ਕਰਤਾ ਸੀ, ਬੜੀ ਕ੍ਰਿਟਿਸਿਜ਼ਮ ਹੋਇਆ ਸੀ ਉਹਨਾਂ ਦਾ। ਉਹ ਕੀ ਕਹਿੰਦੇ ਹੁੰਦੇ ਨੇ, ਮੈਂ ਇਹਦਾ ਲੈਕਚਰ ਸੁਣਿਆ ਸੀ ਅਨੰਦਪੁਰ ਸਾਹਿਬ, ਇਹ ਆਪਣੇ ਆਪ ਨੂੰ ਕਹਿੰਦਾ ਸੀ ਲਵ ਕੁਸ਼ ਦੀ ਮਤਲਬ ਹੋਇਆ ਔਲਾਦ ਆ ਸੀ। ਇਹ ਤੁਸੀਂ ਮਤਲਬ ਦੇਖੋ ਵੀ ਇਹ ਕਰ ਕੀ ਰਹੇ ਨੇ। ਅਕਾਲ ਤਖਤ ਤੋਂ ਹੋਇਆ ਫੈਸਲਾ ਫਿਰ ਅਕਾਲ ਤਖਤ ਤੋਂ ਵੱਲੋਂ ਹੀ ਉਲਟਿਆ ਜਾਣਾ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ। ਪਹਿਲੀ ਗੱਲ ਤਾਂ ਇਹਦੇ ਨਾਲ ਸਿੱਖੀ ਸਿਧਾਂਤਾਂ ਨੂੰ ਢਾਹ ਰੱਖਦੇ। ਦੂਜਾ ਸਾਡੀ ਜਿਹੜੀ ਯੂਨੀਫਾਰਮਿਟੀ ਸੀ ਉਹ ਖਤਮ ਹੁੰਦੀ ਹੈ ਨਾ। ਇੱਕ ਟਾਈਮ ਦੇ ਉੱਤੇ ਸਾਰੇ ਜਦੋਂ ਇੱਕ ਬੰਦੇ ਨੇ ਆਰਗੂਮੈਂਟ ਦਿੱਤੀ ਵੀ ਨਹੀਂ ਅਸੀਂ ਤਾਂ ਬਾਹਰਲੇ ਮੁਲਕਾਂ 'ਚ ਬੈਠੇ ਹਾਂ, ਅਸੀਂ ਤਾਂ ਹਰੇਕ ਜਿਹੜਾ ਤਿਉਹਾਰ ਹੈ ਕਦੋਂ ਵੀ ਆ ਜਾਏ, ਗੁਰਪੁਰਬ ਹੈ ਕੋਈ, ਉਹਨੂੰ ਐਤਵਾਰ ਨੂੰ ਮਨਾਉਣਾ। ਵੀ ਤੁਹਾਡਾ ਮਨਾਉਣਾ ਹੋਰ ਗੱਲ ਹੈ, ਕਿਹੜੇ ਦਿਨ ਤੇ ਆਉਂਦਾ ਇਹ ਇੱਕ ਬਿਲਕੁਲ ਹੀ ਟੋਟਲੀ। ਇਹਦਾ ਮਤਲਬ ਇਹ ਥੋੜਾ ਵੀ ਤੁਹਾਡੇ ਮੁਤਾਬਕ ਅਸੀਂ ਉਹ ਦਿਨ ਹੀ ਐਤਵਾਰ ਕਰ ਦਈਏ। ਹੁਣ ਤੁਸੀਂ ਦੇਖੋ ਪਾਕਿਸਤਾਨ ਵਿੱਚ ਵੀ ਤੇ ਅਮਰੀਕਾ ਤੇ ਕੈਨੇਡਾ ਦੇ ਸਿੱਖ ਵੀ ਜਿਹੜਾ ਓਰੀਜਨਲ ਮੂਲ ਨਾਨਕਸ਼ਾਹੀ ਕੈਲੰਡਰ ਪੁਰੇਵਾਲ ਉਹਨਾਂ ਨੇ ਬਣਾਇਆ ਸੀ, ਜਿਹੜਾ ਲਾਗੂ ਕੀਤਾ ਗਿਆ ਸੀ ਅਕਾਲ ਤਖਤ, ਉਹਦੇ ਹਿਸਾਬ ਨਾਲ ਦਿਹਾੜੇ ਮਨਾਉਂਦੇ ਨੇ। ਤੇ ਇੰਡੀਆ ਤੋਂ ਉਹ ਭੇਜਦੇ ਨੇ ਜਥਾ ਆਪਣਾ ਜਿਹੜਾ ਬਿਕਰਮੀ ਕੈਲੰਡਰ ਹੈ ਉਹਦੇ ਮੁਤਾਬਕ। ਉਹ ਹਰ ਵਾਰੀ ਕਦੀ ਵੀਜ਼ਾ ਰਿਜੈਕਟ ਹੋ ਜਾਂਦਾ, ਕਦੀ ਉਹ ਮਨਾ ਚੁੱਕਦੇ ਨੇ ਤਾਂ ਉਦੋਂ ਜਾਂਦੇ ਨੇ, ਜਾਂ ਇਹਨਾਂ ਨੇ ਹਾਲੇ ਇਹ ਜਾ ਆਉਂਦੇ ਨੇ ਮਗਰੋਂ ਮਨਾਉਂਦੇ। ਮਤਲਬ ਉਹ ਸਾਰੀ ਡਾਕਟਰ ਸਾਹਿਬ ਲੋਕਾਂ ਨੇ ਕਿਤੇ ਨਾ ਕਿਤੇ ਐਕਸੈਪਟ ਕਰ ਲਿਆ, ਲੋਕੀ ਦੋਵਾਂ ਦਿਨਾਂ ਨੂੰ ਮਨਾਈ ਜਾ ਰਹੇ ਆ ਵੀ ਉਹ ਵੀ ਬਣਾ ਲਓ ਉਹ ਵੀ ਬਣਾ ਲਓ। ਮਤਲਬ ਹਾਂਜੀ ਬਹੁਤ ਹੀ ਵਧੀਆ ਤਾਂ ਹੈ ਨਹੀਂ। ਹਾਂਜੀ ਹਾਂ ਇਹ ਤਾਂ ਵਧੀਆ ਨਹੀਂ, ਪਰ ਡਾਕਟਰ ਸਾਹਿਬ ਆਉਣ ਵਾਲੀ ਜਨਰੇਸ਼ਨ ਕਿੱਦਾਂ ਮਤਲਬ ਸੋਚਣ ਵਾਲੀ ਗੱਲ ਇਹ ਆ ਕਿ ਸਿੱਖ ਧਰਮ ਨੂੰ ਜਿਹੜੇ ਦਰਪੇਸ਼ ਮਸਲੇ ਆ, ਧਾਰਮਿਕ ਮਸਲੇ, ਹੋਰ ਵੀ ਬਹੁਤ ਸਾਰੇ ਮਸਲੇ ਨੇ ਜਿਹੜੇ ਅੱਜ ਸਾਡੇ ਪ੍ਰੋਗਰਾਮ ਦਾ ਹਿੱਸਾ ਨਹੀਂ ਹੈ, ਸਾਡੇ ਪ੍ਰੋਗਰਾਮ ਦਾ ਹਿੱਸਾ ਨਹੀਂ ਹੈ, ਜਿਹਦੇ ਵਿੱਚ ਬਹੁਤ ਕੁਝ ਹੈ। ਗੁਰਬਾਣੀ ਚ ਰਲਾ ਆ, ਗ੍ਰੰਥਾਂ ਨੂੰ ਮੰਨਣ ਦੀ ਗੱਲ ਹੈ, ਜਿਹੜਾ ਬਾਰ-ਬਾਰ ਆਉਂਦੇ ਆ ਸਾਡੇ ਸੂਰਜ ਪ੍ਰਕਾਸ਼ ਦਾ, ਹੁਣ ਆਪਾਂ ਉਹ ਕਦੀ ਫੇਰ ਕਰਾਂਗੇ। ਪਰ ਜਿਸ ਤਰੀਕੇ ਨਾਲ ਅਜੋਕੇ 21ਵੀਂ ਸਦੀ ਦੇ ਦੌਰ ਵਿੱਚ ਜਦੋਂ ਅਸੀਂ ਕਹਿੰਦੇ ਕਿ ਲੋਕ ਬੜੇ ਚੇਤਨ ਹੋ ਗਏ, ਸਿਆਣੇ ਹੋ ਗਏ, ਐਜੂਕੇਸ਼ਨ ਦਾ ਦੌਰ ਆ, ਸਾਡੇ ਕੋਲ 3-3 4-4 ਯੂਨੀਵਰਸਿਟੀਆਂ ਨੇ, ਉੱਚ ਵਿਦਵਾਨ ਬੈਠੇ ਨੇ, ਤੇ ਫਿਰ ਉਹ ਸਾਰੀ ਚੀਜ਼ ਨੂੰ ਡਿਸਕਸ ਵੀ ਕਰ ਸਕਦੇ ਆ, ਉਹਦਾ ਸਹੀ ਮੁਲਾਂਕਣ ਕਰਕੇ ਉਹਦਾ ਸਹੀ ਜਿਹੜਾ ਹੈਗਾ ਉੱਤਰ ਉਹ ਵੀ ਖੋਜ ਸਕਦੇ ਆ। ਤੇ ਫਿਰ ਇਹਦੀ ਵਜ੍ਹਾ ਕੱਲੀ ਸਿਆਸਤ ਸਾਡੇ ਤੇ ਇੰਨੀ ਆ ਵੀ ਆ ਕਿ ਬਹੁਤ ਜ਼ਿਆਦਾ ਕਿ ਅਸੀਂ ਮਤਲਬ ਮਸਲਿਆਂ ਨੂੰ ਹੱਲ ਹੀ ਨਹੀਂ। ਉਹਦੇ ਵਿੱਚ ਕਹਿ ਲਓ ਤੁਸੀਂ ਸਿਆਸਤ ਦੇ ਵਿੱਚ ਰੋਲ ਇਸ ਤਰ੍ਹਾਂ ਹੋ ਗਿਆ ਕਿ ਧਰਮ ਨੂੰ ਅਸੀਂ ਸਿਆਸਤ ਦੇ ਵਾਸਤੇ ਉਹਨੂੰ ਗਲਤ ਵਰਤੋਂ ਕਰਦੇ ਹਾਂ। ਉਹ ਸਿਰਫ ਵਰਤੋਂ ਕਰਨ ਲਈ ਰਹਿ ਗਿਆ। ਧਰਮ ਦੀ ਉਹ ਭਾਵਨਾ ਜਿਹੜੀ ਉਹਨੂੰ ਤਾਂ ਅਸੀਂ ਪਿੱਛੇ ਛੱਡਦੇ ਜਾਂਦੇ ਹਾਂ। ਚਾਹੀਦਾ ਤਾਂ ਇਹ ਹੈ ਕਿ ਅਕਾਲ ਤਖਤ ਦਾ ਜਥੇਦਾਰ ਹੈ ਜਿਹੜਾ, ਉਹ ਪਹਿਲੀ ਗੱਲ ਪੜ੍ਹਿਆ ਲਿਖਿਆ ਬੰਦਾ, ਜਿਹਨੂੰ ਸਮਝ ਹੋਵੇ ਉਹ ਲੱਗਣਾ ਚਾਹੀਦਾ। ਹੁਣ ਤੇ PhD ਨੇ ਜੀ, ਉਹ ਥੋੜਾ ਇੰਡੀਪੈਂਡੈਂਟ ਹੋਣਾ ਚਾਹੀਦਾ ਆਪਣੇ ਫੈਸਲੇ ਲੈਣ ਨੂੰ। ਹਾਂ ਇਹ ਗੱਲ ਜ਼ਰੂਰੀ ਆ। ਹਾਂ ਦੇਖ ਸੋਵਰਨ ਸੀਟ ਤਾਂ ਹੀ ਬਣੂਗੀ ਉਹ ਜੇ ਉਹ ਫੈਸਲੇ ਲੈਣ ਨੂੰ ਇੰਡੀਪੈਂਡੈਂਟ ਹੋਊਗਾ। ਜੇ ਉਹਨੇ ਫੈਸਲੇ ਅਕਾਲੀ ਦਲ ਦੇ ਕਹੇ ਤੇ ਲੈਣੇ ਨੇ ਵੀ ਕਿਹੜਾ ਹੁਣ ਬਿਆਨ ਦੇਣਾ ਕਿਹੜਾ ਨਹੀਂ ਦੇਣਾ, ਰਾਮ ਰਹੀਮ ਨੂੰ ਮਾਫੀ ਦੇਣੀ ਹੈ ਕਿ ਨਹੀਂ ਦੇਣੀ, ਫਿਰ ਕਿਸ ਤਰ੍ਹਾਂ ਇਹ ਮਤਲਬ ਹੋ ਸਕਦੀ ਹੈ ਸਾਡੀ ਸੋਵਰਨ ਸੀਟ ਤਾਂ ਕਿਵੇਂ ਰਹੂਗੀ ਉਹ ਫਿਰ? ਬਿਲਕੁਲ ਕਿਵੇਂ ਅਸੀਂ ਅਕਾਲ ਤਖਤ ਦੀ ਜਿਹੜੀ ਹੈਗੀ ਹੈ। ਡਾਕਟਰ ਸਾਹਿਬ ਕਈ ਮੁੱਦੇ ਇਦਾਂ ਦੇ ਨੇ ਜਿਹੜੀ ਅਸੀਂ ਬਚਪਨ ਤੋਂ ਸੁਣਦੇ ਆਏ ਆ, ਜਿੱਦਾਂ ਸਿੱਖ ਸਿਧਾਂਤ ਦਾ ਇੱਕ ਹਿੱਸਾ ਕਿਹਾ ਜਾਂਦਾ ਹੈ ਕਿ ਮੀਰੀ ਪੀਰੀ ਦਾ ਸਿਧਾਂਤ ਹੈ। ਤੇ ਅਜੋਕੇ ਯੁੱਗ ਵਿੱਚ ਹੁਣ ਅਸੀਂ ਆਪ ਹੀ ਜਿਹੜੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਅਕਾਲੀ ਦਲ ਨੇ ਬਹੁਤ ਮਹਿਸੂਸ ਕੀਤਾ ਧਰਮ ਸਾਡੇ ਨੂੰ, ਔਰ ਧਰਮ ਦੀਆਂ ਜਿਹੜੀਆਂ ਮਰਿਆਦਾ ਉਹਨਾਂ ਦਾ ਬੜਾ ਘਾਣ ਕੀਤਾ, ਔਰ ਨੁਕਸਾਨ ਇੰਨਾ ਹੋ ਗਿਆ ਕਿ ਉਹ ਰਿਕਵਰ ਕਰਨਾ ਔਖਾ ਹੋ ਜਾਣਾ ਹੈ। ਤੇ ਉਹਨਾਂ ਦੇ ਉੱਤੇ ਕੋਈ ਉਂਗਲ ਠਾਵੇ ਵੀ ਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਬਹੁਤਾ, ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਮੈਂ ਇਹ ਗੱਲ ਕਹਿਣੀ ਚਾਹ ਰਿਹਾ ਕਿ ਜਿਹੜੀਆਂ ਇਹ ਮੁੱਢਲੀਆਂ ਚੀਜ਼ਾਂ ਸੀਗੀਆਂ, ਹੁਣ ਜਿੱਦਾਂ ਉਹ ਵਡਾਲਾ ਸਾਹਿਬ ਸੀਗੇ ਉੱਥੇ ਮੇਰੇ ਖਿਆਲ ਕਰਦੇ ਹੁੰਦੇ ਕੀਰਤਨ, ਉਹ ਕਈ ਸਵਾਲ ਉਠਾਉਂਦੇ ਨੇ
ਬਾਹਰ ਨਿਕਲਣ ਤੋਂ ਬਾਅਦ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਸਵਾਲ ਉਠਾਉਂਦੇ ਨੇ ਤੇ ਕਈ ਹੋਰ ਇਹਦੇ ਮਸਲੇ ਨੇ। ਜਿੱਦਾਂ ਹੁਣ ਮੀਰੀ ਪੀਰੀ ਦੇ ਸਿਧਾਂਤ ਦੀ ਜਦੋਂ ਗੱਲ ਕਰਦੇ ਆ, ਮੈਂ ਕਈਆਂ ਲੋਕਾਂ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਨਹੀਂ ਜੀ ਇਹ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਚਲਾਇਆ ਸੀਗਾ। ਤੇ ਅਜੋਕੇ ਦੌਰ ਵਿੱਚ ਜੇ ਆਪਾਂ ਉਸ ਚੀਜ਼ ਨੂੰ ਲੈ ਕੇ ਤੁਰੇ ਰਵਾਂਗੇ ਤੇ ਫਿਰ ਇਹਦਾ ਮਹਿਸੂਸ ਕਰਦੀਆਂ ਰਹਿਣਗੀਆਂ ਪੋਲੀਟੀਕਲ ਪਾਰਟੀਆਂ। ਬਿਲਕੁਲ ਬਿਲਕੁਲ। ਦੇਖੋ ਮੀਰੀ ਪੀਰੀ ਦਾ ਤਾਂ ਮਤਲਬ ਇਹ ਹੈ ਕਿ ਐਟ ਏ ਟਾਈਮ ਮਨੁੱਖ ਧਾਰਮਿਕ ਵੀ ਹੈ ਤੇ ਉਹ ਦੁਨਿਆਵੀ ਵੀ ਹੈ ਨਾ। ਦਰਬਾਰ ਆਪਣਾ ਹਰਮੰਦਰ ਸਾਹਿਬ ਦੇ ਸਾਹਮਣੇ ਉਹਨਾਂ ਨੇ ਅਕਾਲ ਬੁੰਗਾ ਬਣਾਇਆ ਕਿ ਜਿਹੜੇ ਸਾਡੇ ਦੁਨਿਆਵੀ ਫੈਸਲੇ ਨੇ ਉਹ ਇੱਥੇ ਬੈਠ ਕੇ ਹੋਣੇ ਨੇ। ਤੇ ਉਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਅਸੀਂ ਗਾਈਡੈਂਸ ਹੈ ਉਹ ਗੁਰਬਾਣੀ ਤੋਂ ਲੈਣੀ ਹੈ ਨਾ। ਤੇ ਹੁਣ ਜਿਹੜਾ ਇਸ ਸਿਧਾਂਤ ਦੀ ਆੜ ਦੇ ਵਿੱਚ ਮੈਂ ਕਹਿੰਦੀ ਹਾਂ ਵੀ ਨਹੀਂ, ਸਾਡਾ ਤਾਂ ਮੀਰੀ ਪੀਰੀ ਦਾ ਸਿਧਾਂਤ ਇੱਕ ਹੈ, ਅਸੀਂ ਧਰਮ ਹੈ ਜਿਹੜਾ ਉਹ ਤਾਂ ਪਿੱਛੇ ਰਹਿ ਗਿਆ, ਪੋਲਿਟਿਕਸ ਉਹਦੇ ਉੱਤੇ ਹਾਵੀ ਹੋ ਗਈ ਹੈ ਨਾ। ਚਾਹੀਦਾ ਤਾਂ ਇਹ ਹੈ ਕਿ ਦੁਨਿਆਵੀ ਕੰਮਾਂ ਦੇ ਲਈ ਅਸੀਂ ਗਾਈਡੈਂਸ ਗੁਰੂ ਤੋਂ ਲਈਏ। ਉਹਦਾ ਉਲਟ ਹੋ ਗਿਆ ਹੋਇਆ ਕਿ ਅਸੀਂ ਗੁਰੂ ਨੂੰ ਵਰਤ ਰਹੇ ਹਾਂ ਆਪਣੀ ਪੋਲਿਟਿਕਸ ਕਰਨ ਦੇ ਵਾਸਤੇ ਹੈ ਨਾ। ਧਰਮ ਦੇ ਨਾਂ ਤੇ ਜਦੋਂ ਜੀ ਕੀਤਾ ਲੋਕਾਂ ਨੂੰ ਐਕਸਪਲਾਇਟ ਕਰ ਲਿਆ, ਮਗਰ ਲਾ ਲਿਆ ਤੇ ਜੋ ਮਨ ਆਇਆ ਫੈਸਲੇ ਕਰ ਦਿੱਤੇ। ਇਹ ਇਦਾਂ ਤੇ ਨਹੀਂ ਨਾ। ਡਾਕਟਰ ਸਾਹਿਬ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਇਹ ਚੇਤਨਾ, ਧਾਰਮਿਕ ਚੇਤਨਾ ਕਹਿ ਲਓ ਜਾਂ ਮਤਲਬ ਜਿਹੜੀ ਇਨਸਾਨੀਅਤ ਦੀ ਗੱਲਬਾਤ ਜੇ ਆਪਾਂ ਕਰ ਰਹੇ ਹਾਂ ਜਾਂ ਧਰਮ ਦੀ ਗੱਲ ਕਰ ਰਹੇ ਹਾਂ, 550 ਸਾਲ ਪਹਿਲਾਂ ਜ਼ਿਆਦਾ ਅਵੇਅਰ ਸੀਗੇ ਲੋਕ ਤੇ ਹੁਣ ਮੇਰੇ ਖਿਆਲ 21ਵੀਂ ਸਦੀ ਚ ਆ ਕੇ ਅਸੀਂ ਜਿਹੜੇ ਆ ਉਹ ਤੇ ਹਨੇਰ ਚ ਚਲ ਗਏ ਆ। ਨਹੀਂ, ਲੋਕ ਤਾਂ ਅਵੇਅਰ ਹੈਗੇ ਨੇ, ਪਰ ਲੋਕ ਹੁਣ ਪੋਲਿਟਿਕਸ ਦੇ ਵਿੱਚ ਇਹ ਦੇਖਦੇ ਆ ਸਾਡਾ ਬੈਨੀਫਿਟ ਕਿੱਥੇ ਆ ਹੈ ਨਾ, ਅਸੀਂ ਪੋਲੀਟੀਕਲ ਲਾਹਾ ਕਿੱਥੋਂ ਲੈਣਾ। ਤੇ ਅਕਾਲੀ ਦਲ ਵੀ ਇਹ ਕੁਝ ਕਰ ਰਿਹਾ, ਜਿਹੜੇ ਹੋਰ ਮਗਰ ਲੱਗਦੇ ਨੇ ਉਹ ਵੀ ਇਹ ਕੁਝ ਕਰ ਰਹੇ ਨੇ ਹਨਾ। ਧਰਮ ਦਾ ਪੈਸਾ ਜਿਹੜਾ ਉਹ ਅਸੀਂ ਪੋਲਿਟਿਕਸ ਲਈ ਵਰਤ ਰਹੇ ਹਾਂ। ਤੇ ਚਾਹੀਦਾ ਤਾਂ ਇਹ ਹੈ ਕਿ ਮਤਲਬ SGPC ਹੈਗੀ ਹੈ, ਐਡਾ ਵੱਡਾ ਅਦਾਰਾ ਹੈ ਉਹ, ਤੇ ਅਸੀਂ ਸਕੂਲ ਖੋਲੀਏ, ਅਸੀਂ ਕਾਲਜ ਖੋਲੀਏ ਜਿੱਥੇ ਅਸੀਂ ਗਰੀਬ ਸਿੱਖ ਬੱਚਿਆਂ ਨੂੰ ਮੁਫਤ ਵਿੱਦਿਆ ਦੇ ਸਕੀਏ ਤਾਂ ਕਿ ਉਹ ਐਜੂਕੇਸ਼ਨ। ਸਕੂਲ ਕਾਲਜ ਖੋਲੇ ਨੇ ਪਰ ਉਹ ਬੜੇ ਕੰਪੀਟੀਸ਼ਨ 'ਚ ਫੀਸ ਲੈਂਦੇ ਜੀ ਪੂਰੀ ਦੀ ਪੂਰੀ। ਹਰਕ੍ਰਿਸ਼ਨ ਪਬਲਿਕ ਸਕੂਲ ਦੇਖ ਲਓ, ਇਹਨਾਂ ਦੇ ਸ਼੍ਰੋਮਣੀ ਕਮੇਟੀ ਅੰਦਰ ਚੱਲਣ ਵਾਲੇ ਸਕੂਲ ਦੇਖ ਲਓ। ਕਿਹੜਾ ਗਰੀਬ ਹੈ ਜਿਹਨੂੰ ਉੱਥੇ ਫ੍ਰੀ ਐਜੂਕੇਸ਼ਨ ਮਿਲਦੀ ਹੈ ਨਾ। ਹਸਪਤਾਲ ਖੋਲਿਆ ਗੁਰੂ ਰਾਮਦਾਸ ਹਸਪੀਟਲ, ਉੱਥੇ ਲੋਕਾਂ ਦੀ ਉਹੀ ਕੰਮ ਹੋ ਰਿਹਾ, ਮਰੀਜ਼ ਦੀ ਡੈੱਡ ਬੋਡੀ ਨਹੀਂ ਦਿੱਤੀ ਜਾਂਦੀ। ਮੈਂ ਪਿਛਲੇ ਦਿਨੀ ਇੱਕ ਮੇਰੇ ਦੋਸਤ ਨੇ ਕਿਸੇ ਪੋਲੀਟੀਕਲ ਪਾਰਟੀ ਦੇ ਲੀਡਰ, ਉਹ ਕਹਿ ਰਹੇ ਸੀ ਕਿ ਇੱਕ ਗਰੀਬ ਘਰ ਦਾ ਬੰਦਾ ਉੱਥੇ ਮਰ ਗਿਆ ਤੇ ਉਹਦੀ ਬੋਡੀ ਨਹੀਂ ਦੇ ਰਹੇ ਜੀ। 30 ਪਹਿਲਾਂ ਉਹ 2.5 ਲੱਖ 2.5 ਕਿ 1.5 ਲੱਖ ਉਹਨੇ ਦੱਸਿਆ ਕਿ ਕਰਜ਼ਾ ਚੁੱਕ ਕੇ ਦੇ ਚੁੱਕੇ ਇਲਾਜ ਤੇ, ਪਰ 30,000 ਬੈਲੈਂਸ ਸੀਗਾ ਪਰ ਡੈੱਡ ਬੋਡੀ ਨਹੀਂ ਸੀ ਦੇ ਰਹੇ। ਤਾਂ ਹਾਲਾਤ ਇਹ ਆ ਕਿ ਗੁਰੂ ਘਰਾਂ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਕੰਮ ਹੋਣਾ ਨਾ ਵੀ ਚਾਹੀਦਾ। ਤੇ ਇਹ ਹੈ ਕਿ ਜੇ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ, ਸਾਡਾ ਇਹ ਏਡਾ ਵੱਡਾ ਅਦਾਰਾ ਹੈ, ਉਹਦੀ ਇਨਕਮ ਹੈ, ਗੁਰਦੁਆਰਿਆਂ ਦੇ ਨਾਲ ਪ੍ਰੋਪਰਟੀ ਵੀ ਹੈ ਤੇ ਸੰਗਤ ਦਾ ਪੈਸਾ ਵੀ ਬਥੇਰਾ ਆਉਂਦਾ ਹੈ, ਤੇ ਅਸੀਂ ਉਹਨੂੰ ਇਸ ਪਾਸੇ ਨੂੰ ਲਾਈਏ ਕਿ ਸਾਡੀ ਕੌਮ ਹੈ ਜਿਹੜੀ ਜਾਗਰਤ ਹੋ ਸਕੇ। ਪਰ ਇੱਥੇ ਫਿਰ ਇੱਕ ਹੋਰ ਗੱਲ ਆ ਜਾਂਦੀ ਹੈ, ਜਿੰਨੇ ਲੋਕ ਜਾਗੇ ਹੋਏ ਹੋਣਗੇ ਫਿਰ ਇਹਨਾਂ ਦੀ ਪੋਲਿਟਿਕਸ ਕਿਵੇਂ ਚੱਲੂਗੀ ਹੈ ਨਾ। ਜਿਹਨੇ ਰਾਜ ਕਰਨਾ ਉਹਨੂੰ ਤਾਂ ਲੋਕ। ਡਾਕਟਰ ਸਾਹਿਬ ਹੁਣੇ ਆਪਾਂ ਕਹਿ ਗਏ ਵੀ ਲੋਕ ਤੇ ਜਾਗਰੂਕ ਨੇ, ਇਹ ਚੱਲਣ ਨਹੀਂ ਦਿੰਦੇ। ਪਰ ਦੂਜਾ ਪੱਖੇ ਵੀ ਅਸੀਂ ਵੇਖਦੇ ਹਾਂ ਕਿ ਇਹਦਾ ਮਤਲਬ ਵੀ ਕਿਤੇ ਨਾ ਕਿਤੇ ਸਾਡੇ 'ਚ ਕਮੀ ਆ। ਮੈਂ ਕਈ ਸਵਾਲ ਮਨ 'ਚ ਆਉਂਦੇ ਨੇ, ਜਿੱਦਾਂ ਹੁਣ ਇੱਕ ਚੀਜ਼ ਇਹਨਾਂ ਕੀਤੀ ਆ ਜਿਹਨੂੰ ਬੜਾ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਨਾ ਬੀਬੀ ਜਗੀਰ ਕੌਰ ਨੇ ਹਲਾਓ, ਕਿਉਂਕਿ ਹੁਣ ਸਿਆਸਤ ਫੇਰ ਉਹੀ ਆ ਕਿ ਇਲੈਕਸ਼ਨ ਸਿਰ ਤੇ ਆ ਔਰ ਇਹਨਾਂ ਨੇ ਜਿਹੜਾ ਕੋਈ ਵਿਗੜਿਆ ਹੋਇਆ ਢਾਂਚਾ ਉਹਨੂੰ ਆਪਣੇ ਵੋਟ ਬੈਂਕ ਨੂੰ ਧਿਆਨ 'ਚ ਹੀ ਰੱਖ ਕੇ ਕਰਦੇ ਆ। ਹੁਣ ਇਹਨਾਂ ਕਿਹਾ ਹੈ ਕਿ ਅਸੀਂ ਸਸਤੀਆਂ ਦਵਾਈਆਂ ਪੜ੍ਹੀ ਹੋਣੀ ਤੁਸੀਂ, ਉਹਦੀ ਪਹਿਲਾਂ ਕਿਹਾ ਇਕੱਲੇ ਦਰਬਾਰ ਸਾਹਿਬ 'ਚ ਖੋਲਾਂਗੇ, ਫੇਰ ਕਿਹਾ ਨਹੀਂ ਜੀ ਜਿੱਥੇ ਇਤਿਹਾਸਕ ਗੁਰਦੁਆਰੇ ਨੇ। ਇਹ ਗੱਲ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ੁਰੂ ਕੀਤੀ ਸੀ, ਚਲੋ ਚੰਗੀ ਗੱਲ ਹੈ ਜੇ ਕਰ ਸਕਣ, ਪਰ ਨਾਲ ਦੀ ਨਾਲ ਇਹ ਵੀ ਹੋਵੇ ਵੀ ਲੋਕਾਂ ਨੂੰ ਉੱਥੇ ਹਰ ਇੱਕ ਬੰਦੇ ਦੀ ਪਹੁੰਚ ਹੋਵੇ ਔਰ ਮਿਲੇ। ਪਹੁੰਚ ਹੋਵੇ, ਇਹ ਤਾਂ ਨਹੀਂ ਹੈ ਗਰੀਬ ਬੰਦਾ ਦੇਖ ਕੇ ਉਹਨੂੰ ਦੂਰੋਂ ਬਚਾ ਦੇਣਾ, ਇਦਾਂ ਦੀ ਗੱਲ ਤਾਂ ਨਹੀਂ ਨਾ ਹੋਣੀ ਚਾਹੀਦੀ ਹੈਗੀ ਹੈ ਨਾ। ਜਾਂ ਡੋਨੇਸ਼ਨਾਂ ਲੈ ਕੇ ਐਡਮਿਸ਼ਨਾਂ ਦੇਣੀਆਂ ਨੇ। ਤੇ ਵੈਸੇ ਡਾਕਟਰ ਸਾਹਿਬ ਆਪਾਂ ਨੂੰ ਇਦਾਂ ਮਹਿਸੂਸ ਨਹੀਂ ਹੁੰਦਾ ਕਿ ਜਿੱਦਾਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ 1920 ਤੋਂ ਪਹਿਲਾਂ, ਇੱਕ ਉਹਦਾ ਦਾ ਰਿਫਾਰਮ ਹੋਣੇ ਬਹੁਤ ਜ਼ਰੂਰੀ ਹੈ ਇਸ ਵੇਲੇ। ਪੋਲੀਟੀਸ਼ੀਅਨਸ ਤੋਂ ਗੁਰਦੁਆਰੇ ਦਾ ਪ੍ਰਬੰਧ ਹੈ ਜਿਹੜਾ ਉਹਨੂੰ ਆਜ਼ਾਦ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵੇਲੇ, ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਉਦੋਂ ਕਿਸੇ ਨੇ ਕਿਹਾ ਵੀ ਸੀਗਾ ਵੀ ਉਹ ਮਹੰਤਾਂ ਤੋਂ ਤਾਂ ਗੁਰਦੁਆਰੇ ਆਜ਼ਾਦ ਕਰਾ ਲੇ, ਪਰ ਇਹਨਾਂ ਕੋਲੋਂ ਨਹੀਂ ਕਰਾਏ ਜਾਣੇ ਹੈਗੇ ਹੈ ਨਾ। ਕਿਉਂਕਿ ਇਹਨਾਂ ਨੂੰ ਕਿਸ ਬੇਸ ਦੇ ਉੱਤੇ। ਪਰ ਡਾਕਟਰ ਸਾਹਿਬ ਕੁਝ ਲੋਕ ਲੰਬੇ ਸਮੇਂ ਤੋਂ ਜਿੱਦਾਂ ਆਪਣੇ ਜਥੇਦਾਰ ਜਿਹੜੇ ਸਾਬਕਾ ਭਾਈ ਰਣਜੀਤ ਸਿੰਘ ਰੀ, ਉਹਨਾਂ ਦੇ ਵੀ ਬੜੇ ਕੰਟਰੋਵਰਸ਼ਲ ਵੈਸੇ ਫੈਸਲੇ ਰਹੇ ਆ, ਪਰ ਉਹਨਾਂ ਨੇ ਬੜੀ ਵਾਰੇ ਸਵਾਲ ਉਠਾਇਆ ਕਿ ਇਹਨਾਂ ਲੋਕਾਂ ਕੋਲੋਂ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਕੋਲ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਇੱਕ ਵੱਡੀ ਮੂਵਮੈਂਟ ਚਾਹੀਦੀ ਆ। ਜਿਹੜੇ ਹੁਣੇ ਮੈਂ ਵਡਾਲਾ ਸਾਹਿਬ ਦਾ ਨਾਂ ਲਿਆ, ਉਹਨਾਂ ਦੀ ਕਹਿ ਰਹੇ ਆ ਵੀ ਉਹ ਵੀ ਕਹਿ ਰਹੇ ਲਗਾਤਾਰ, ਪਰ ਕੋਈ ਇਸ ਤਰ੍ਹਾਂ ਦੀ ਬੱਝਵੀਂ ਜਿਹੜੀ ਆ ਉਹ ਕੋਈ ਲਹਿਰ ਉੱਠ ਨਹੀਂ ਰਹੀ ਇਹਦੇ ਪਿੱਛੇ। ਅਸਲ 'ਚ ਪਤਾ ਕੀ ਹੈ ਗਿੱਲ ਸਾਹਿਬ, ਮੈਂ ਇਦਾਂ ਸੋਚਦੀ ਨਹੀਂ ਹਾਂ। ਹੁਣ ਅਕਾਲੀ ਦਲ ਬਹੁਤ ਕਮਜ਼ੋਰ ਆ, ਰਾਜ ਭਾਗ ਦੇ ਕਾਬਜ ਨਹੀਂ ਆ, ਪਰ ਕੀ ਵਜ੍ਹਾ ਕਿ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰਿਆਂ ਦੀ ਪੋਲਿਟਿਕਸ ਤੋਂ ਬਾਹਰ ਨਹੀਂ ਹੋ ਸਕਦਾ? ਕੋਈ ਨਾ ਕੋਈ ਇੰਟਰਸਟ ਜੁੜਿਆ ਹੋਇਆ ਹੁੰਦਾ ਹੈ ਨਾ, ਜਿਵੇਂ ਆਪਾਂ ਕਹਿ ਲੈਂਦੇ ਹਾਂ
ਹਰੇਕ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ, ਬਹੁਤੇ ਲੋਕ ਜੁੜੇ ਹੋਏ ਨੇ। ਦੂਜਾ ਜਿਹੜੇ ਕਹਿ ਲਓ ਪੜ੍ਹੇ ਲਿਖੇ ਲੋਕ ਨੇ, ਜਾਂ ਉਹ ਕਹਿੰਦੇ ਨੇ ਅਸੀਂ ਕੀ ਲੈਣਾ ਹੈ ਨਾ। ਤੇ ਦੂਸਰੀ ਗੱਲ ਇਹ ਵੀ ਹੈ ਵੀ ਇਹ ਲੱਗਦਾ ਨਹੀਂ ਹੈਗਾ, ਕੋਈ ਨਾਲ ਨਹੀਂ ਲੱਗਦਾ। ਪਰ ਗੱਲ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਵੀ ਕੋਈ ਐਸੀ ਅਸਲ 'ਚ ਜਿੱਥੇ ਇਲੈਕਸ਼ਨ ਆ ਜਾਂਦੀ ਹੈ ਨਾ, ਉਹ ਭਾਵੇਂ ਮਤਲਬ ਤੁਹਾਡੇ ਸਟੇਟ ਦੀ ਸਰਕਾਰ ਹੈ, ਚਾਹੇ ਕੇਂਦਰ ਦੀ ਹੈ, ਚਾਹੇ ਗੁਰਦੁਆਰਾ ਕਮੇਟੀਆਂ ਦੀ, ਜਿੱਥੇ ਇਲੈਕਸ਼ਨ ਆ ਜੂਗੀ ਨਾ ਉੱਥੇ ਫਿਰ ਇੱਦਾਂ ਦੀ ਕਰਪਸ਼ਨ ਹੈ ਜਿਹੜੀ ਉਹ ਵੀ ਕਰੀਬ ਕਰ ਜਾਂਦੀ ਹੈ। ਇਲੈਕਸ਼ਨ ਜਿੱਤਣ ਲਈ 100 ਹਰਬੇ ਲੋਕੀ ਵਰਤਦੇ ਆ। ਤੇ ਹੋਣਾ ਇਹ ਚਾਹੀਦਾ ਕਿ ਜਿਹੜਾ ਵੀ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਜਾਣਾ ਜਾਂ ਚੁਣਿਆ ਜਾਊਗਾ, ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ ਹੋਣਾ ਚਾਹੀਦਾ, ਹੈ ਨਾ। ਇਹ ਤਾਂ ਹੀ ਇਹ ਇੱਕੋ ਇੱਕ ਸਾਧਨ ਹੈ ਜਿਹਦੇ ਦੇ ਰਾਹੀਂ ਅਸੀਂ ਆਪਣਾ ਕੀ ਕਹਿੰਦੇ ਹੁੰਦੇ ਨੇ ਬਚਾ ਸਕਦੇ। ਜਾਣੀ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਹੈ ਉਹ ਜੀ ਇੱਕ ਸੁਧਾਰ ਦੀ ਮੂਵਮੈਂਟ ਦੀ ਇਸ ਵੇਲੇ ਸਾਨੂੰ ਬਹੁਤ ਵੱਡੀ ਲੋੜ ਹੈ। ਬਿਲਕੁਲ ਬਿਲਕੁਲ ਜੀ। ਤੁਸੀਂ ਉਹ ਪੜ੍ਹਿਆ ਹੋਣੀ ਹੈ, ਆਪਣਾ ਲਿਖਿਆ ਸੀਗਾ ਡਾਕਟਰ ਜਸਵੀਰ ਸਿੰਘ ਆਹਲੂਵਾਲੀਆ ਨੇ, ਉਹ ਸਾਰੇ ਗੁਣਾਂ ਦੇ ਬਾਵਜੂਦ ਹੀ ਵਾਜ਼ ਵੈਰੀ ਇੰਟੈਲੀਜੈਂਟ ਤੇ ਸਕਾਲਰ ਹੈ ਨਾ ਪਰਸਨ। ਉਹਨਾਂ ਨੇ ਕਿਹਾ ਸੀ ਵੀ ਇਹ ਅਕਾਲ ਤਖਤ ਨਹੀਂ, ਅਕਾਲੀ ਤਖਤ ਇਹਨੂੰ ਕਹਿਣਾ ਚਾਹੀਦਾ, ਕਿਉਂਕਿ ਫੈਸਲੇ ਨੇ ਜਿਹੜੇ ਉਹ ਅਕਾਲੀ ਦਲ ਦੇ ਮੁਤਾਬਕ ਹੁੰਦੇ ਨੇ। ਜੇ ਇੰਡੀਪੈਂਡੈਂਟ ਹੋਊਗਾ, ਪੋਲੀਟਿਕਸ ਤੋਂ ਇੰਡੀਪੈਂਡੈਂਟ ਹੋਊ, ਫਿਰ ਅਕਾਲ ਤਖਤ ਪਹਿਲੀ ਗੱਲ ਤਾਂ ਉਹਨੂੰ ਇਹ ਨਹੀਂ ਡਰ ਹੋਣਾ ਚਾਹੀਦਾ ਵੀ ਮੈਂ ਆਹ ਫੈਸਲਾ ਲਿਆ ਮੈਨੂੰ ਹਟਾ ਦੇਣਾ। ਵੈਸੇ ਤਾਂ ਜੇ ਦਮਖਮ ਵਾਲਾ ਕੋਈ ਵੀ ਜਥੇਦਾਰ ਹੋਵੇ ਹਟਾਉਂਦੇ ਆ ਤਾਂ ਹਟਾ ਦੇਣ, ਹੈ ਨਾ। ਜਿੰਨੇ ਚਿਰ ਤੱਕ SGPC ਦੀ ਇਹ ਆਪਣਾ ਅਕਾਲੀ ਦਲ ਦੀ BJP ਨਾਲ ਸਾਂਝ ਰਹੀ ਹੈ, ਉਦੋਂ ਤੱਕ ਜੋ ਮਰਜ਼ੀ ਕਿਤਾਬਾਂ ਦੇ ਵਿੱਚ ਵੀ ਛਪੀ ਗਿਆ ਹੈ ਨਾ, ਸਕੂਲ ਦੀਆਂ ਕਿਤਾਬਾਂ, ਹੋਰ ਹਿਸਟਰੀ ਦੀਆਂ ਕਿਤਾਬਾਂ ਸਾਰੀਆਂ ਹਰ ਇਹਨਾਂ ਨੇ ਦੇਖਿਆ ਹੀ ਨਹੀਂ ਕਿੱਥੇ ਵੀ ਕੀ ਲਿਖਿਆ ਜਾ ਰਿਹਾ। ਹੁਣ ਜਦੋਂ ਨਹੀਂ ਕੀ ਕਹਿੰਦੇ ਹੁੰਦੇ ਨੇ ਸਾਂਝ ਰਹੀ, ਹੁਣ ਤਾਂ ਬਿਆਨ ਦਿੱਤਾ ਵੀ ਬਿਆਨ ਕਰੋ ਆਹ ਗੁਰੂ ਗੋਬਿੰਦ ਸਿੰਘ ਦੀ ਰਾਮਾਇਣ ਜਿਹੜਾ ਮੋਦੀ ਜੀ ਨੂੰ ਭੇਟ ਕੀਤੀ ਹੈ, ਤੁਲਸੀ ਦੇ ਬੇਟੇ ਨੇ ਬਲਜੀਤ ਕੌਰ ਦੇ ਨੇ। ਤੇ ਇਹ ਅਸਲ 'ਚ ਜੇ ਹੁਣ ਪਾਰਟੀ ਦੇ ਮੁਤਾਬਕ ਤੁਸੀਂ ਵੀ ਇਹ ਤਾਂ ਮੇਰੇ ਆਕਾ ਨੇ, ਇਹਨਾਂ ਨੇ ਮੈਨੂੰ ਲਾਉਣਾ, ਇਹਨਾਂ ਨੇ ਮੈਨੂੰ। ਡਾਕਟਰ ਸਾਹਿਬ ਆਪਾਂ ਕਾਫੀ ਗੱਲ ਕਰ ਲਈ ਅਕਾਲੀ ਦਲ ਦੀ। ਮੈਂ ਇੱਕ ਤੁਹਾਡੇ ਕੋਲ ਸਵਾਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਸਿੱਖ ਪੋਲਿਟਿਕਸ ਦੇ ਵਿੱਚ ਹੋਰ ਵੀ ਅਕਾਲੀ ਦਲ ਨੇ, ਗਰਮ ਖਿਆਲੀ ਜਿਨ੍ਹਾਂ ਨੂੰ ਕਹਿੰਦੇ ਆ, ਜਿੱਦਾਂ ਸਿਮਰਨਜੀਤ ਸਿੰਘ ਮਾਨ ਦੇ ਧੜਾ ਵਾ 1920 ਵਾ, ਬੜੇ ਅਕਾਲੀ ਦਲ ਨੇ, ਖੈਰ ਉਹ ਤਾਂ ਗਿਣ ਵੀ ਨਹੀਂ ਸਕਦੇ ਆਪਾਂ। ਉਹ ਰਾਜਨੀਤੀ ਪੂਰੀ ਦੀ ਪੂਰੀ ਕਹਿੰਦੇ ਕਿ ਅਸੀਂ ਪੰਥਕ ਆ ਜੀ, ਪੰਥਕ ਧਿਰਾਂ ਆ ਜਦੋਂ ਕਦੀ ਗੱਲ ਹੁੰਦੀ ਆ। ਤੇ ਪੰਥਕ ਮੁੱਦਿਆਂ ਦੇ ਉੱਤੇ ਉਹਨਾਂ ਦੀ ਸੋਚ ਜਿਹੜੀ ਆ ਇਸ ਅਕਾਲੀ ਦਲ ਨੂੰ ਵੀ ਭੈੜੀ ਆ, ਜਿਹੜੀ ਆ ਜਿੰਨੀਆਂ ਆਪਣੇ ਡੇਰਾਵਾਦ ਆ, ਜਿੰਨੀਆਂ ਇਹ ਸੰਪਰਦਾਵਾਂ ਨੇ, ਉਹਨਾਂ ਨੂੰ ਸਪੋਰਟ ਤੇ ਮੈਨੂੰ ਲੱਗਦਾ ਜਿਹੜੇ ਉਹ ਪੰਥਕ ਧਿਰਾਂ ਨੇ ਉਹ ਜ਼ਿਆਦਾ ਕਰਦੀਆਂ ਨੇ। ਫਿਰ ਉਹ ਪੰਥਕ ਕਿੰਨੇ ਕੁ ਹੋਏ? ਹਾਂ ਨਹੀਂ, ਪੰਥਕ ਕਾਹਦੇ ਹੋਏ? ਤੁਹਾਨੂੰ ਆਪਣਾ ਮਤਲਬ ਪੰਥਕ ਤਾਂ ਤੁਸੀਂ ਕਹੋਗੇ ਹੋ, ਸਿੱਖਾਂ ਦੇ ਮਸਲਿਆਂ ਦੀ ਰੋਜ਼ ਗੱਲ ਕਰਦੇ ਹੋ। ਜਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਕੇ ਗਏ ਨੇ, ਆਪਣਾ ਕਿਰਪਾਨ ਦਾ ਮੁੱਦਾ ਲੈ ਕੇ ਪਾਰਲੀਮੈਂਟ ਦੇ ਉਹਨਾਂ ਦੇ, ਖੈਰ ਉਹ ਤੇ ਬੜੀ ਵੱਡੀ ਉਹਨਾਂ ਨੇ ਬੇਵਕੂਫੀ ਕੀਤੀ ਨਾ। ਕੋਈ ਨਾ ਪੰਜਾਬ ਦਾ ਮਸਲਾ, ਨਾ ਪੋਲੀਟੀਕਲ ਮਸਲਾ, ਨਾ ਧਰਮ ਦਾ ਮਸਲਾ, ਉਹ ਤੇ ਗੱਲ ਹੀ ਵੱਖਰੀ ਹੋ ਗਈ ਨਾ। ਮਸਲੇ ਹੱਲ ਕਰਨ ਦੀ ਤਾਂ ਤੇ ਮਸਲੇ ਨੂੰ ਉਲਝਾਉਂਦੇ ਜਾਂਦੇ ਨੇ। ਚਲੋ ਕੱਲੇ ਸਿਮਰਜੀਤ ਮਾਨ ਇਹ 'ਚ ਦੋਸ਼ੀ ਨਹੀਂ, ਮੈਂ ਕਹਿੰਦਾ ਕਿ ਬਾਕੀ ਜਿਹੜੀਆਂ ਪੰਥਕ ਧਿਰਾਂ ਨੇ, ਜਿਹੜੇ ਲੋਕ, ਡਾਕਟਰ ਸਾਹਿਬ ਜਿਹੜੇ ਲੋਕ ਅੱਜ ਇਹ ਲੜਾਈ ਵੀ ਲੜਦੇ ਨੇ ਕਿ ਜਿਹੜਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੂੰ ਪੋਲਿਟਿਕਸ ਤੋਂ ਜਿਹੜਾ ਨਿਰਲੇਪ ਰੱਖਿਆ ਜਾਵੇ, ਜਦੋਂ ਉਹ ਲੋਕ ਆਪਣੀ ਪੋਲਿਟਿਕਸ ਦਿੰਦੇ ਨੇ ਜਾਂ ਆਪਣਾ ਗਿਆਨ ਦਿੰਦੇ ਨੇ ਪੰਥਕ ਹੋਣ ਦੇ ਬਾਵਜੂਦ, ਤੇ ਉਹ ਵੀ ਤੇ ਇਹਨਾਂ ਚੀਜ਼ਾਂ ਸਾਰੀਆਂ ਤੋਂ ਕਿਨਾਰਾ ਕਰਦੇ ਨੇ ਨਾ। ਮੱਸਿਆ ਸੰਗਰਾਂਦਾਂ ਵਾਲੇ, ਡੇਰਿਆਂ ਵਾਲੇ ਕੰਮ, ਕੈਲੰਡਰ ਵਾਲਾ ਮਸਲਾ ਆ। ਜੇ 21ਵੀਂ ਸਦੀ ਦੇ ਜੋਕੇ ਦੌਰ ਵਿੱਚ ਅਸੀਂ ਇਹ ਮਸਲੇ ਹੱਲ ਨਹੀਂ ਕਰ ਸਕਦੇ ਤੇ ਫਿਰ ਕੌਣ ਕਰੇ, ਕਦੋਂ ਕਰਨੇ ਆ? ਹੈ ਨਾ, ਇਹ ਹੁਣ 21ਵੀਂ ਸਦੀ ਹੈ, ਇਹ 15ਵੀਂ ਸਦੀ ਤਾਂ ਹੈ ਨਹੀਂ ਹੈ, 16ਵੀਂ ਸਦੀ ਤਾਂ ਹੈ ਨਹੀਂ ਹੈ। ਅਸੀਂ ਕੋਈ ਗੱਲ ਵੀ ਕਰਨੀ ਹੁੰਦੀ ਅਸੀਂ ਤਾਂ 18ਵੀਂ ਸਦੀ 'ਚ ਜਾ ਵੜਦੇ ਹਾਂ। ਅਸੀਂ ਇਸ ਵੇਲੇ ਦੇ ਮੁਤਾਬਕ ਕਿਸ ਤਰ੍ਹਾਂ ਦੀ ਡਾਇਨਾਮਿਕ ਸਾਡੀ ਪਰਸਨੈਲਿਟੀ ਹੋਣੀ ਚਾਹੀਦੀ ਹੈ ਜਾਂ ਕਿਵੇਂ ਦੇ ਸਾਨੂੰ, ਕਿਉਂਕਿ ਹੁਣ ਵਰਲਡ ਲੈਵਲ ਤੇ ਸਿੱਖ ਕਮਿਊਨਿਟੀ ਹੈ ਨਾ, ਸਾਰੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਬੈਠੇ ਨੇ, ਤੇ ਹੁਣ ਸਾਨੂੰ ਉਹਦੇ ਮੁਤਾਬਕ ਫੈਸਲੇ ਲੈਣੇ ਚਾਹੀਦੇ ਨੇ। ਸਿੱਖ ਨੂੰ ਤਾਂ ਸਿਖਾਇਆ ਹੀ ਇਹ ਗਿਆ ਬਾਣੀ ਦੇ ਵਿੱਚ ਕਿ ਉਹ ਜਾਗਰਤ ਰਹੇ, ਹੈ ਨਾ। ਜਾਗੇ ਹੋਏ ਨੂੰ ਹੀ ਸਿੱਖ ਮੰਨਿਆ ਜਾਂਦਾ, ਸੁੱਤੇ ਪਏ ਨੂੰ ਸਿੱਖ ਨਹੀਂ ਮੰਨਿਆ ਜਾਂਦਾ ਹੈਗਾ। ਤੇ ਜੇ ਹੁਣ ਵੀ ਅਸੀਂ ਸਮੇਂ ਦੇ ਮੁਤਾਬਕ ਫੈਸਲੇ ਨਹੀਂ ਲੈ ਸਕਦੇ ਤੇ ਇਹਦਾ ਫਿਰ ਕੋਈ ਫਾਇਦਾ ਨਹੀਂ ਹੈਗਾ। ਹੱਲ ਇਹਦਾ ਕੀ ਨਿਕਲੇ, ਇਹ ਤਾਂ ਹੁਣ ਜੇ ਸਾਰੀ ਜਿਹੜੇ ਦਾਨਿਸ਼ਵਰ ਬੰਦੇ ਨੇ ਮਿਲ ਜੁਲ ਕੇ ਬੈਠਣ, ਡਿਸਕਸ ਕਰਨ ਇਹਨੂੰ, ਫਿਰ ਕੁਛ ਡਾਕਟਰ ਸਾਹਿਬ 15ਵੀਂ ਸਦੀ 'ਚ ਤਾਂ ਰਜਵਾੜਿਆਂ ਦਾ ਯੁੱਗ ਸੀਗਾ ਤੇ ਰਾਜੇ ਦੇ ਅੱਗੇ ਕੋਈ ਰਾਜੇ ਬੋਲ ਨਹੀਂ ਸਕਦਾ। ਹੁਣ ਡੈਮੋਕ੍ਰੈਟਿਕ ਏਜ ਦੇ ਵਿੱਚ ਆਪਾਂ ਕਹਿ ਰਹੇ ਹਾਂ, ਤੇ ਫਿਰ ਇਹ ਜਿਹੜੇ ਕੁਝ ਕੁ ਲੋਕ ਕਾਬਜ ਹੋਏ ਬੈਠੇ ਨੇ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਨੂੰ ਖਦੇੜਨਾ ਕਿੰਨਾ ਔਖਾ ਆ। ਜੇ ਚੇਤਨਾ ਵੀ ਆ ਲੋਕਾਂ 'ਚ, ਸਾਡੇ ਕੋਲ ਵਿਦਵਾਨ ਵੀ ਨੇ, ਅਸੀਂ ਸਹੀ ਪ੍ਰਪੇਖ 'ਚ ਗੁਰਬਾਣੀ ਨੂੰ ਸਮਝ ਵੀ ਸਕਦੇ
ਸਕਦੇ ਆ ਜਾਂ ਉਹਦੀ ਵਿਆਖਿਆ ਵੀ ਕਰ ਸਕਦੇ ਆ, ਤੇ ਫਿਰ ਇਹ ਕਿੱਡੀ ਵੱਡੀ ਪਹਾੜ ਕਿਉਂ ਬਣਿਆ ਹੋਇਆ ਕਿ ਇਹ ਲੰਘਿਆ ਨਹੀਂ ਜਾ ਰਿਹਾ ਸਾਡੇ ਕੋਲੋਂ? ਸਮੱਸਿਆ ਤਾਂ ਕੋਈ ਵੱਡੀ ਹੈ ਨਹੀਂ, ਇਹ ਗੱਲ ਸਿਰਫ ਇਹ ਹੈ ਕਿ ਅਸੀਂ ਕੰਸੈਂਸਸ ਇਸ ਗੱਲ ਤੇ ਬਿਲਡ ਹੀ ਨਹੀਂ ਕਰ ਰਹੇ ਹਾਂ ਨਾ, ਇਸ ਲਈ ਕੋਈ ਵੀ ਅੱਗੇ ਹੋ ਕੇ ਤੁਰ ਹੀ ਨਹੀਂ ਰਿਹਾ ਹੈਗਾ ਵੀ ਇਸ ਪਾਸੇ ਨੂੰ ਨਹੀਂ। ਪਰ ਜਿਹੜੇ ਲੋਕ ਤੁਰ ਰਹੇ ਉਹਦੇ ਪਿੱਛੇ ਲਾਮਬੰਦੀ ਨਹੀਂ ਹੋ ਰਹੀ। ਮੈਂ ਜ਼ਿਕਰ ਕਰ ਰਿਹਾ ਬਾਰ-ਬਾਰ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਇਸ ਗੱਲ ਨੂੰ ਲੈ ਕੇ ਤੁਰੇ ਨੇ, ਉਹਨਾਂ ਦਾ ਸਰ ਕੁਲਦੀਪ ਸਿੰਘ ਵਡਾਲਾ, ਉਹਨਾਂ ਦਾ ਇੰਟਰਸਟ ਆ ਜਾਂਦਾ। ਅੱਛਾ, ਜਿਹੜੇ ਵਡਾਲਾ ਸਾਹਿਬ ਨੇ, ਜਿਹੜੇ ਉਹ ਰਾਗੀ ਢਾਏ ਗਏ ਸੀਗੇ, ਉਹ ਨੇ ਕੁਝ ਹੋਰ ਚੇਤਨ ਵਿਅਕਤੀ ਇਹਦੀ ਗੱਲ ਕਰਦੇ ਨੇ, ਪਰ ਉਹਦੇ ਪਿੱਛੇ ਆਮ ਲੋਕਾਂ ਦੀ ਵੀ ਸਹਿਮਤੀ ਜਿਹੜੀ ਆ ਉਹ ਉਦਾਂ ਦੀ ਬਣਦੀ ਨਜ਼ਰ ਨਹੀਂ ਆਉਂਦੀ। ਉਹਦੇ ਪਿੱਛੇ ਅਸਲ 'ਚ ਜਿਹੜੀ ਮੇਰੇ ਖਿਆਲ ਨਾਲ ਵੀ ਚੱਲ ਹੋਊ ਪਰੇ ਵਾਲੀ ਜਿਹੜੀ ਭਾਵਨਾ ਹੈਗੀ ਸਾਨੂੰ ਕੀ ਹੈ ਜਿਵੇਂ ਚੱਲਦਾ ਚੱਲੀ ਜਾਵੇ, ਉਹ ਸਾਡੇ ਮਾਈਂਡ ਦੇ ਵਿੱਚ ਨਾ ਜ਼ਿਆਦਾ, ਖਾਸ ਕਰਕੇ ਪੰਜਾਬੀਆਂ ਦੇ ਉਹ ਜ਼ਿਆਦਾ ਘਰ ਕੀਤੀ ਹੋਈ। ਪਰ ਜਿੱਦਾਂ ਤੁਸੀਂ ਗਣਾਇਆ ਸ਼ੁਰੂ 'ਚ ਕਿ ਇਹਦੇ ਨੁਕਸਾਨ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਦੋਂ ਬਹੁਤ ਵੱਡੇ ਹੋ ਜਾਣੇ ਆ, ਤੇ ਫਿਰ ਇਹ ਜਿਹੜਾ ਮਸਲੇ ਨੇ ਇਹਨਾਂ ਲਈ ਸੰਜੀਦਾ ਤੌਰ ਤੇ ਕਿਤੇ ਨਾ ਕਿਸੇ ਨੂੰ ਤਾਂ ਸੋਚਣਾ ਹੀ ਪਏਗਾ ਨਾ ਜੀ। ਹਾਂਜੀ, ਸੋਚਣਾ ਤਾਂ ਪਊਗਾ। ਹੁਣ ਕਹਿੰਦੇ ਨਹੀਂ, ਹੁਣ ਦੇਖੋ ਇੱਥੋਂ ਵੀ ਮੈਂ ਕਈ ਜਾਣਿਆਂ ਨੂੰ ਜਾਣਦੀ ਹਾਂ ਜਿਹੜੇ ਰੋਜ਼ ਅਕਾਲ ਤਖਤ ਨੂੰ ਚਿੱਠੀਆਂ ਲਿਖਦੇ ਨੇ, ਹਨਾ ਵੀ ਇਹ ਸਾਨੂੰ ਇਸ ਗੱਲ ਦੀ ਸਮੱਸਿਆ ਦਾ ਸਾਨੂੰ ਹੱਲ ਲੱਭਣਾ ਚਾਹੀਦਾ ਨੇ, ਪਰ ਕੋਈ ਉੱਤਰ ਹੀ ਨਹੀਂ ਦਿੰਦਾ, ਕੋਈ ਸੋਚਦਾ ਹੀ ਨਹੀਂ ਹੈ ਕੋਈ। ਪਰ ਦੂਜੇ ਪਾਸੇ ਆਪਾਂ ਇਹ ਵੀ ਡਾਕਟਰ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਉੱਥੇ ਹਜ਼ਾਰੇਦਾਰੀ ਉਹਨਾਂ ਲੋਕਾਂ ਦੀ ਆ ਜਿਹੜੇ ਸਿਰਫ ਧਾਰਮਿਕ ਵਿਦਿਆ ਲਈ ਹੈ, ਜਿਹੜੇ ਪੜ੍ਹੇ ਲਿਖੇ ਨਹੀਂ, ਅੱਜ ਦੇ ਯੁੱਗ ਦੀ ਉਹਨਾਂ ਨੂੰ ਲੋੜ ਨਹੀਂ ਲੱਗੀ ਦੁਨੀਆ ਦੀ। ਤੇ ਹੁਣ ਤੇ ਜਿਹੜੇ ਜਥੇਦਾਰ ਨੇ ਉਹ ਕਿਹਾ ਜਾਂਦਾ ਹੈ ਕਿ ਉਹ ਬੜੇ ਪੜ੍ਹੇ ਲਿਖੇ ਨੇ ਔਰ ਉਹ ਡਾਕਟਰੇਟ ਵੀ ਕਰ ਰਹੇ ਨੇ ਜਾਂ ਕਰ ਲਈ ਹੈ ਜਾਂ ਕਰ ਰਹੇ ਨੇ। ਉਹਨਾਂ ਦਾ ਕਾਫੀ ਜ਼ਿਆਦਾ ਜਦੋਂ ਆਏ ਸੀ ਕਿ ਨੌਜਵਾਨ ਵੀ ਨੇ ਤੇ ਬੜਾ ਲੋਕਾਂ ਦਾ ਉਤਸ਼ਾਹ ਸੀ ਕਿ ਸ਼ਾਇਦ ਕੋਈ ਤਬਦੀਲੀ ਹੋਏਗੀ ਵੱਡੀ। ਸਮੱਸਿਆ ਫੇਰ ਉਹੀ ਹੈ ਨਾ ਵੀ ਉਹਨਾਂ ਨੂੰ ਵੀ ਸ਼ਾਇਦ ਇਹੀ ਆ ਕਿ ਜੇ ਮੈਂ ਅਕਾਲੀ ਦਲ ਦੀ ਜਾਂ ਸੁਖਬੀਰ ਸਿੰਘ ਬਾਦਲ ਦੀ ਬੋਲੀ ਨਹੀਂ ਬੋਲੂੰਗਾ, ਪਤਾ ਨਹੀਂ ਮੈਨੂੰ ਕੱਲ ਨੂੰ ਹਟਾ ਦੇਣਗੇ। ਜਦੋਂ ਅਸੀਂ ਕੋਈ ਵੀ ਗੁਰੂ ਨੇ ਲਾਲਚ ਤੇ ਹਉਮੈ ਤਿਆਗਣ ਲਈ ਐਵੇਂ ਹੀ ਤਾਂ ਨਹੀਂ ਕਿਹਾ ਹੈਗਾ, ਇਸੇ ਕਰਕੇ ਕਿਹਾ। ਡਾਕਟਰ ਸਾਹਿਬ ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਜਿਹੜਾ ਬਹੁਤ ਵੱਡਾ ਰੁਤਬਾ ਔਰ ਸਿੱਖ ਧਰਮ 'ਚ ਬੜੀ ਉਹਦੀ ਬੜੀ ਵੱਡੀ ਮਾਨ ਤੇ ਪਰਸਨੈਲਿਟੀ ਉਸ ਲੈਵਲ ਦੀ ਹੋਣੀ ਚਾਹੀਦੀ ਜਿਹੜੀਆਂ ਇਹਨਾਂ ਜਿਹੜੇ ਇੰਟਰਸਟ ਨੇ ਫਿਰ ਉਹਨਾਂ 'ਚ ਤੇ ਸਾਡੇ ਆਮ ਵਿਅਕਤੀ 'ਚ ਫਰਕ ਕੀ ਹੋਇਆ ਕਿ ਜੇ ਉਹ ਨਿੱਕੇ ਨਿੱਕੇ ਇੰਟਰਸਟ ਹੈ ਕਿ ਮੈਨੂੰ ਢਾ ਦੇਣਗੇ ਹਟਾ ਦੇਣਗੇ ਕੀ ਹੋਏਗਾ? ਬਿਲਕੁਲ ਜਦੋਂ ਤੱਕ ਅਸੀਂ ਇਹ ਆਪਣਾ ਮਤਲਬ ਸੈਲਫਿਸ਼ਨੈਸ ਹੈ ਜੇ ਉੱਥੇ ਪਹੁੰਚ ਕੇ ਵੀ ਛੱਡ ਕੇ ਨਹੀਂ ਨਾ ਚੱਲਦੇ ਉਦੋਂ ਤੱਕ ਇਹ ਮਸਲੇ ਨਹੀਂ ਹੱਲ ਹੋ ਸਕਦੇ। ਅੱਛਾ ਡਾਕਟਰ ਸਾਹਿਬ, ਇੱਕ ਵਿਚਾਰ ਮੇਰੇ ਦਿਮਾਗ 'ਚ ਹੋਰ ਆ ਰਿਹਾ, ਜਿਵੇਂ ਤੁਸੀਂ ਗਣਾਇਆ ਕਿ ਉਹ 11 ਮੈਂਬਰਾਂ 'ਚੋਂ 3-4 ਮੈਂਬਰਾਂ ਤੁਸੀਂ ਨਾਂ ਲਿਆ ਉਹ ਦੁਨੀਆ ਤੋਂ ਰੁਖਸਤ ਹੋ ਗਏ ਆ, ਤੇ ਉਹ ਲੋਕ ਜਿਹੜੇ ਵਿਦਵਾਨ ਜਿਨ੍ਹਾਂ ਨੇ ਸਾਰੀਆਂ ਇਹ ਘਾਲਣਾ ਘਾਲ ਕੇ ਜਾਂ ਇਹ ਚੀਜ਼ਾਂ ਮਨਾਈਆਂ ਸੀ ਜਾਂ ਇੱਕ ਤੌਰ ਤੇ ਕੀਤਾ ਸੀ, ਤੇ ਉਹ ਆਪਣੇ ਦਿਲ 'ਚ ਕੀ ਲੈ ਕੇ ਗਏ ਹੋਣਗੇ ਕਿ ਕਿਹੋ ਜਿਹਾ ਸਾਡਾ ਧਰਮ ਹੈ ਜਾਂ ਕਿਹੋ ਜਿਹੀ ਸਾਡੀ ਨਹੀਂ ਜੀ। ਫਿਰ ਉਹ ਤੁਹਾਡੀ ਇੱਜ਼ਤ ਥੋੜੀ ਰਹਿੰਦੀ ਹੈ ਨਾ ਵੀ ਅਕਾਲ ਤਖਤ ਦੀ ਕੀ ਰਿਸਪੈਕਟ, ਜੇ ਅਕਾਲ ਤਖਤ ਆਪਣੇ ਕੀਤੇ ਹੋਏ ਫੈਸਲੇ ਨੂੰ ਆਪ ਹੀ ਥੱਲੀ ਜਾਊਗਾ ਤੇ ਉਹੀ ਮੈਂ ਪਹਿਲਾਂ ਕਹਿ ਕੇ ਹਟੀ ਨਾ ਵੀ ਲੋਕਾਂ ਦੇ ਮਨਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਇੱਜ਼ਤ ਬਾਹਰ ਹੋਊਗੀ। ਉਦਾਂ ਅਸੀਂ ਕਹਿੰਦੇ ਹਾਂ ਵੀ ਨਹੀਂ ਇਹ ਅਕਾਲ ਤਖਤ ਦਾ ਹੁਕਮ ਹੈ, ਸਾਨੂੰ ਮੰਨਣਾ ਚਾਹੀਦਾ ਹੈ ਨਾ, ਤੇ ਸਾਡੇ ਮਨ 'ਚ ਸਾਡੀ ਸਰਵਉੱਚ ਸੀਟ ਹੈ ਇਹ ਸੋਵਰੈਨਿਟੀ ਦੀ, ਤੇ ਸਾਡੇ ਮਨ 'ਚ ਰਿਸਪੈਕਟ ਹੋਣੀ ਚਾਹੀਦੀ ਹੈ। ਪਰ ਉਹ ਅਕਾਲ ਤਖਤ ਦੀ ਤਾਂ ਰਿਸਪੈਕਟ ਹੈਗੀ ਹੈ, ਪਰ ਬੰਦਾ ਜੇ ਉਸ ਕੈਲੀਬਰ ਦਾ ਨਾ ਹੋਵੇ ਜਿਹੜਾ ਉਹਦੇ ਉੱਤੇ ਬੈਠਦਾ, ਫਿਰ ਕਿਸ ਤਰ੍ਹਾਂ? ਪਰ ਡਾਕਟਰ ਸਾਹਿਬ ਕੁਝ ਸਮਾਂ ਪਹਿਲਾਂ ਕੋਈ ਵੀ ਵਿਅਕਤੀ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਵਿਅੰਗ ਕੱਸਣ ਤੋਂ ਜਾਂ ਕੋਈ ਗੱਲ ਕਰਨ ਤੋਂ ਬਹੁਤ ਡਰਦਾ ਸੀਗਾ, ਪਰ ਹੁਣ ਤੁਸੀਂ ਦੇਖ ਲਓ ਵੀ ਜਿਹਨੂੰ ਕੁਝ ਵੀ ਨਹੀਂ ਪਤਾ ਧਰਮ ਬਾਰੇ ਵੀ ਉਹ ਵੀ ਬਹੁਤ ਬੁਰੇ ਸ਼ਬਦਾਂ ਨਾਲ ਸੰਬੋਧਨ ਹੁੰਦਾ। ਤੇ ਇਹ ਜਿਹੜਾ ਨਿਗਾਰ ਆਇਆ, ਇਹ ਨਿਗਾਰ ਸਾਨੂੰ ਬਹੁਤ ਪੋਲਿਟਿਕਸ ਨੇ ਲਿਆਂਦਾ ਔਰ ਬਹੁਤ ਸਿੱਖ ਧਰਮ ਦੀ ਜਿਹੜੀਆਂ ਆਪਾਂ ਕਹਿੰਦੇ ਆ ਕਿ ਸਾਡਾ ਮਾਡਰਨ ਧਰਮ ਆ, ਦੂਜਿਆਂ ਨੂੰ ਵੈਲਿਊਜ਼ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਆ। ਸਾਡਾ ਇਹ ਡੈਮੋਕ੍ਰੈਟਿਕ ਸਿਸਟਮ ਹੈ, ਅਸੀਂ ਮੰਨਦੇ ਆ ਇਹ ਵੀ ਇੰਨੀਆਂ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜਾ ਡੈਮੋਕ੍ਰੈਟਿਕ ਪੰਜ ਪ੍ਰਧਾਨੀ ਸਿਸਟਮ ਦਿੱਤਾ ਹੈ ਨਾ, ਵੀ ਸਰਬੱਤ ਖਾਲਸੇ ਦਾ ਸਾਡੇ ਰਿਹਾ ਵੀ ਇਕੱਠੇ ਹੋ ਕੇ ਗੁਰਮਤੇ ਪਾਸ ਕਰਨੇ ਨੇ, ਉਹ ਸਾਰਾ ਕੁਛ ਤਾਂ ਰੋਲ ਹੋ ਗਿਆ ਇਸ ਉਹਦੇ ਨਾਲ ਹੈ ਨਾ। ਤੇ ਆਪਣਾ ਜੇ ਕਿਸੇ ਨੂੰ ਅਕਾਲ ਤਖਤ ਤੇ ਸੱਦਦੇ ਨੇ, ਸਪੋਜ਼ ਕੀਤਾ ਜਿਵੇਂ ਹੁਣ ਬਾਦਲ ਸਾਹਿਬ ਨੂੰ ਇਹ ਸੱਦਿਆ ਸੀਗਾ, ਹੁਣ ਬਰਨਾਲੇ ਨੇ ਤਾਂ ਗਲ 'ਚ ਤਖਤੀ ਪਵਾ ਲਈ ਸੀ, ਹੋਰ ਵੀ ਕਈਆਂ ਨੇ ਮੰਨ ਲਿਆ। ਬਾਦਲ ਸਾਹਿਬ ਨੇ ਜਦੋਂ ਸੱਦਿਆ ਉਹ ਬੱਸਾਂ ਭਰ ਕੇ ਉੱਥੇ ਲੈ ਕੇ ਵੀ ਕਹੋ ਕੀ ਕਹਿੰਦੇ ਹੋ ਤੁਸੀਂ ਸਾਨੂੰ, ਆਊਟ ਆਫ ਪਾਵਰ ਸੀਗੇ। ਨਾਲੇ ਜਿਹੜੀ ਧਾਰਮਿਕ ਸਜ਼ਾ ਹੁੰਦੀ ਹੈ ਨਾ ਡਾਕਟਰ ਸਾਹਿਬ, ਉਹ ਤੇ ਹੁੰਦੀ ਆ ਬੰਦੇ ਨੂੰ ਜਸਟ ਇੱਕ ਰਿਅਲਾਈਜ਼ ਕਰਾਉਣ ਵਾਸਤੇ, ਇੱਕ ਕਿਸਮ ਦੀ ਸੇਵਾ ਦੀ ਵਾਂਗੂ। ਪਰ ਹੁਣ ਆਪਾਂ ਦੇਖ ਰਹੇ ਹਾਂ ਕਿ ਕੁਝ ਬੰਦਿਆਂ ਨੂੰ ਧਰਮ ਤੋਂ ਖਾਰਜ ਕੀਤਾ ਗਿਆ, ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਉਹਨਾਂ ਦੀ ਬਾਅਦ ਚ ਸੁਣਵਾਈ ਨਹੀਂ ਹੁੰਦੀ, ਉਹ ਕਿੱਥੇ ਜਾਣ? ਸਿੱਖ ਲਾਇਕ ਨਹੀਂ ਹੈ, ਖਾਰਜ ਕਰ ਦੇਣਾ ਸਿੱਖ ਲਾਇਕ ਨਹੀਂ ਹੈ। ਤੁਸੀਂ ਉੱਥੇ ਉਹਨਾਂ ਨੂੰ ਸੱਦੋ, ਮਸਲੇ ਨੂੰ ਵਿਚਾਰੋ ਤੇ
ਜੇ ਲੱਗਦਾ ਵੀ ਹਾਂ ਇਹ ਸਿਧਾਂਤਾਂ ਦੇ ਖਿਲਾਫ ਹੈ ਗੱਲ, ਉਹਨੂੰ ਫਿਰ ਸੋਧ ਕਰਨ ਦੇ ਲਈ ਕਹੋ ਤੇ ਬੰਦੇ ਨੂੰ ਮੌਕਾ ਦੇਣਾ ਚਾਹੀਦਾ। ਗੁਰੂ ਸਾਹਿਬ ਨੇ ਤਾਂ ਆਪਾਂ ਪਿਛਲੀ ਵਾਰ ਡਿਸਕਸ ਕੀਤਾ ਸੀ, ਅਮਰਜੀਤ ਸਿੰਘ ਹਰਾਂ ਦੀ ਜਿਹੜੀ ਸ਼ਬਦਾਵਲੀ ਦੇ ਉੱਤੇ ਇਤਰਾਜ਼ ਸੀ ਤੇ ਉਹ ਸੋਲਵ ਹੋ ਗਿਆ। ਪਰ ਜੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਵੇ ਕਿ ਜਿਹੜੇ ਮਸਲੇ ਦਰਪੇਸ਼ ਨੇ ਇਸ ਵੇਲੇ ਮਾਹੌਲ ਹੋਣਾ ਚਾਹੀਦਾ, ਉਹਨਾਂ ਨੂੰ ਮਿਲ ਬੈਠ ਕੇ ਵਿਦਵਾਨਾਂ ਦੀ ਹੈਲਪ ਲੈ ਕੇ ਤੇ ਉਹਨੂੰ ਸੋਲਵ ਕੀਤਾ ਜਾਵੇ, ਤੇ ਇਹ ਕਿਤੇ ਨਾ ਕਿਤੇ ਜਿਹੜਾ ਆ ਉਹ ਸਾਡੇ ਧਰਮ ਵਾਸਤੇ ਵੀ, ਸਾਡੇ ਜਿਹੜੀ ਪਰੰਪਰਾਵਾਂ ਨੇ ਮਤਲਬ ਅਕਾਲ ਤਖਤ ਵਰਗੀਆਂ ਪਰੰਪਰਾਵਾਂ ਬੜੀਆਂ ਰਿਚ ਜਿਹੜੇ ਸਾਡੇ ਹੈਗੇ ਨੇ ਵੈਲਿਊਜ਼, ਉਹਨਾਂ ਵਾਸਤੇ ਵੀ ਬਹੁਤ ਜ਼ਰੂਰੀ ਸ਼ਾਇਦ ਕਿਤੇ ਕਿਤੇ ਹੋਏਗਾ। ਇਹ ਤਾਂ ਜੇ ਵਿਦਵਾਨਾਂ ਨੂੰ ਨਾਲ ਜੋੜਨਗੇ ਤਾਂ ਹੀ ਹੈ ਨਾ। ਉਹ ਹੁਣ ਮਤਲਬ ਜੁੜਦੇ ਤਾਂ ਉੱਥੇ ਪੋਲੀਟੀਸ਼ੀਅਨ ਨੇ, ਵਿਦਵਾਨਾਂ ਨੂੰ ਤਾਂ ਕਿਸੇ ਨੂੰ ਪੁੱਛਦੇ ਨਹੀਂ। ਹਾਲਾਂਕਿ ਹੁਣ ਤਾਂ ਕਿੰਨੀਆਂ ਯੂਨੀਵਰਸਿਟੀਜ਼ ਨੇ, ਬਹੁਤ ਅਦਾਰੇ ਨੇ ਜਿੱਥੇ ਲੋਕ ਮਤਲਬ ਸਮਝਦਾਰ ਬੈਠੇ ਨੇ, ਹਿਸਟਰੀ ਤੋਂ ਵੀ ਜਾਣੂ ਨੇ, ਸਿਧਾਂਤ ਤੋਂ ਵੀ ਜਾਣੂ ਨੇ। ਤੇ ਚਾਹੀਦਾ ਇਹੀ ਹੈ ਕਿ ਹਰ ਕੰਮ ਲਈ, ਜਿਵੇਂ ਹੁਣ ਇਹਨਾਂ ਨੇ ਧਰਮ ਪ੍ਰਚਾਰ ਕਮੇਟੀ ਬਣਾਈ ਹੋਈ ਸੀਗੀ ਹੈ ਨਾ, ਹਾਂਜੀ, ਉਹ ਦੇਖਦੇ ਆ ਵੀ ਕਿਹੜੀਆਂ ਬੁੱਕਸ ਅਸੀਂ ਛਪਾਉਣੀਆਂ, ਕਿਹੜੀਆਂ ਨਹੀਂ ਛਪਾਉਣੀਆਂ, ਕਿੱਥੇ ਕੀ ਗਲਤ ਹੈ ਕਿੱਥੇ ਠੀਕ ਹੈ। ਉਹ ਜਿਹਾ ਹੁਣ ਕੁਛ ਸੁਣਨ ਚ ਆਉਂਦਾ ਹੀ ਨਹੀਂ ਵੀ ਕਿਤੇ ਵਿਦਵਾਨ ਕਿਤੇ ਵੀ ਜੋੜੇ ਹੋਏ ਨੇ। ਚਾਹੀਦਾ ਤੇ ਕੋਈ ਵੀ ਜਥੇਦਾਰ ਜਿਹੜਾ ਅਕਾਲ ਤਖਤ ਦਾ ਬਣਦਾ ਉਹਨੂੰ ਵੱਖ-ਵੱਖ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਵੀ ਜੇ ਇੱਦਾਂ ਦਾ ਮਸਲਾ ਆ ਗਿਆ ਤਾਂ ਆਹ ਕਮੇਟੀ ਕਰੂਗੀ ਤੇ ਇਹਨਾਂ ਦੀ ਸਲਾਹ ਲਈ ਜਾਊਗੀ, ਜਾਂ ਉਸ ਟਾਈਮ ਤੇ ਵੀ ਬਣਾਈਆਂ ਜਾ ਸਕਦੀਆਂ। ਪਰ ਮੇਰਾ ਖਿਆਲ ਹੈ ਵੀ 5-7 ਬੰਦੇ ਨੇ ਜਿਹੜੇ ਉਹ ਪਰਮਾਨੈਂਟਲੀ ਵੀ ਨਾਲ ਜੁੜੇ ਹੋਏ ਹੋਣੇ ਚਾਹੀਦੇ ਨੇ, ਜਿਹੜੇ ਸੁਜੈਸ਼ਨਸ ਦੇ ਸਕਣ ਤੇ ਉਸ ਸਲਾਹ ਨੂੰ ਮੰਨਿਆ ਜਾਵੇ, ਫਿਰ ਉਹਨੂੰ ਸੰਗਤ ਵਿੱਚ ਵੀ ਰੱਖਿਆ ਜਾ ਸਕਦਾ। ਵੈਸੇ ਤੇ 5 ਪ੍ਰਧਾਨੀ ਪ੍ਰਥਾ ਜਿਹੜੀ ਆ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਜਿਹੜੇ 5 ਪਿਆਰੇ ਹੁੰਦੇ ਆ, ਅਸਲ 'ਚ ਸਲਾਹਕਾਰ ਹੀ ਹੁੰਦੇ ਆ ਵੇਖਿਆ ਜਾਵੇ ਤਾਂ, ਪਰ ਜਦੋਂ ਸਾਰੀ ਢਾਣੀ ਇੱਕੋ ਜਿਹੀ ਹੋ ਜੇ। ਬਿਲਕੁਲ ਉਹਨਾਂ ਨੂੰ ਜਦੋਂ ਕਹਿ ਕੇ ਤੁਸੀਂ ਫੈਸਲਾ ਕਰਾ ਲੈਣਾ ਵੀ ਆਪਾਂ ਇਦਾਂ ਕਰ ਲੈਣਾ, ਫਿਰ ਕਿੱਥੋਂ ਤੇ ਉਹ ਤੇ ਜੇ ਅਕਾਲ ਤਖਤ ਦੇ ਜਥੇਦਾਰ ਵੀ ਆਪਣਾ ਜਿਹੜਾ ਵਾ ਉਹ ਚਿੰਨ੍ਹ ਨਹੀਂ ਦੇ ਸਕਦੇ, ਜੋ ਉਹਨਾਂ ਦੇ ਆਕਾ ਕਹਿੰਦੇ ਨੇ ਉਦਾਂ ਹੀ ਕਰਦੇ ਨੇ, ਤੇ ਫਿਰ ਸੋ ਤੁਸੀਂ ਹੁਣ ਭਵਿੱਖ ਕੀ ਦੇਖਦੇ ਹੋ ਆਪਣੇ ਜਿਹੜਾ ਸਿੱਖ ਪੰਥ ਦਾ ਜਿਹੜਾ ਧਾਰਮਿਕ ਪਹਿਲੂ ਤੋਂ? ਤੁਸੀਂ ਆਪਾਂ ਕਨਕਲੂਡ ਕਰੀਏ, ਉਹਨੂੰ ਸਮਾਂ ਹੋ ਗਿਆ ਆਪਣਾ। ਉਹਨੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਮਤਲਬ ਹੈ ਨਾ ਕਿਹਾ ਹੋਇਆ, ਆਸ਼ੀਰਵਾਦ ਹੀ ਕਹਿ ਲਓ ਇਹਨੂੰ ਵੀ। ਸਿੱਖ ਨੇ ਸਦਾ ਮਾੜੇ ਤੋਂ ਮਾੜੇ ਟਾਈਮ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਐਜੂਕੇਸ਼ਨ ਫੈਲ ਰਹੀ ਹੈ, ਬੱਚੇ ਕੌਨਸ਼ੀਅਸ ਵੀ ਹੋ ਰਹੇ ਨੇ। ਮੈਂ ਇਹ ਸਪੋਜ਼ ਕਰਦੀ ਹਾਂ ਕਿ ਇਹ ਬੰਦੇ ਨੇ ਜਿਹੜੇ ਸਦਾ ਨਹੀਂ ਬੈਠੇ ਰਹਿਣੇ ਹੈਗੇ, ਤੇ ਚੇਂਜ ਵੀ ਆਊਗੀ। ਇਹ ਜੇ ਇਸ ਪਾਸੇ ਨੂੰ ਅਸੀਂ ਐਫਰਟ ਕਰਾਂਗੇ, ਅਰਦਾਸ ਕਰੀਏ ਵੀ ਇੱਧਰ ਨੂੰ ਤੁਰੀਏ ਤੇ ਆਪਣਾ ਮਤਲਬ ਇਹਨੂੰ ਅਸੀਂ ਰੀਐਸਟੈਬਲਿਸ਼ ਆਪਣੀਆਂ ਵੈਲਿਊਜ਼ ਨੇ ਜਿਹੜੀਆਂ ਉਹਨਾਂ ਨੂੰ ਕਰੀਏ ਅਸੀਂ। ਬਿਲਕੁਲ ਜੀ, ਸਮਾਂ ਸਾਡਾ ਹੋ ਗਿਆ। ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਸਿੱਖ ਧਰਮ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣ ਦਾ ਔਰ ਆਸ਼ਾਵਾਦੀ ਰਹਿਣ ਦਾ ਜਿਹੜਾ ਸਾਨੂੰ ਹੁਕਮ ਹੈ ਉਹਦੇ ਮੁਤਾਬਕ ਚੱਲਣਾ ਹੀ ਚਾਹੀਦਾ ਹੈ। ਪਰ ਨਾਲ ਦੀ ਨਾਲ ਸਿੱਖ ਧਰਮ 'ਚ ਆਪਾਂ ਰੋਜ਼ ਅਰਦਾਸ ਕਰਦੇ ਹਾਂ ਮਨ ਨੀਵਾਂ ਤੇ ਮੱਤ ਉੱਚੀ ਵਾਲਾ। ਸਾਡੀ ਬੁੱਧੀ ਵਿਵੇਕ ਤੇ ਮੱਤ ਉੱਚੀ ਰੱਖਣ ਦਾ ਵੀ ਸਮਾਂ ਹੈ, ਤਾਂ ਕਿ ਜਿਹੜੇ ਕੁਝ ਲੋਕ ਨੇ ਜਿਨ੍ਹਾਂ ਦੇ ਮਫਾਦ ਨੇ, ਕੁਝ ਪੋਲੀਟੀਕਲ ਜਾਂ ਕੁਝ ਹੋਰ ਐਸੇ ਹਾਲਾਤ ਕ੍ਰੀਏਟ ਕਰ ਦਿੰਦੇ ਨੇ ਕਿ ਉਹ ਸਾਰੇ ਪੰਥ ਨੂੰ ਵੇਚ ਕੇ ਆਪਣੀ ਗੱਦੀ ਕਾਇਮ ਕਰ ਲੈਂਦੇ ਨੇ, ਉਹਨਾਂ ਤੋਂ ਅਸੀਂ ਚੇਤਨ ਤੌਰ ਤੇ ਉਹਨਾਂ ਦਾ ਵਿਰੋਧ ਕਰ ਸਕੀਏ ਤੇ ਉਹਨਾਂ ਦੀ ਮਨਮਾਨੀ ਨੂੰ ਰੋਕਣ ਲਈ ਕੋਈ ਨਾ ਕੋਈ ਜਿਹੜੀ ਲਾਮਬੰਦੀ ਆ ਉਹ ਆਪਾਂ ਕਰ ਸਕੀਏ। ਸੋ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਏ ਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਜੀ। ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੀਜਾ ਬੁੱਧ ਵਿਵੇਕਾਂ ਦੀ ਅਸੀਂ ਤਾਂ ਅਰਦਾਸ ਕਰਦੇ ਹਾਂ।